ਪੰਜਾਬੀ ਕਾ ਅਕੈਡਮੀ ਤੇ ਕੀਮਤੀ ਗੱਲਾਂ ਵੱਲੋਂ ਅੱਜ ਦੇ ਰਲਵੇਂ ਮੰਚ ਤੇ ਸਭ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਣਾ ਜੀ। ਔਰ ਅੱਜ ਦਾ ਜਿਹੜਾ ਸਾਡਾ ਸੈਸ਼ਨ ਹੈ ਇਹ ਇਸ ਤਰ੍ਹਾਂ ਵੀ ਖਾਸ ਹੈ ਕਿ ਬਹੁਤ ਸਾਰੇ ਸੁਣਨ ਵਾਲਿਆਂ ਨੇ ਕਿਹਾ ਸੀ ਕਿ ਡਾਕਟਰ ਨੀਤੂ ਅਰੋੜਾ ਨੂੰ ਦੁਬਾਰਾ ਲਵੋ ਕਿਸੇ ਵੇਲੇ, ਤੇ ਉਹਨਾਂ ਦੇ ਰੁਝਾਂ ਦੀ ਵਜ੍ਹਾ ਤੋਂ ਅਸੀਂ ਨਹੀਂ ਲੈ ਪਾ ਰਹੇ ਸਾਂ। ਤੇ ਸਭ ਤੋਂ ਪਹਿਲਾਂ ਤੇ ਧੰਨਵਾਦ ਕਿ ਜਿੰਨੇ ਮਸਰੂਫ ਹੁੰਦੇ ਨੇ ਡਾਕਟਰ ਨੀਤੂ ਅਰੋੜਾ ਹਰੀ ਦੇ ਬਾਵਜੂਦ ਉਹਨਾਂ ਸਾਡੇ ਇਹਨਾਂ ਦੋਨਾਂ ਮੰਚਾਂ ਨੂੰ ਟਾਈਮ ਦਿੱਤਾ। ਮੈਂ ਤੇ ਰਵਿੰਦਰ ਇਹਨਾਂ ਦੇ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਔਰ ਮੈਂ ਸਵਾਗਤ ਕਰਦਾ ਡਾਕਟਰ ਨੀਤੂ ਅਰੋੜਾ ਜੀ ਤੁਹਾਡਾ ਆਪਣੇ ਮੰਚ। ਸ਼ੁਕਰੀਆ। ਮੈਂ ਹਰਵਿੰਦਰ ਹੋਣਾ ਦਾ ਵੀ, ਤੁਹਾਡਾ ਵੀ, ਤੇ ਜਿਹੜੇ ਸੁਣਨ ਵਾਲੇ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਸਾਰਿਆਂ ਨੂੰ ਧੰਨਵਾਦ ਵੀ ਕਰਦੀ ਹਾਂ। ਮੈਂ ਨਾ ਬਿਜ਼ੀ ਨਾਲੋਂ ਵੀ ਜ਼ਿਆਦਾ ਬਿਜ਼ੀ ਹੋਣ ਦਾ ਮੈਂ ਸ਼ਾਇਦ ਕਈ ਵਾਰ ਵਿਖਾਵਾ ਕਰਦੀ ਹਾਂ। ਬਿਜ਼ੀ ਹੋਣ ਨਾਲੋਂ ਵੀ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਤੁਸੀਂ ਵਾਰ-ਵਾਰ ਉਹੀ ਗੱਲਾਂ ਕਿੰਨੀ ਕੁ ਵਾਰ ਕਰ ਸਕਦੇ ਹੋ। ਤਾਂ ਮੈਨੂੰ ਥੋੜਾ ਜਿਹਾ ਉਸ ਕਿਸਮ ਦੇ ਦੁਹਰਾ ਤੋਂ ਥੋੜਾ ਜਿਹਾ ਸਮੱਸਿਆ ਹੁੰਦੀ ਆ, ਜਾਂ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਕੋਲ ਬਹੁਤੀਆਂ ਗੱਲਾਂ ਨਹੀਂ, ਤੇ ਜਿਹੜੀਆਂ ਹੈਗੀਆਂ ਉਨੀਆਂ ਮੈਂ ਕਰ ਲਈਆਂ ਨੇ, ਤੇ ਉਹ ਇੱਕ ਆਪਣੀ ਕਿਸਮ ਦੀ ਇੱਕ ਹੈਜ਼ਿਟੇਸ਼ਨ ਹੁੰਦੀ ਆ। ਤਾਂ ਇਸ ਕਰਕੇ ਕਈ ਵਾਰ ਮੈਂ ਬਿਜ਼ੀ ਹੋਣ ਦਾ ਦਿਖਾਵਾ ਵੀ ਕਰਦੀ ਹਾਂ। ਰਵਿੰਦਰ ਹੋਣਾ ਨੂੰ ਤਾਂ ਮੈਂ ਹਰਵਿੰਦਰ ਨੂੰ ਕਿਹਾ ਵੀ ਸੀਗਾ ਕਿ ਹਰਵਿੰਦਰ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਅਸਲ 'ਚ ਮੈਂ ਕਹਿਣਾ ਇਹ ਚਾਹੁੰਦੀ ਹੁੰਦੀ ਹਾਂ ਵੀ ਮੈਂ ਹੁਣ ਕੀ ਗੱਲਾਂ ਕਰੀ ਜਾਵਾਂ ਹਰ ਵਾਰ। ਸ਼ੁਕਰੀਆ ਜੀ ਸਾਰਿਆਂ ਦਾ ਫਿਰ ਵੀ। ਅੱਛਾ ਜੀ, ਸੁਣਨ ਵਾਲਿਆਂ ਨੇ ਖੁਦ ਫੈਸਲਾ ਕਰਨਾ ਹੈ ਕਿ ਅਸੀਂ ਡਾਕਟਰ ਨੀਤੂ ਅਰੋੜਾ ਦੀਆਂ ਗੱਲਾਂ ਸੁਣਨੇ ਆ ਤੇ ਲੱਗਦਾ ਹੈ ਕਿ ਸਾਡੇ ਘਰ ਦੀਆਂ ਗੱਲਾਂ ਨੇ, ਸਾਡੇ ਜੀਵਨ ਦੀਆਂ ਗੱਲਾਂ ਨੇ। ਔਰ ਮੈਂ ਇਹ ਗੱਲ ਬਿਲਕੁਲ ਮੰਨਣ 'ਚ ਮੈਨੂੰ ਕੋਈ ਸ਼ਰਮ ਨਹੀਂ ਕਿ ਇਹਨਾਂ ਦੀ ਕਵਿਤਾ ਨੇ ਮੇਰੀ ਜ਼ਿੰਦਗੀ ਤੇ ਵੀ ਬਹੁਤ ਸੁਭਾਅ ਲਿਆਂਦਾ ਹੈ, ਉਹ ਤੋਂ ਮੈਂ ਸਿੱਖਿਆ। ਔਰ ਮੈਂ ਸਮਝਣਾ ਕਿ ਅਗਰ ਇਹ ਕੋਈ ਕਵਿਤਾ, ਕਿਸੇ ਕਵਿਤਰੀ ਦੀ ਕੋਈ ਕਲਾਮ ਕਿਸੇ ਜ਼ਿੰਦਗੀ ਬਦਲ ਸਕਦਾ ਹੈ ਤੇ ਉਹਨਾਂ ਕੋਲੋਂ ਜਿੰਨਾ ਵੀ ਸੁਣਿਆ ਜਾਏ ਘੱਟ ਹੈ। ਤੇ ਸਾਡੇ ਸੁਣਨ ਵਾਲੇ ਦੀ ਮੁਹੱਬਤ ਉਹ ਦੱਸਣਗੇ। ਤੇ ਚਾਹੀਦਾ, ਮੇਰੇ ਬਜ਼ੁਰਗ ਕਹਿੰਦੇ ਸਨ ਕਿ ਜਿਹੜਾ ਬੰਦਾ ਆਪ ਕਵੇ ਨਾ ਮੈਂ ਦਰਵੇਸ਼ ਹਾਂ, ਦਰਵੇਸ਼ ਨਹੀਂ ਹੁੰਦਾ। ਤੇ ਤੁਸੀਂ ਚੁੱਕੇ ਤੁਹਾਡੀ ਅੱਜ ਦੀ ਸਾਨੂੰ ਇਹ ਮਜਬੂਰ ਕਰਦੀ ਹੈ ਕਿ ਤੁਹਾਨੂੰ ਬਾਰ-ਬਾਰ ਲਈਏ। ਜਿਵੇਂ ਹੁਣੇ ਗੱਲ ਹੋ ਰਹੀ ਸੀ ਡਾਕਟਰ ਨੀਤੂ ਅਰੋੜਾ ਨਾਲ ਆਫਲਾਈਨ ਕਿ ਤੁਸੀਂ ਡਾਕਟਰ ਕਿਉਂ ਨਹੀਂ ਲਿਖਦੇ, ਤੇ ਉਹਨਾਂ ਦਾ ਕਿੱਡਾ ਸੋਹਣਾ ਜਵਾਬ ਸੀ ਕਿ ਉਹ ਤੇ ਮੇਰੀ ਤਾਲੀਮ ਹੈ, ਕੋਈ ਨਾਂ ਦਾ ਹਿੱਸਾ ਤੇ ਨਹੀਂ। ਤੇ ਜਿਨ੍ਹਾਂ ਨੇ ਨਾਂ ਦਾ ਹਿੱਸਾ ਬਣਾ ਲਿਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਤਾਲੀਮ ਤੁਹਾਡੇ ਕਿਰਦਾਰ 'ਚੋਂ ਨਜ਼ਰ ਆਉਣੀ ਚਾਹੀਦੀ ਹੈ, ਤੁਹਾਡੇ ਅਮਲ 'ਚੋਂ ਨਜ਼ਰ ਆਉਣੀ ਚਾਹੀਦੀ ਹੈ, ਨਾ ਕਿ ਤੁਹਾਡੇ ਵਿਜ਼ਿਟਿੰਗ ਕਾਰਡ ਤੇ। ਇੰਝ ਦੀਆਂ ਬਹੁਤ ਸਾਰੀਆਂ ਗੱਲਾਂ ਇਹਨਾਂ ਦੀਆਂ ਮੈਨੂੰ ਯਾਦ ਰਹਿ ਜਾਂਦੀਆਂ ਨੇ। ਇਹਨਾਂ ਦੀ ਇੱਕ ਨਜ਼ਮ ਤੋਂ ਮੈਂ ਸ਼ੁਰੂ ਕਰਨਾ ਚਾਹਾਂਗਾ। ਸੁਣਨ ਵਾਲੇ ਸਾਡੇ ਨੇ ਉਹ ਚਾਹੁੰਦੇ ਹੁੰਦੇ ਨੇ ਕਿ ਹਰ ਕਲਾਮ ਜਿਹੜਾ ਨਾ ਡਾਕਟਰ ਸਾਹਿਬ ਆਪਣਾ ਖੁਦ ਪੜ੍ਹਨ, ਲੇਕਿਨ ਫਿਰ ਹੋਸਟ ਦਾ ਰੋਲ ਹੀ ਮੁੱਕ ਜਾਂਦਾ ਹੈ। ਤੇ ਇੱਕ ਨਜ਼ਮ ਦਾ ਕੁਝ ਪੋਰਸ਼ਨ ਮੈਂ ਜ਼ਰੂਰ ਪੜ੍ਹਨਾ, ਭਾਵੇਂ ਦੁਬਾਰਾ ਉਹਨਾਂ ਦੇ ਮੂੰਹੋਂ ਤੁਹਾਨੂੰ ਸੁਣਵਾ ਦਾਂਗੇ ਕਿ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉੱਥੇ ਹੌਸਲਾ ਵੀ ਛੋਟਾ ਰਹਿ ਜਾਂਦਾ ਹੈ, ਕਲਪਨਾ ਵੀ, ਹਕੀਕਤ ਵੀ। ਤੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉੱਥੇ ਔਰਤਾਂ ਪਾਗਲ ਹੋ ਜਾਂਦੀਆਂ। ਇਹ ਮੈਂ ਥੋੜਾ ਉਹਦੇ ਚੋਂ ਐਬਸਟ੍ਰੈਕਟ ਪੜ੍ਹਿਆ ਤਾਂ ਕਿ ਅਸਲ ਗੱਲ ਸ਼ਾਇਰ ਖੁਦ ਕਰੇ। ਔਰ ਜਿਹੜੀ ਇਹਨਾਂ ਦੀ ਉਹ ਨਜ਼ਮ ਹੈ ਮੈਨੂੰ ਬਹੁਤ ਪਸੰਦ ਹੈ, ਔਰ ਲਹਿੰਦੇ ਪੰਜਾਬ ਤੋਂ ਇੰਨੀ ਵਾਇਰਲ ਹੋਈ ਕਿ ਮੈਂ ਇੱਕ ਖਤਰਨਾਕ ਔਰਤ ਹਾਂ। ਤੇ ਇੱਕ ਦੋਸਤ ਨੇ ਅੱਜ ਕਹਿ ਦਿੱਤਾ ਕਿ ਜੀ ਤੁਸੀਂ ਕੋਈ ਸਦਕਾ ਦੇ ਕੇ ਜਾਇਓ ਇੱਕ ਖਤਰਨਾਕ ਔਰਤ ਦਾ ਦੂਜੀ ਵਾਰੀ ਇੰਟਰਵਿਊ ਕਰਨ ਲੱਗੇ। ਮੈਂ ਕਿਹਾ ਜਨਾਬ ਉਹ ਖਤਰਨਾਕ ਉਹਨਾਂ ਜਿਸ ਮੈਨੇ ਚ ਕਿਹਾ ਵੇ ਉਸ ਐਸਾ ਕੋਈ ਡਰ ਨਹੀਂ ਹੈਗਾ, ਲੇਕਿਨ ਐਸੀ ਖਤਰਨਾਕ ਹਰ ਔਰਤ ਨੂੰ ਹੋਣਾ ਚਾਹੀਦਾ ਹੈ ਜਿਹੜਾ ਨੀਤੂ ਅਰੋੜਾ ਦੀ ਨਜ਼ਮ ਚੋਂ ਕਵਿਤਾ ਸਾਨੂੰ ਲੱਭਦਾ ਹੈ। ਤੇ ਮੈਂ ਮਿੰਤੀ ਕਰਾਂਗਾ ਕਿ ਅੱਜ ਦਾ ਜਿਹੜਾ ਇਹ ਮੰਚ ਹੈ ਅਗਰ ਉਸ ਨਜ਼ਮ ਤੋਂ ਸ਼ੁਰੂ ਕਰੀਏ ਤੇ ਨਵੇਂ ਸੁਣਨ ਵਾਲਿਆਂ ਨੂੰ ਫੌਰੀ ਤੌਰ ਤੇ ਨੀਤੂ ਅਰੋੜਾ ਬਾਰੇ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੀ ਖਤਰਨਾਕ ਔਰਤ ਨੇ। ਜੀ ਜੀ ਜ਼ਰੂਰ। ਮੈਂ ਹਾਲਾਂਕਿ ਮੈਂ ਇਹ ਕਵਿਤਾ ਬਹੁਤ ਵਾਰ ਪੜ੍ਹੀ ਹੈ, ਪਰ ਮੈਂ ਤੁਹਾਡੇ ਕਹਿਣ ਤੇ ਫਿਰ ਇਹ ਕਵਿਤਾ ਤੁਹਾਨੂੰ ਸੁਣਾ ਦਿੰਨੀ ਹਾਂ ਜੀ। ਇਹ ਕਵਿਤਾ ਹੈ ਸੁਪਨ ਸਾਜ। ਉਹ ਸਮਝਦੇ ਹਨ ਮੈਂ ਖਤਰਨਾਕ ਔਰਤ ਹਾਂ, ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ, ਚੂੜੀਆਂ ਨਹੀਂ ਪਾਉਂਦੀਆਂ, ਗਹਿਣਿਆਂ ਦੀ ਥਾਂ ਕਿਤਾਬਾਂ ਖਰੀਦਦੀਆਂ, ਖਤਰਨਾਕ ਹੁੰਦੀਆਂ। ਔਰਤਾਂ ਜੋ ਸੁਰਖੀ ਨਹੀਂ ਲਾਉਂਦੀਆਂ, ਚੂੜੀਆਂ ਨਹੀਂ ਪਾਉਂਦੀਆਂ, ਗਹਿਣਿਆਂ ਦੀ ਥਾਂ ਕਿਤਾਬਾਂ ਖਰੀਦਦੀਆਂ, ਖਤਰਨਾਕ ਹੁੰਦੀਆਂ। ਜਿਨ੍ਹਾਂ ਦੇ ਪਰਸਾਂ 'ਚ ਕੰਘਾ ਸ਼ੀਸ਼ਾ ਨਹੀਂ, ਕਾਗਜ਼ ਤੇ ਕਲਮਾਂ ਹੁੰਦੀਆਂ, ਅਜਿਹੀਆਂ ਔਰਤਾਂ ਖਤਰਨਾਕ ਹੁੰਦੀਆਂ। ਉਹ ਮੈਨੂੰ ਖਤਰਨਾਕ ਸਮਝ ਮੇਰਾ ਪਿੱਛਾ ਕਰਦੇ ਨੇ, ਮੇਰੇ ਘਰ ਦਾ ਹਰ ਕੋਨਾ ਫਰੋਲਦੇ, ਖਾਲੀ ਹੱਥ ਪਰਤ ਜਾਂਦੇ, ਕਿਤੋਂ ਕੁਝ ਖਤਰਨਾਕ ਨਹੀਂ ਮਿਲਦਾ। ਬਸ ਉਹ ਮੇਰੀਆਂ ਅੱਖਾਂ ਵੱਲ ਵੇਖਣਾ ਭੁੱਲ ਜਾਂਦੇ ਨੇ ਤੇ ਤਲਾਸ਼ੀ ਬਿਨਾਂ
ਬਚੀ ਰਹਿੰਦੀ ਹੈ, ਇਹ ਇੱਕੋ ਇੱਕ ਜਗ੍ਹਾ ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ, ਜਿੱਥੇ ਮੈਂ ਸੁਪਨੇ ਲੁਕੋ ਕੇ ਰੱਖਦੀ ਹਾਂ। ਵਾਹ ਵਾਹ ਵਾਹ, ਸ਼ੁਕਰੀਆ ਜੀ। ਬਹੁਤ ਖੂਬ ਡਾਕਟਰ ਸਾਹਿਬ। ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿੰਨੀ ਵਾਰੀ ਸੁਣੀਏ ਨਾ ਉਨੀ ਵਾਰੀ ਚੰਗੀਆਂ ਲੱਗਦੀਆਂ, ਕਿਉਂਕਿ ਉਹਦੀ ਕਮੀ ਹੁੰਦੀ ਸਮਾਜ 'ਚ ਨਾ। ਤੇ ਜਿਹੜਾ ਤੁਸੀਂ ਜਿਹੜਾ ਤੁਹਾਡਾ ਸਟੇਟਮੈਂਟ ਹੈ, ਜਿਹੜਾ ਕਵੀ ਦੇ ਬਾਰੇ ਤੁਸੀਂ ਕਿਹਾ ਹੈ, ਤੇ ਇੰਨੀ ਸੋਹਣੀ ਗੱਲ ਹੈ ਕਿ ਜੋ ਕਵੀ ਤਾਂ ਹੀ ਜੇ ਛੋਟਾ ਹੋਵੇ ਤਾਂ ਲੱਗਦਾ ਹੈ ਕਿ ਉਹਦਾ ਜ਼ਾਤੀ ਜੁਰਮ ਨਹੀਂ ਹੈਗਾ, ਉਹ ਪੂਰੇ ਮੁਆਸ਼ਰੇ ਦਾ ਜੁਰਮ ਬਣ ਜਾਂਦਾ ਹੈ। ਤੇ ਮੈਨੂੰ ਤੇ ਨਜ਼ਮਾਂ ਪੂਰਾ ਕਿਉਂਕਿ ਨੀਤੂ ਅਰੋੜਾ ਦੇ ਉਸਤਾਦ ਵੀ ਨੇ, ਅਸਿਸਟੈਂਟ ਪ੍ਰੋਫੈਸਰ ਨੇ, ਯੂਨੀਵਰਸਿਟੀ ਪੜ੍ਹਾਉਂਦੇ ਨੇ। ਇਹਦੇ ਨਾਲ 5 ਕਿਤਾਬਾਂ ਉਹ ਸੁਲੇਖ ਦੀ ਝੋਲੀ ਪਾ ਚੁੱਕੇ ਨੇ। 4 ਕਿਤਾਬਾਂ ਇਹਨਾਂ ਦੀਆਂ ਤਖਲੀਕੀ ਨੇ, ਔਰ ਇੱਕ ਸ਼ਾਇਦ ਇਹਨਾਂ ਅਨੁਵਾਦ ਕੀਤਾ ਹੈ। ਔਰ ਫਿਰ ਜਿਹਨਾਂ ਦਾ ਖਾਸ ਇਹਨਾਂ ਦਾ ਜਿਹੜਾ ਮੇਰੀ ਜੁੜਤ ਹੈ, ਅੱਜ ਮੈਂ ਇਹਨਾਂ ਦਾ ਜਿਹੜਾ ਪੋਸਟਰ ਰਵਿੰਦਰ ਨੇ ਬਣਾਇਆ ਉਹ ਪੜ੍ਹ ਰਿਹਾ ਸਾਂ ਕਿ ਬਹੁਤ ਘੱਟ ਹੁੰਦਾ ਹੈ ਕਿ ਤੁਸੀਂ ਜਿਹਦਾ ਇੰਟਰਵਿਊ ਕਰਨ ਜਾ ਰਹੇ ਹੋ, ਤੁਹਾਡੀਆਂ ਸਾਰੀਆਂ ਗੱਲਾਂ ਉਹਦੇ ਨਾਲ ਰਲਦੀਆਂ ਹੋਣ, ਜਿਵੇਂ ਕੋਈ ਸਕੇ ਭੈਣ ਭਰਾ ਹੋਣ। ਮੈਂ ਵੀ ਕਿਉਂਕਿ ਜੈਂਡਰ ਟ੍ਰੇਨਰ ਹਾਂ, ਔਰਤ ਦੀ ਰਾਈਟਸ ਦੀ ਗੱਲ ਕਰਨਾ, ਮੈਂ ਹਮੇਸ਼ਾ ਸਮਾਜਿਕ ਵਰਕਰ ਰਹਿਣਾ ਪਸੰਦ ਕਰਨਾ, ਔਰ ਪੰਜਾਬੀ ਸ਼ਾਇਰ ਵੀ ਹਾਂ, ਔਰ ਇਹਦੇ ਨਾਲ ਖਵਾਤੀਨ ਦੇ ਹਕੂਕ ਦੀ ਗੱਲ ਕਰਨ ਦੀ ਵੀ ਜਿਹੜੀ ਮੈਨੂੰ ਆਦਤ ਹੈ। ਔਰ ਮੈਂ ਚੂੰਕਿ ਸਮਝਦਾ ਕਿ ਮੇਰੀ ਝਾਤੀ ਪੈ ਗਈ ਹੈ ਕਿ ਔਰਤ ਦਾ ਜਿਹੜਾ ਮੌਜੂਦਾ ਮੁਕਾਮ ਹੈ ਉਹ ਨਾ ਇਨਸਾਫੀ ਤੇ ਮਬਣੀ ਹੈ। ਇਸ ਤੋਂ ਮੈਂ ਹਮੇਸ਼ਾ ਗੱਲ ਕਰਨਾ ਕਿ ਉਹਨੂੰ ਉਹਦਾ ਮੁਕਾਮ ਮਿਲਣਾ ਚਾਹੀਦਾ। ਇਹ ਸਾਰੇ ਕੰਮ ਵੀ ਨੀਤੂ ਅਰੋੜਾ ਵੀ ਕਰਦੀਆਂ ਨੇ। ਤੇ ਮੈਂ ਪੁੱਛਾਂਗਾ ਕਿ ਇਹਨਾਂ ਨੂੰ ਮੁਸ਼ਕਿਲ ਨਹੀਂ ਪੇਸ਼ ਆਉਂਦੀ ਆਪਣੇ ਮੁਆਸ਼ਰੇ 'ਚ, ਆਪਣੀ ਯੂਨੀਵਰਸਿਟੀ 'ਚ, ਆਪਣੇ ਘਰ 'ਚ, ਜਦੋਂ ਤੁਸੀਂ ਔਰਤ ਮਰਦ ਦਾ ਜਿਹੜਾ ਮੌਜੂਦਾ ਸਟੇਟਸ ਉਹਨੂੰ ਚੈਲੰਜ ਕਰਦੇ ਹੋ? ਜੀ ਮੁਸ਼ਕਿਲ ਤਾਂ ਦੇਖੋ, ਜਿਹੜਾ ਸਾਡਾ ਆਲਾ ਦੁਆਲਾ ਜਿਹੜੀਆਂ ਚੀਜ਼ਾਂ ਦਾ ਬਣਿਆ ਹੋਇਆ, ਜਦੋਂ ਤੁਸੀਂ ਉਹਦੇ ਤੇ ਕੋਈ ਸਵਾਲ ਖੜੇ ਕਰਦੇ ਹੋ, ਉਹਨੂੰ ਇੰਟੈਰੋਗੇਟ ਕਰਦੇ ਹੋ ਸਿਸਟਮ ਨੂੰ, ਤਾਂ ਮੁਸ਼ਕਿਲਾਂ ਤਾਂ ਹੋਣੀਆਂ ਲਾਜ਼ਮੀ ਨੇ। ਮੈਨੂੰ ਲੱਗਦਾ ਹੈ ਕਿ ਇਹ ਤਾਂ ਤੁਹਾਡੇ ਸਵਾਲ 'ਚ ਹੀ ਦਾ ਆਨਸਰ ਪਿਆ ਕਿ ਮੁਸ਼ਕਿਲਾਂ ਤੋਂ ਬਿਨਾਂ ਤਾਂ ਫਿਰ ਕਿਸੇ ਕਿਸਮ ਦੇ ਸੰਘਰਸ਼ ਹੋ ਹੀ ਨਹੀਂ ਸਕਦੇ। ਪਰ ਤੁਸੀਂ ਉਹਨਾਂ ਮੁਸ਼ਕਿਲਾਂ ਦੇ ਨਾਲ, ਕਈ ਵਾਰ ਇਹ ਹੁੰਦਾ ਕਿ ਤੁਹਾਨੂੰ ਉਹਨਾਂ ਮੁਸ਼ਕਿਲਾਂ ਦੇ ਨਾਲ ਜਿਉਣ ਦੀ ਹੀ ਆਦਤ ਪੈ ਜਾਂਦੀ ਹੈ। ਜਿਵੇਂ ਪੰਜਾਬੀ ਦੀ ਇੱਕ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਹੁਣਾਂ ਦਾ ਇੱਕ ਸ਼ੇਅਰ ਆ ਕਿ ਜਿਉਂਦੇ ਹਾਂ ਉਦੋਂ ਵੀ ਜਿਉਂਦਾ ਹੈ ਪਰ ਲੁਤਫ ਨਹੀਂ ਆਉਂਦਾ, ਬੜੀ ਮੁਸ਼ਕਿਲ 'ਚ ਹੁੰਦੇ ਹਾਂ ਜਦੋਂ ਕੋਈ ਮੁਸ਼ਕਿਲ ਨਹੀਂ ਹੁੰਦੀ। ਸੋ ਇਸ ਕਰਕੇ ਕਈ ਵਾਰ ਤੁਸੀਂ ਮੁਸ਼ਕਿਲਾਂ ਸਾਨੂੰ ਹੁੰਦੀਆਂ ਨੇ, ਨੈਚੁਰਲੀ ਹੁੰਦੀਆਂ ਨੇ, ਪਰ ਜਿਹੜਾ ਜੇ ਚੀਜ਼ਾਂ ਨੂੰ ਅਸੀਂ ਇੰਨ ਬਿੰਨ ਸਵੀਕਾਰ ਕਰ ਲਈਏ, ਉਹਦੇ 'ਚ ਕਿਹੜਾ ਘੱਟ ਮੁਸ਼ਕਿਲ ਹੈ। ਮਤਲਬ ਜੇ ਅਸੀਂ ਉਵੇਂ ਜਿਉਣਾ ਤਾਂ ਉਹ ਤਾਂ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ। ਇਸ ਕਰਕੇ ਦੋਨਾਂ ਤਰ੍ਹਾਂ ਦੀਆਂ ਮੁਸ਼ਕਿਲਾਂ 'ਚ ਤੁਸੀਂ ਇੱਕ ਤਰ੍ਹਾਂ ਦੀ ਮੁਸ਼ਕਿਲ ਦੀ ਚੋਣ ਕਰਨੀ ਹੈ, ਪਰ ਉਹਦੇ ਵਿੱਚ ਇਹ ਹੈ ਕਿ ਤੁਸੀਂ ਚੀਜ਼ਾਂ ਨੂੰ ਬਦਲ ਪਾਓਗੇ। ਤੁਹਾਡੇ ਕੋਲ ਉਸ ਤਰ੍ਹਾਂ ਦੀ ਖੁਸ਼ੀ ਵੀ ਹੁੰਦੀ ਹੈ ਕਿ ਤੁਸੀਂ ਤਬਦੀਲੀ ਲਈ ਕੰਮ ਕਰ ਰਹੇ ਹੋ। ਇਸ ਕਰਕੇ ਮੈਨੂੰ ਲੱਗਦਾ ਕਿ ਉਹ ਮੁਸ਼ਕਿਲਾਂ ਸਹਿ ਲੈਣੀਆਂ ਚਾਹੀਦੀਆਂ ਹੁੰਦੀਆਂ ਨੇ। ਵਾਹ ਵਾਹ ਵਾਹ। ਅੱਛਾ, ਤੁਸੀਂ ਅਸਵਦਾ ਹੀ ਲਫ਼ਜ਼ ਹੈ ਨਾ ਜੀ ਮੇਰਾ ਜ਼ਰਾ ਜੀ, ਅਸੁਵਿਧਾ ਮਤਲਬ ਇਨਕਨਵੀਨੀਅੰਸ। ਹਾਂ, ਉਹ ਪੇਜ ਵੀ ਮੈਂ ਦੇਖਦਾ ਰਹਿਣਾ। ਤੁਸੀਂ ਬੜੇ ਅੱਛੇ ਤੁਸੀਂ ਸੱਦਦੇ ਹੋ ਤੇ ਆਪਣਾ ਜਿਹੜੇ ਸਪੀਕਰ ਨੇ, ਔਰ ਬਹੁਤ ਨਵੀਆਂ ਗੱਲਾਂ ਉੱਥੇ ਸਾਨੂੰ ਸੁਣਨ ਨੂੰ ਲੱਭਦੀਆਂ ਨੇ। ਤੇ ਉਹ ਤੁਸੀਂ ਖੁਦ ਮੈਨੇਜ ਕਰਦੇ ਹੋ, ਕਾਲਜ ਪੜ੍ਹਾਉਂਦੇ ਹੋ, ਘਰ ਦੀ ਵੀ ਜ਼ਿੰਮੇਵਾਰੀਆਂ ਤੁਹਾਡੇ ਤੇ ਹੈ ਨੇ, ਤੇ ਇੰਨਾ ਕੁਝ ਮੈਨੇਜ ਕਿਵੇਂ ਕਰਦੇ ਹੋ? ਇਹ ਸਾਨੂੰ ਦੱਸੋ ਕਿ ਸ਼ਡਿਊਲ ਬਣਾ ਕੇ ਨਿਕਲਦੇ ਹੋ ਕਿ ਨਾਲ ਕੋਈ ਸਟਾਫ ਹੈ ਤੁਹਾਡੇ ਜਿਹੜਾ ਮੈਨੇਜ ਕਰਦਾ ਹੈ? ਇਹ ਕੋਈ ਸਾਨੂੰ ਇਹ ਜ਼ਰੂਰ ਦੱਸੋ। ਬਹੁਤੇ ਕੰਮ ਮੈਂ ਅਸੁਵਿਧਾ ਨਾਲ ਜੁੜੇ ਹੋਏ ਮੇਰੇ ਨਾਲ ਹੋਰ ਮੇਰੀਆਂ ਸਾਥਣਾਂ ਕੁੜੀਆਂ ਨੇ ਜਿਹੜੀਆਂ ਮੈਨੂੰ ਮਦਦ ਕਰਦੀਆਂ ਨੇ, ਪਰ ਬਹੁਤਾ ਕੰਮ ਟੈਕਨੀਕਲ ਕੰਮ ਬਹੁਤੇ ਮੈਂ ਆਪ ਹੀ ਕਰਦੀ ਹਾਂ। ਤੇ ਮੇਰੇ ਨਾਲ ਕੁਝ ਮੇਰੇ ਵਿਦਿਆਰਥੀ ਵੀ ਕੰਮ ਕਰਦੇ ਨੇ। ਪਰ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਜ਼ਿੰਮੇਵਾਰੀਆਂ ਚੱਕਦੇ ਹੋ ਤਾਂ ਫਿਰ ਤੁਹਾਨੂੰ ਥੋੜਾ ਜਿਹਾ ਵੱਧ ਐਨਰਜੀ ਲਾਉਣੀ ਪੈਂਦੀ ਹੈ ਜਾਂ ਵੱਧ ਕੰਮ ਕਰਨੇ ਪੈਂਦੇ ਆ। ਤੇ ਜੌਬ ਅਸਲ 'ਚ ਜਿਨ੍ਹਾਂ ਦਿਨਾਂ 'ਚ ਅਸੀਂ ਇਹ ਪੇਜ ਸ਼ੁਰੂ ਕੀਤੇ ਸੀ, ਉਹਨਾਂ ਦਿਨਾਂ 'ਚ ਬਹੁਤਾ ਉਸ ਤਰ੍ਹਾਂ ਕਲਾਸਿਸ ਵਗੈਰਾ ਨਹੀਂ ਸੀ। ਲੋਕਡਾਊਨ 'ਚ ਅਸੀਂ ਵਿਹਲੇ ਸੀ, ਤਾਂ ਉਸ ਸਮੇਂ ਦਾ ਸਦਉਪਯੋਗ ਕਰਨ ਦੇ ਯਤਨਾਂ 'ਚ ਵੀ ਉਹ ਹੋਇਆ ਸੀ। ਤੇ ਹੁਣ ਨੈਚੁਰਲੀ ਜਦੋਂ ਦੀਆਂ ਕਲਾਸਿਸ ਸ਼ੁਰੂ ਹੋਈਆਂ ਨੇ, ਨਵਾਂ ਸੈਸ਼ਨ ਸ਼ੁਰੂ ਹੋਇਆ, ਤਾਂ ਮੈਨੂੰ ਥੋੜਾ ਔਖਾ ਵੀ ਲੱਗ ਰਿਹਾ ਚੀਜ਼ਾਂ ਨੂੰ ਮੈਨੇਜ ਕਰਨਾ, ਕਿਉਂਕਿ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਕੋਲ ਵਕਤ ਦੇ ਘੰਟੇ ਤਾਂ ਉਹੀ ਨੇ, ਤੇ ਤੁਸੀਂ ਇੱਕ ਚੀਜ਼ ਚੋਂ ਸਮਾਂ ਚੁਰਾ ਕੇ ਹੀ ਦੂਜੀ ਚੀਜ਼ ਨੂੰ ਸਮਾਂ ਦੇ ਪਾਉਂਗੇ। ਤੇ ਔਰਤ ਦੀ ਜਿਸ ਕਿਸਮ ਦੀ ਆਪਣੇ ਘਰ 'ਚ ਜ਼ਿੰਦਗੀ ਹੁੰਦੀ ਆ, ਜਿਵੇਂ ਉਹਨੇ ਜਿਸ ਕਿਸਮ ਦੇ ਰਸੋਈ ਜਿੰਨਾ ਸਮਾਂ ਲੈਂਦੀ ਆ ਔਰਤ ਦਾ, ਜਾਂ ਘਰ ਦੇ ਹੋਰ ਕੰਮਕਾਰ, ਉਹਨੇ ਤਾਂ ਵੈਸੇ ਸਾਰਾ ਕੁਛ ਹੀ ਚੋਰੀ ਕਰਨਾ ਹੁੰਦਾ। ਉਹਨੇ ਤਾਂ ਮੈਨੂੰ ਲੱਗਦਾ ਵੀ ਜੌਬ ਦਾ ਸਮਾਂ ਵੀ ਉਹਦੇ 'ਚ ਚੁਰਾਉਣਾ ਹੁੰਦਾ ਤੇ ਐਕਸਟਰਾ ਕੰਮ ਦਾ ਵੀ ਚੋਰੀ ਕਰਨਾ ਹੁੰਦਾ। ਮੇਰੇ ਲਈ ਥੋੜਾ ਜਿਹਾ ਪਤਾ ਨਹੀਂ, ਇਹ ਮਤਲਬ ਇਹ ਕੁਦਰਤ ਦਾ ਵਰਦਾਨ ਹੈ ਕਿ ਮੈਂ ਮਦਰ ਨਹੀਂ ਹਾਂ।
ਇਹਨੂੰ ਮੈਂ ਜਦੋਂ ਕਦੇ-ਕਦੇ ਕੌਨਸ਼ੀਅਸਲੀ ਕਦੇ-ਕਦੇ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੁੰਦਾ ਕਿ ਮੈਂ ਕਿਉਂ ਨਹੀਂ ਆ ਮਤਲਬ, ਪਰ ਮੈਂ ਕਦੇ-ਕਦੇ ਇਵੇਂ ਵੀ ਸੋਚਦੀ ਹਾਂ ਵੀ ਇਹ ਕੁਦਰਤ ਦਾ ਇੱਕ ਵਰਦਾਨ ਹੈ, ਕਿਉਂਕਿ ਜਦੋਂ ਔਰਤ ਮਾਂ ਬਣ ਜਾਂਦੀ ਹੈ ਤਾਂ ਫਿਰ ਉਹਦੀਆਂ ਜਿਸ ਕਿਸਮ ਦੀਆਂ ਜ਼ਿੰਮੇਵਾਰੀਆਂ ਸਾਡੇ ਸਿਸਟਮ ਦੇ ਵਿੱਚ ਹੈਗੀਆਂ ਨੇ, ਜਿੰਨਾ ਵੱਧ ਉਹਨੂੰ ਘਰ 'ਚ ਉਹਦੀ ਇਨਵੋਲਵਮੈਂਟ ਚਾਹੀਦੀ ਹੁੰਦੀ ਆ, ਮੈਂ ਉਹਦੇ ਤੋਂ ਸ਼ਾਇਦ ਹਲੇ ਸੁਰਖਰੂ ਆ, ਮੈਨੂੰ ਲੱਗਦਾ, ਜਿਹਦੇ ਕਰਕੇ ਮੈਂ ਕੁਝ ਚੀਜ਼ਾਂ ਕਰ ਪਾਉਣੀ ਆ। ਤਾਂ ਠੀਕ ਹੈ, ਚੱਲ ਰਿਹਾ, ਪਰ ਇਹ ਹਮੇਸ਼ਾ ਹੀ ਮੈਨੂੰ ਖਿਆਲ 'ਚ ਰਹਿੰਦਾ ਹੈ ਕਿ ਤੁਸੀਂ ਇੱਕ ਚੀਜ਼ 'ਚੋਂ ਚੁਰਾ ਕੇ ਹੀ ਦੂਜੀ ਚੀਜ਼ ਨੂੰ ਦੇਣਾ ਹੈ। ਇਸ ਤਰ੍ਹਾਂ ਦੀ ਭੱਜ ਦੌੜ ਜ਼ਰੂਰ ਬਣੀ ਰਹਿੰਦੀ ਹੈ। ਵਾਹ ਵਾਹ, ਅੱਛਾ ਮੈਂ ਸਮਝਦਾ ਜੀ ਇਹਦਾ ਤੁਸੀਂ ਦੱਸਿਆ ਇਹਦਾ ਸਾਡੇ ਦੋਸਤ ਨੇ ਰਿਫਤ ਸ਼ਮਸ, ਪਾਕਿਸਤਾਨ ਲੈਂਦੇ, ਪੰਜਾਬ ਪਾਕਿਸਤਾਨ 'ਚ ਬੜਾ ਇਹਨਾਂ ਦਾ ਕੰਮ, ਇੰਟਰਨੈਸ਼ਨਲ ਟ੍ਰੇਨਰ ਨੇ, ਔਰ ਇਹ ਵੀ ਨਾਰੀ ਕੀ ਤੁਸੀਂ ਕਹਿੰਦੇ ਹੋ ਤਰਜਮਾ ਉਹਨੂੰ ਜੀ, ਫੈਮਿਨਿਜ਼ਮ ਨਾਰੀਵਾਦ ਹਾਂਜੀ ਨਾਰੀਵਾਦ ਨੇ, ਤੇ ਮੈਂ ਤੁਹਾਨੂੰ ਕੁਝ ਚੀਜ਼ਾਂ ਸਿੱਖ ਰਿਹਾ ਇਸ ਬਾਰੇ, ਤੁਸੀਂ ਮੇਰੇ ਉਸਤਾਦ ਵੀ ਬਣ ਗਏ। ਤੁਹਾਨੂੰ ਅਸਲ 'ਚ ਸਾਰਿਆਂ ਦੀ ਮਾਂ ਦਾ ਇੱਕ ਰੋਲ ਅਦਾ ਕਰਨਾ ਸੀ ਸੁਸਾਇਟੀ ਦਾ, ਤਾਂ ਸ਼ਾਇਦ ਤੁਹਾਨੂੰ ਨੇਚਰ ਨੇ ਚੁਣ ਲਿਆ ਸੀ ਕਿ ਤੁਸੀਂ ਸਭ ਦੀ ਇੱਜ਼ਤ ਕਰੋ ਔਰ ਸਭ ਤੱਕ ਇਹ ਗੱਲ ਪਹੁੰਚਾਓ। ਰੰਜੇਸ਼ ਜਸ ਨੇ, ਦਰਵਿੰਦਰ ਔਰ ਮਲਕ ਇਰਸ਼ਾਦ ਹਰੀ, ਸੁਰਿੰਦਰਪ੍ਰੀਤ ਕਣੀਆਂ ਹਰੀ ਔਰ ਸਰਵਾਨ ਵੀਰ ਸਿੰਘ, ਦੀਪਕ ਧੀਮਾਨ, ਸ਼ਾਹਦ ਗੁਰਾਇਆ, ਹਰਵਿੰਦਰ ਮਾਨ। ਅੱਛਾ, ਅਗਰ ਕੋਈ ਮੇਰਾ ਤਲਫਜ਼ ਦੂਰ ਹੋ ਜਾਏ ਤਾਂ ਮਾਫੀ ਚਾਹਨਾ। ਨਵੀਂ ਭਰਪਾ ਤੁਹਾਡੇ ਨਾਲ ਬਣੀ, ਤੁਹਾਡੇ ਨਾਮ ਵੀ ਯਾਦ ਹੋ ਜਾਣਗੇ। ਸੇਵਾ ਸਿੰਘ ਵੀ ਬੜਾ ਵਡਿਆ ਰਹੇ ਨੇ ਤੁਹਾਡੇ ਪ੍ਰੋਗਰਾਮ ਨੂੰ, ਤੇ ਅਸੀਂ ਜ਼ਿਆਦਾ ਨਾਂ ਨਹੀਂ ਲੈ ਸਕਦੇ ਹੁੰਦੇ, ਲੇਕਿਨ ਸ਼ੁਰੂ 'ਚ ਔਰ ਆਖਰ 'ਚ ਮੈਂ ਕੋਸ਼ਿਸ਼ ਕਰਨਾ ਕਿ ਜਿਹੜੇ ਦੋਸਤ ਜੁੜੇ ਹੋਏ ਨੇ ਔਰ ਇਹਨਾਂ ਗੱਲਾਂ ਨੂੰ ਪਸੰਦ ਕਰ ਰਹੇ ਨੇ, ਉਹਨਾਂ ਦਾ ਜ਼ਰੂਰ ਨਾਂ ਲਿੱਤੇ ਜਾਣ। ਅੱਛਾ, ਤੁਸੀਂ ਸਮਝਦੇ ਹੋ ਕਿ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਸ ਮੁਆਸ਼ਰੇ 'ਚ, ਜਿਵੇਂ ਤੁਸੀਂ ਦੱਸਿਆ ਕਿ ਇੰਨੇ ਕੰਮ ਤੁਸੀਂ ਕਰਦੇ ਹੋ, ਅਸੀਂ ਇਹ ਕਾਮਯਾਬੀ ਦਾ ਮਿਆਰ ਇਹ ਵੀ ਸਮਝਦੇ ਹਾਂ ਕਿ ਨੀਤੂ ਅਰੋੜਾ ਦਾ ਕੰਮ ਲੋਕਾਂ ਨੂੰ ਬਹੁਤ ਪਸੰਦ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਦਿਲ ਦੀ ਆਵਾਜ਼ ਹੈ ਔਰ ਜਿਵੇਂ ਇਹਦਾ ਮੁਆਸ਼ਰਾ ਹੋਣਾ ਚਾਹੀਦਾ ਹੈ ਸਾਡੀ ਝਾਤੀ ਪਵਾਉਂਦੇ ਨੇ। ਤੇ ਕਿਆ ਤੁਸੀਂ ਕਦੇ ਇਹ ਵੀ ਸੋਚਿਆ ਕਿ 2-4 ਨੀਤੂ ਅਰੋੜਾ ਹੋਰ ਬਣਾ ਦੇਵਾਂ ਤਾਂ ਕਿ ਮੇਰਾ ਕੰਮ ਘਟ ਜਾਵੇ? ਆਪਣੇ ਸ਼ਾਗਿਰਦਾਂ 'ਚ ਕੋਈ ਟ੍ਰੇਨਿੰਗ ਕਰੋ, ਮੈਂਟਰਿੰਗ, ਕਿ ਨੀਤੂ ਅਰੋੜਾ ਹੋਰ ਨਜ਼ਰ ਆਓ। ਬਿਲਕੁਲ, ਮਤਲਬ ਨੀਤੂ ਅਰੋੜਾ ਤਾਂ ਨਹੀਂ ਮੈਂ ਕਹਿੰਦੀ ਵੀ ਮੈਂ ਨੀਤੂ ਅਰੋੜਾ ਹੋਰ ਬਣਾ ਦਾਂ। ਮੈਨੂੰ ਆਪਣੀਆਂ ਘਾਟਾਂ, ਕਮੀਆਂ, ਕਮਜ਼ੋਰੀਆਂ ਪਤਾ ਨੇ, ਤੇ ਮੈਂ ਜੇ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਇਹ ਕਹਿਣੀ ਚਾਹੁੰਦੀ ਹਾਂ ਕਿ ਮੇਰੇ ਵਿਦਿਆਰਥੀ ਮੇਰੇ ਤੋਂ ਬਿਹਤਰ ਬਣਨ, ਔਰ ਅਗਲੀਆਂ ਜਨਰੇਸ਼ਨਸ ਨੇ ਬਿਨਾਂ ਸ਼ੱਕ ਅੱਗੇ ਜਾਣਾ ਹੁੰਦਾ। ਸੋ ਮੈਂ ਕੋਈ ਆਈਡੀਅਲ ਨਹੀਂ ਹਾਂ, ਤੇ ਨਾ ਹੀ ਹੋਣਾ ਚਾਹੁੰਦੀ ਹਾਂ, ਨਾ ਮੈਂ ਆਪ ਕਿਸੇ ਨੂੰ ਆਈਡੀਅਲ ਮੰਨਦੀ ਹਾਂ ਉਵੇਂ, ਤੇ ਨਾ ਹੀ ਮੈਂ ਚਾਹੁੰਦੀ ਹਾਂ ਕਿ ਮੈਂ ਕਿਸੇ ਦਾ ਆਈਡੀਅਲ ਹੋਵਾਂ। ਤੇ ਪਰ ਮੈਨੂੰ ਜਿਹੜੀ ਤਬਦੀਲੀ ਦੇ ਵਿੱਚ ਜਾਂ ਜਦੋਂ ਮੈਂ ਦੇਖਦੀ ਹਾਂ ਆਲੇ ਦੁਆਲੇ ਆਪਣੇ ਮਾੜੇ ਮੋਟੇ ਜਿੰਨਾ ਤਿਲ ਫੁੱਲ ਮੈਂ ਕਰ ਪਾਉਣੀ ਆ ਉਸ ਕੰਮ ਦਾ ਪ੍ਰਭਾਵ, ਤਾਂ ਉਹਦੇ ਚੋਂ ਜਿਹੜੀਆਂ ਯੰਗ ਜਨਰੇਸ਼ਨ ਦੀਆਂ ਕੁੜੀਆਂ ਜਦੋਂ ਮੈਨੂੰ ਮੈਸੇਜ ਕਰਦੀਆਂ ਨੇ, ਜਦੋਂ ਮੇਰੇ ਨਾਲ ਗੱਲ ਕਰਦੀਆਂ ਨੇ ਕਿ ਮੇਰੇ ਉਸ ਤਿਲ ਫੁੱਲ ਕੰਮ ਦਾ, ਮੇਰੀ ਕਿਸੇ ਕਵਿਤਾ ਦਾ ਉਹਨਾਂ ਲਈ, ਮੇਰੇ ਕਿਸੇ ਅਨੁਵਾਦ ਦਾ ਕੀ ਅਰਥ ਹੈ, ਜਦੋਂ ਮੈਨੂੰ ਉਹ ਮਤਲਬ ਮੈਸੇਜ ਕਰਦੀਆਂ ਨੇ, ਟੈਕਸਟ ਕਰਦੀਆਂ ਨੇ, ਉਹ ਮੇਰੇ ਲਈ ਐਕਸਟ੍ਰੀਮ ਖੁਸ਼ੀ ਦਾ ਸੋਮਾ ਹੁੰਦਾ। ਸਿਰਫ ਕੁੜੀਆਂ ਹੀ ਨਹੀਂ, ਮੇਰੇ ਵਿਦਿਆਰਥੀ ਮੁੰਡੇ ਵੀ, ਮਤਲਬ ਮੇਰੇ ਜਿਹੜੇ ਲੜਕੇ ਜਿਨ੍ਹਾਂ ਨੂੰ ਮੈਂ ਪੜ੍ਹਾਉਣੀ ਆ, ਬੱਚੇ, ਉਹ ਵੀ ਫੈਮਿਨਿਸਟ ਨੇ। ਮੇਰੇ ਲਈ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਮੈਂ ਮੁੰਡੇ ਫੈਮਿਨਿਸਟ ਪੈਦਾ ਕੀਤੇ ਨੇ। ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰ ਸਕਦੀ ਹਾਂ ਕਿ ਮੇਰੇ ਜਿਹੜੇ ਵਿਦਿਆਰਥੀ ਨੇ, ਮੇਰੇ ਤੋਂ ਪੜ੍ਹਦੇ ਨੇ, ਸਾਰੇ ਤਾਂ ਨਹੀਂ ਮੈਂ ਕਹਿ ਸਕਦੀ ਕਿ ਮੈਂ ਸਾਰਿਆਂ ਨੂੰ ਫੈਮਿਨਿਸਟ ਬਣਾ ਸਕੀ ਹੋਊਂਗੀ, ਪਰ ਉਹ ਇੰਨੇ ਸੈਂਸਿਟਿਵ ਹੋ ਜਾਂਦੇ ਨੇ ਵਿਮਨ ਨੂੰ ਲੈ ਕੇ। ਕਈਆਂ ਨੇ ਪਿਛਲੇ ਦਿਨਾਂ 'ਚ ਮੁੰਡਿਆਂ ਨੇ ਇਹੋ ਜਿਹੀਆਂ ਪੋਸਟਾਂ ਪਾਈਆਂ ਕੁੜੀਆਂ ਦੇ ਹੱਕ 'ਚ, ਜਿਹੜੇ ਕਿ ਮੇਰੇ ਸਟੂਡੈਂਟ ਸੀ। ਉਹ ਲਿਖਦੇ ਨੇ, ਕੁੜੀਆਂ ਲਈ ਕਵਿਤਾਵਾਂ ਲਿਖਦੇ ਨੇ, ਕੁੜੀਆਂ ਦੇ ਹੱਕ ਲਈ ਲਿਖਦੇ ਨੇ, ਤੇ ਮੈਨੂੰ ਲੱਗਦਾ ਵੀ ਇੱਥੇ ਜਾ ਕੇ ਅਸਲ 'ਚ ਚੀਜ਼ਾਂ ਸਾਮੀਆਂ ਹੋਣੀਆਂ ਨੇ, ਜਦੋਂ ਤੱਕ ਅਸੀਂ ਮੁੰਡਿਆਂ ਨੂੰ ਫੈਮਿਨਿਸਟ ਨਹੀਂ ਬਣਾਉਂਦੇ ਹੈਗੇ। ਕੁੜੀਆਂ ਨੇ ਤਾਂ ਆਪਣੀ ਲੋੜ 'ਚੋਂ ਬਣਨਾ, ਪਰ ਮੁੰਡਿਆਂ ਨੇ ਆਪਣਾ ਬਹੁਤ ਕੁਝ ਛੱਡ ਕੇ ਫੈਮਿਨਿਸਟ ਬਣਨਾ। ਤੇ ਮੈਂ ਜਦੋਂ ਆਪਣੇ ਵਿਦਿਆਰਥੀਆਂ ਨਾਲ ਕੰਮ ਕਰਦੀ ਹਾਂ, ਮੇਰੇ ਬੱਚੇ ਆ ਕੇ ਮੈਨੂੰ ਦੱਸਦੇ ਆ, ਹੁਣ ਮੈਂ ਕੱਲ ਪਰਸੋਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਣੀ ਹੈ ਕਿ ਮੇਰਾ ਇੱਕ MA ਦਾ ਵਿਦਿਆਰਥੀ ਮੈਨੂੰ ਮਿਲਣ ਆਇਆ। ਮੈਂ ਉਹਨੂੰ ਕਿਹਾ ਵੀ ਤੂੰ ਲੋਕਡਾਊਨ 'ਚ ਕੀ ਕਰਦਾ ਰਿਹਾ? ਉਹ ਕਹਿੰਦਾ ਵੀ ਮੈਡਮ ਮੈਂ 1-2 ਤਾਂ ਕਿਤਾਬਾਂ ਪੜ੍ਹੀਆਂ, ਮੈਂ ਘੱਟ ਪੜ੍ਹ ਪਾਇਆ, ਪਰ ਕਹਿੰਦਾ ਵੀ ਮੈਂ ਆਪਣੀ ਮਦਰ ਨਾਲ ਵੀ ਕੰਮ ਕਰਾਉਂਦਾ ਰਿਹਾ ਤੇ ਹੋਰ ਸਾਰਾ ਕੁਛ। ਮੈਂ ਕਿਹਾ ਵੀ ਉਹਨੂੰ ਮੈਂ ਪੁੱਛਿਆ ਵੀ ਪਿਛਲੇ ਸਾਲ ਆਪਾਂ MA ਫਸਟ ਈਅਰ 'ਚ ਤੂੰ ਸਾਡੇ ਕੋਲ ਪਹਿਲੀ ਵਾਰ ਪੜ੍ਹਨ ਆਇਆ, ਤੂੰ ਆਪਣੀ ਜ਼ਿੰਦਗੀ 'ਚ ਕੀ ਤਬਦੀਲੀ ਮਹਿਸੂਸ ਕੀਤੀ? ਕਹਿੰਦਾ ਜੀ ਮੈਂ ਇਹ ਤਬਦੀਲੀ ਮਹਿਸੂਸ ਕੀਤੀ ਵੀ ਅੱਗੇ ਕਦੇ ਮੈਂ ਆਪਣੀ ਮਾਂ ਬਾਰੇ ਸੋਚਿਆ ਹੀ ਨਹੀਂ ਸੀ ਵੀ ਉਹ ਮੈਨੂੰ ਰੋਟੀ ਲਿਆ ਕੇ ਦਿੰਦੀ ਹੈ, ਮੈਂ ਬੈਠ ਕੇ ਖਾ ਲੈਣਾ, ਤੇ ਮੈਂ ਰੋਬ ਵੀ ਮਾਰਦਾ ਸੀ।
ਹੁਣ ਮੈਂ ਕਹਿੰਦਾ ਉਹਦੇ ਨਾਲ ਰਸੋਈ 'ਚ ਚਲਾ ਜਾਣਾ, ਕਦੇ ਉਹਦੇ ਨਾਲ ਫੁਲਕੇ ਬਣਾ ਦਿੰਨਾ, ਤੇ ਮੈਂ ਉਹਨੂੰ ਵੀ ਨਾਰੀਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੰਮੀ ਤੂੰ ਕੱਲੀ ਕਾਹਤੋਂ ਪਿਸਦੀ ਆ, ਮੈਂ ਉਹਨੂੰ ਵੀ ਸੁਚੇਤ ਕਰਦਾ, ਤੇ ਮੇਰਾ ਕਹਿੰਦਾ ਸਾਰਾ ਘਰ ਸੁਚੇਤ ਹੋ ਗਿਆ। ਉਹ ਕਹਿੰਦਾ ਵੀ ਹੁਣ ਮੇਰੀ ਮਦਰ ਨੂੰ ਮੈਂ ਪਹਿਲੀ ਵਾਰ ਲੜਦਿਆਂ ਸੁਣਦੀ ਆ, ਮੇਰੀਆਂ ਗੱਲਾਂ ਦੇ ਪ੍ਰਭਾਵ 'ਚ ਮੈਂ ਲੜਦਾ ਸੁਣਦਾ, ਮੈਂ ਆਪਣੀ ਮਦਰ ਨੂੰ ਬੋਲਣ ਲਾਤਾ, ਲੜਨ ਲਾਤਾ ਮੇਰੇ ਪਿਓ ਨਾਲ, ਤੇ ਮੇਰੀ ਮਾਂ ਹੁਣ ਕਹਿ ਦਿੰਦੀ ਆ ਵੀ ਮੇਰੇ ਥੋੜੀ ਕੱਲੀ ਦੀ ਜ਼ਿੰਮੇਵਾਰੀ ਆ। ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਰਾ ਕੁਝ ਤਾਂ ਹੋਇਆ ਕਿ ਮੈਂ ਤੁਹਾਡੇ ਕੋਲ ਪੜ੍ਹਦਾ ਪਿਆ। ਤੇ ਇੱਕ ਲੜਕੇ ਦੀ ਗੱਲ ਸੁਣਾ ਰਹੀ ਹਾਂ, ਤੇ ਮੇਰੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੜਕੇ ਸੀ ਜਿਨ੍ਹਾਂ ਨੇ ਮਤਲਬ ਮੈਂ ਜਿਹੜੀ ਕਿਤਾਬ ਅਨੁਵਾਦ ਕੀਤੀ ਉਹ ਪੜ੍ਹਨ ਤੋਂ ਬਾਅਦ ਮੈਨੂੰ ਲੰਬੇ ਲੰਬੇ ਟੈਕਸਟ ਮੈਸੇਜ ਭੇਜੇ ਕਿ ਅਸੀਂ ਆਪਣੀ ਮੰਮੀ ਨਾਲ ਅੱਜ ਰੋਟੀਆਂ ਪਕਾਈਆਂ। ਮੈਂ ਕਈ ਵਾਰ ਤਾਂ ਕਲਾਸਾਂ 'ਚ ਜ਼ਰੂਰੀ ਵੀ ਕਰ ਦਿੰਦੀ ਹਾਂ ਬੱਚਿਆਂ ਲਈ ਵੀ ਅੱਜ ਤੁਸੀਂ ਪੜ੍ਹ ਕੇ ਨਹੀਂ ਆਉਣਾ, ਅੱਜ ਤੁਸੀਂ ਆਪਣੇ ਘਰ ਨੂੰ ਦੇਖਣਾ ਤੇ ਤੁਸੀਂ ਦੇਖਿਓ ਕਿ ਕਿਹੜਾ ਤੁਹਾਡੇ ਘਰ ਦਾ ਕਿਹੜਾ ਮੈਂਬਰ ਕਿੰਨੇ ਘੰਟੇ ਕੰਮ ਕਰਦਾ ਪਿਆ। ਤੇ ਤੁਹਾਡੀ ਜੇ ਤੁਸੀਂ ਸੱਚੀ ਮੁੱਚੀ ਆਪਣੀ ਮਦਰ ਨੂੰ ਮੁਹੱਬਤ ਕਰਦੇ ਹੋ, ਉਹਦਾ ਸਤਿਕਾਰ ਕਰਦੇ ਹੋ, ਤਾਂ ਉਹ ਸਿਰਫ ਪੋਸਟਾਂ ਪਾਉਣ ਨਾਲ, ਮਦਰਸ ਡੇ ਤੇ ਗਿਫਟ ਦੇਣ ਨਾਲ ਨਹੀਂ ਪੂਰਾ ਹੁੰਦਾ। ਤੁਸੀਂ ਉਹਦੇ ਨਾਲ ਉਹਦੇ ਕੰਮ ਦਾ ਹਿੱਸਾ ਵੰਡਾਓ। ਤੇ ਫਿਰ ਅਗਲੇ ਦਿਨ ਆ ਕੇ ਮੈਨੂੰ ਮੁੰਡੇ ਕੁੜੀਆਂ ਸਾਰੇ ਹੀ ਦੱਸਦੇ ਨੇ ਕਿ ਅਸੀਂ ਕੱਲ ਆਹ ਕੰਮ ਕਰਾਇਆ ਆਪਣੀ ਮਦਰ ਦੇ ਨਾਲ। ਕੋਈ ਕਹਿੰਦਾ ਕਿ ਮੈਂ ਅੱਜ ਮਾਂ ਨੂੰ ਪਹਿਲੀ ਵਾਰ ਚਾਹ ਬਣਾ ਕੇ ਦਿੱਤੀ ਹੈ, ਕੋਈ ਕਹਿੰਦਾ। ਤੇ ਮੈਨੂੰ ਲੱਗਦਾ ਕਿ ਮੈਂ ਉਸ ਕਿਸਮ ਦੀ ਜੇ ਸੈਂਸਿਟੀਵਿਟੀ ਪੈਦਾ ਕਰ ਪਾਵਾਂ ਆਪਣੇ ਵਿਦਿਆਰਥੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ, ਤਾਂ ਉਹ ਮੈਨੂੰ ਉਹਦੇ ਚੋਂ ਬਹੁਤ ਖੁਸ਼ੀ ਮਿਲਦੀ ਹੈ। ਅਗਲੀਆਂ ਜਨਰੇਸ਼ਨਸ ਨੂੰ ਇਸ ਲੀਹ ਤੇ ਤੋਰਨ 'ਚ ਇਹੀ ਮੇਰੇ ਲਈ ਐਕਸਟ੍ਰੀਮ ਖੁਸ਼ੀ ਦਾ ਸੋਮਾ ਹੈ। ਵਾਹ, ਅੱਛਾ, ਬਹੁਤ ਸੋਹਣੀ ਤੁਸੀਂ ਗੱਲ ਨੀਤੂ ਜੀ ਕੀਤੀ। ਹਰਮੀਤ ਵਿਦਿਆਰਥੀ ਵੀ ਸੁਣ ਰਹੇ ਨੇ, ਔਰ ਜਿਹੜੇ ਸਾਡੇ ਦੋਸਤ ਨੇ ਸੂਰਜਾਂ ਦੇ ਵਾਰਸ ਦੇ ਆਪਣਾ ਪ੍ਰਕਾਸ਼ਨ ਗੁਰਪ੍ਰੀਤ ਸਿੰਧੂ ਕਹਿੰਦੇ ਨੇ ਕਿ ਮੈਮ ਜਿਹੜੇ ਸਟੂਡੈਂਟਸ ਨੇ ਉਹਨਾਂ ਵਿੱਚੋਂ ਵੀ ਨੀਤੂ ਮੈਮ ਦੀ ਝਲਕ ਦਿਸਦੀ ਹੈ, ਇੱਕ ਗਵਾਹੀ ਆ ਗਈ। ਅੱਛਾ, ਬਹੁਤ ਸ਼ੁਕਰੀਆ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜੀ ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਸੈਂਸਿਟਿਵ ਕਰਨਾ ਚਾਹੀਦਾ ਹੈ ਲੋਕਾਂ ਨੂੰ, ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਉਹਨਾਂ ਦੀਆਂ ਮਿਸਾਲਾਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਦੇ ਵਿੱਚੋਂ ਮਿਸਾਲਾਂ ਦਈਏ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਜਾਏ, ਕਿਉਂਕਿ ਸਾਡੇ ਤੇ ਅਕਸਰੀਅਤ ਲਿਖੀ ਨਹੀਂ ਹੁੰਦਾ, ਦੀ ਮੌਜੂ ਵੀ ਨਵਾਂ ਹੈ। ਮੈਂ ਤੁਹਾਨੂੰ ਆਪਣੀ ਦੱਸਦਾ ਕਿ ਮੈਂ ਖੁਦ ਜੈਂਡਰ ਦੀਆਂ ਟ੍ਰੇਨਿੰਗਸ ਕਰਾਉਂਦਾ ਸਾਂ, ਤੇ ਔਰਤ ਫਾਊਂਡੇਸ਼ਨ ਦੀ ਡਾਇਰੈਕਟਰ ਨਿਗਾਰ ਅਹਿਮਦ ਸਾਡੀ ਉਸਤਾਦ ਨੇ, ਤੇ ਉਹਨਾਂ ਨੇ ਇੱਕ ਮੀਟਿੰਗ ਕਹਿਤਾ ਕਿ ਔਰਤਾਂ ਦੀ ਕੋਈ ਮੀਟਿੰਗ ਸੀ ਤਾਂ ਕਿ ਆਜ਼ਮ ਵੀ ਵਿੱਚ ਬੈਠਾ ਹੈ, ਤੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਰਾਜ਼ੀ ਔਰਤ ਹੈ। ਤੇ ਮੈਨੂੰ ਇਹ ਯਾਦ ਲੱਗਦਾ ਹੈ ਕਿ ਮੈਨੂੰ ਵੀ ਉਹਨਾਂ ਨੇ ਸ਼ਾਗਿਰਦ ਆਪਣਾ ਸਮਝਿਆ ਔਰ ਸਿਖਾਈਆਂ ਚੀਜ਼ਾਂ। ਤੇ ਮੈਂ ਜਦੋਂ ਟ੍ਰੇਨਿੰਗ ਕਰਾਉਣਾ ਨਾ ਜੀ ਆਪਣੇ ਜੈਂਡਰ ਤੇ ਕੋਈ, ਤੇ ਮੈਂ ਇੱਕ ਯੋਗ ਤੋਂ ਲੋਕਾਂ ਨੂੰ ਸਮਝਾਉਣਾ, ਪਰ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਜਗ੍ਹਾ ਮੈਂ ਦੁਬਾਰਾ ਸੁਣਿਆ। ਮੈਂ ਉਹਨਾਂ ਨੂੰ ਕਹਿਣਾ ਕਿ ਇੱਕ ਮਾਈ ਨੇ ਆਪਣੇ ਧੀ ਔਰ ਨੂੰਹ ਦੀ ਧੀ ਔਰ ਪੁੱਤਰ ਦੀ ਸ਼ਾਦੀ ਕੀਤੀ, ਤੇ ਕੁਝ ਦਿਨਾਂ ਬਾਅਦ ਉਹਦੀ ਗੁਆਂਢਣ ਆ ਗਈ, ਕਿਉਂਕਿ ਸਾਡੇ यहाँ ਪ੍ਰੋਬਿੰਗ ਦਾ ਬੜਾ ਹੁੰਦਾ ਹੈ ਕਿ ਪੁੱਛੀਏ ਕੀ ਹੋ ਰਿਹਾ, ਕਿਉਰਿਓਸਿਟੀ ਹੁੰਦੀ। ਉਹਨੇ ਪੁੱਛਿਆ ਕਿ ਤੂੰ ਅੰਮਾ ਆਪਣੀ ਧੀ ਦਾ ਵਿਆਹ ਕੀਤਾ, ਤੂੰ ਕੈਸੀ ਹੈ ਆਪਣੇ ਘਰ? ਤੇ ਉਹਨੇ ਕਿਹਾ ਵੀ ਜਿਵੇਂ ਦਾ ਜਵਾਈ ਲੱਭਿਆ ਨਾ ਜੀ, ਤੇ ਅੱਲਾ ਕਰੇ ਹਰ ਦੀ ਧੀ ਨੂੰ ਇੰਜ ਦਾ ਮੀਆਂ ਲੱਭੇ। ਤੇ ਉਹਨੇ ਕਿਹਾ ਮਾਂ ਕਿਹੜੀ ਐਸੀ ਖਾਸ ਗੱਲ ਉਹਦੇ 'ਚ? ਉਹਨੇ ਕਿਹਾ ਜੀ ਜੋ ਕਮਾਉਂਦਾ ਨਾ ਮੇਰਾ ਜਵਾਈ ਦਾਮਾਦ ਉਹ ਮੇਰੀ ਧੀ ਦੇ ਹੱਥੇ ਰੱਖਦਾ, ਤੇ ਮੇਰੀ ਧੀ ਬਹੁਤ ਸੁਖੀ ਹੈ, ਬੜੀ ਖੁਸ਼ਹਾਲ ਹੈ। ਤੇ ਉਸ ਖਾਤੂਨ ਨੇ, ਪੜੋਸਣ ਨੇ ਕਿਹਾ, ਗੁਆਂਢਣ ਨੇ, ਕਿ ਤੁਸੀਂ ਆਪਣਾ ਪੁੱਤਰ ਵੀ ਤੇ ਵਿਆਹਿਆ ਸੀ ਨਾਲ ਹੀ। ਉਹ ਕਹਿੰਦੀ ਕਿ ਉਹ ਤੇ ਬਹੁਤ ਕਮੀਨਾ ਨਿਕਲਿਆ, ਜੋ ਕਮਾਉਂਦਾ ਬੁੱਢੀ ਨੂੰ ਦਿੰਦਾ। ਤੇ ਉਹ ਸੀ ਕਿ ਜਿਹੜੇ ਡੂਅਲ ਸਟੈਂਡਰਡਸ ਨੇ ਸਾਡੇ, ਹਾਂ, ਕਿ ਧੀ ਔਰ ਨੂੰਹ ਦੀ ਫਰਕ ਮਿਆਰ ਹੈ। ਤੇ ਇੱਥੋਂ ਲੱਗਦਾ ਕਿ ਸਾਡੀਆਂ ਕੁਝ ਔਰਤਾਂ ਨੇ ਵੀ ਔਰਤ ਨੂੰ ਪਿੱਛੇ ਰੱਖਿਆ ਹੋਇਆ ਹੈ, ਸਿਰਫ ਮਰਦਾਂ ਦਾ ਰੋਲ 'ਚ ਨਹੀਂ, ਇਹ ਪੂਰੇ ਸਮਾਜ ਦਾ ਰੋਲ ਹੈ, ਉਹਨਾਂ ਨੂੰ ਹੱਕ ਨਹੀਂ ਮਿਲ ਪਾ ਰਿਹਾ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਜੀ ਦੇਖੋ, ਔਰਤ ਵੀ ਉਸੇ ਪ੍ਰਬੰਧ 'ਚ ਪੈਦਾ ਹੋਈ ਆ, ਵਧੀ ਫੁੱਲੀ ਆ, ਇਸ ਕਰਕੇ ਨੋ ਡਾਊਟ ਕਿ ਉਹਦੇ ਵਿੱਚ ਵੀ ਜਿਹੜਾ ਇਹ ਪ੍ਰਬੰਧ ਤੇ ਸਾਰਾ ਵਿਚਾਰ ਪ੍ਰਬੰਧ ਹੈ ਉਹ ਕੈਰੀ ਕਰਦੀ ਆ, ਉਹਨੂੰ ਆਪਣੇ ਨਾਲ ਤੋਰਦੀ ਆ। ਪਰ ਜਿਹੜਾ ਇਹ ਇੱਕ ਗੱਲ ਬਣੀ ਹੋਈ ਹੈ ਨਾ ਕਿ ਔਰਤ ਦੁਸ਼ਮਣ ਹੁੰਦੀ ਆ, ਮਤਲਬ ਇਹ ਮੈਨੂੰ ਕੋਈ ਬਹੁਤ ਪਸੰਦ ਨਹੀਂ ਹੈ। ਕਾਰਨ ਇਹ ਹੈ ਕਿ ਬੇਸਿਕਲੀ ਪੋਜੀਸ਼ਨਸ ਵੱਖਰੀਆਂ ਹੁੰਦੀਆਂ ਨੇ। ਜਦੋਂ ਮਤਲਬ ਔਰਤ ਨੂੰਹ ਬਣ ਕੇ ਆਉਂਦੀ ਹੈ ਤੇ ਨੂੰਹ ਜਦੋਂ ਸੱਸ ਬਣ ਜਾਂਦੀ ਹੈ ਤਾਂ ਉਹਦੀ ਪੋਜੀਸ਼ਨ ਉਹ ਫਿਰ ਪ੍ਰਬੰਧ ਦੇ ਵਿੱਚ ਤੇ ਸੱਤਾ ਦੇ ਵਿੱਚ ਆ ਜਾਂਦੀ ਹੈ ਸੱਸ, ਜਿਹੜੀ ਕਿ ਹੁਣ ਤੱਕ ਮਤਲਬ ਆਪ ਸ਼ੋਸ਼ਿਤ ਧਿਰ ਸੀ, ਉਹਨੂੰ ਕਿਤੇ ਅੱਗੇ ਸ਼ੋਸ਼ਣ ਕਰਨ ਦਾ ਮੌਕਾ ਮਿਲ ਜਾਂਦਾ ਹੈ। ਇਹ ਇੱਕ ਮਤਲਬ ਪਾਵਰ ਸਟਰਕਚਰ ਦੇ ਵਿੱਚ ਉਹਨਾਂ ਦੀਆਂ ਪੋਜੀਸ਼ਨਾਂ ਬਦਲ ਜਾਂਦੀਆਂ ਨੇ, ਅਦਰਵਾਈਜ਼ ਉਹ ਜਿਹੜਾ ਦੁਸ਼ਮਣ ਵਗੈਰਾ ਹੋਣ ਵਾਲਾ ਕੋਈ ਗੱਲ ਨਹੀਂ ਹੈ। ਇਸੇ ਕਰਕੇ ਔਰਤ ਨੇ ਜੇ ਆਪਣੀ ਲੜਾਈ ਲੜਨੀ ਹੈ ਤਾਂ ਉਹਨੂੰ ਇਸ ਗੱਲੋਂ ਸੁਚੇਤ ਹੋਣਾ ਪਊਗਾ। ਜਿਵੇਂ ਜਿਹੜੀ ਕਿਤਾਬ ਮੈਂ ਅਨੁਵਾਦ ਕੀਤੀ ਸੀ ਉਹਦੇ 'ਚ ਸਪਨਾ ਚਾਮੜੀਆ ਲਿਖਦੇ ਨੇ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਔਰਤ ਦਾ ਘਰਾਣਾ ਕਿਹੜਾ ਹੈ। ਮਤਲਬ ਔਰਤ ਦੇ ਘਰਾਣੇ ਦੇ ਵਿੱਚ ਉਹਦੀ ਸੱਸ ਤੇ ਉਹਦੀ ਮਾਂ
ਉਹਦੀ ਨਨਾਣ, ਦਰਾਣੀ, ਜਠਾਣੀ, ਉਹ ਸਾਰਾ ਉਹਦਾ ਘਰਾਣਾ ਹੈ, ਜਿਹਦੇ ਚ ਉਹਦੇ ਦੋਨੋਂ, ਉਹਦੀਆਂ ਭੈਣਾਂ ਤੇ ਉਹਦੀ ਨਨਾਣ ਦੋਨੇ ਉਹਦੇ ਘਰਾਣੇ ਦੀਆਂ ਨੇ। ਤੇ ਜਿਹੜਾ ਵਿਰੋਧੀ ਘਰਾਣਾ ਹੈ ਉਹਦੇ ਚ ਉਹਦਾ ਪਿਓ ਤੇ ਉਹਦਾ ਪਤੀ ਦੋਨੇ ਹੀ ਸ਼ਾਮਿਲ ਨੇ, ਤੇ ਉਹਦਾ ਭਰਾ ਵੀ ਉਹਦੇ ਵਿੱਚ ਸ਼ਾਮਿਲ ਹੈ। ਇਸ ਕਰਕੇ ਜਦੋਂ ਤੱਕ ਅਸੀਂ ਇਸ ਕਿਸਮ ਨਾਲ ਪਛਾਣਦੇ ਨਹੀਂ ਹੈਗੇ ਕਿ ਪਿਤਰਕੀ ਦੇ ਵਿੱਚ ਔਰਤ ਦੀ ਪੋਜੀਸ਼ਨ ਤੇ ਮਰਦ ਦੀ ਪੋਜੀਸ਼ਨ ਹੈ ਜਿਹੜੀ, ਉਹਦੇ ਵਿੱਚ ਕੀ ਫਰਕ ਹੈ, ਤੇ ਸਾਡੀ ਫਿਰ ਸਾਂਝ ਭਿਆਲੀ ਕਿਹਦੇ ਨਾਲ ਪੈਣੀ ਹੈ, ਤੇ ਸਾਡੀ ਕਿਹੜੀ ਸਾਡੀ ਧਿਰ ਕਿਹੜੀ ਬਣਦੀ ਆ, ਉਹ ਧਿਰਾਂ ਦੀ ਪਛਾਣ ਨਹੀਂ ਹੁੰਦੀ ਜਦੋਂ ਤੱਕ ਔਰਤ ਨੂੰ, ਉਦੋਂ ਤੱਕ ਇਹ ਥੋੜਾ ਔਖਾ ਕੰਮ ਹੈ। ਪਰ ਹੈ ਇਹ ਕੋਈ ਇੱਕ ਦੂਜੇ ਦੇ ਦੁਸ਼ਮਣ ਹੋਣ ਵਾਲਾ ਕੋਈ ਮਸਲਾ ਨਹੀਂ ਹੈਗਾ। ਮਸਲਾ ਤਾਂ ਵਿਚਾਰ ਪ੍ਰਬੰਧ ਦਾ ਹੈ, ਤੇ ਉਸੇ ਵਿਚਾਰ ਪ੍ਰਬੰਧ ਚ ਜਿਉਂਦੀ ਔਰਤ ਹੈ ਜਿਹੜੀ, ਉਹ ਉਹਨੂੰ ਕੈਰੀ ਕਰ ਰਹੀ ਹੈ ਜਿਵੇਂ ਮਰਦ ਕੈਰੀ ਕਰ ਰਹੇ ਹੋਵੇ, ਔਰਤ ਕੈਰੀ ਕਰ ਰਹੀ ਹੈ। ਇਹਦੇ ਲਈ ਜਿਹੜਾ ਸਾਡੇ ਲਈ ਜ਼ਰੂਰੀ ਹੈ ਉਹ ਚੇਤਨਾ ਪੈਦਾ ਕਰਨਾ, ਚੀਜ਼ਾਂ ਨੂੰ ਇਸ ਢੰਗ ਨਾਲ ਸਮਝਾਉਣਾ ਲੋਕਾਂ ਨੂੰ ਕਿ ਸਾਨੂੰ ਇਹ ਸਮਝ ਆ ਜੇ ਕਿ ਇੱਕ ਔਰਤ ਹੈ ਜਿਹੜੀ, ਉਹ ਆਪਣੇ ਸਹੁਰੇ ਘਰ ਜਿਹੜੀਆਂ ਗੱਲਾਂ ਤੋਂ ਔਖੀ ਹੁੰਦੀ ਆ, ਉਹੀ ਗੱਲਾਂ ਉਹ ਆਪਣੇ ਘਰ ਚ ਆਪਣੀ ਭਰਜਾਈ ਨਾਲ, ਆਪਣੇ ਪੇਕੇ ਘਰ ਚ ਕਰਦੀ ਹੈ। ਜਦੋਂ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਭਾਬੀ ਦੀ ਤੇ ਮੇਰੀ ਪੋਜੀਸ਼ਨ ਤੇ ਧਿਰ ਸੇਮ ਹੈ, ਤੇ ਮੈਂ ਮਤਲਬ ਕਿਹਦੇ ਨਾਲ ਸਟਰਗਲ ਚ ਪੈਣਾ, ਤਾਂ ਉਦੋਂ ਤੱਕ ਇਹ ਥੋੜਾ ਔਖਾ ਕੰਮ ਜ਼ਰੂਰ ਹੈ। ਪਰ ਇਹ ਚੇਤਨਾ ਦੇਖੋ ਹੁਣ ਵੱਧ ਰਹੀ ਆ, ਕੁੜੀਆਂ ਪੜ੍ਹਨ ਲਿਖਣ ਲੱਗੀਆਂ ਨੇ। ਮੈਂ ਬਹੁਤ ਆਸਵੰਦ ਹੈ, ਜਿਵੇਂ ਇੱਧਰਲੇ ਪੰਜਾਬ ਚ ਵੀ ਕੁੜੀਆਂ ਕੰਮ ਕਰਦੀਆਂ ਨੇ, ਉਧਰਲੇ ਪੰਜਾਬ ਚ ਵੀ ਮੈਨੂੰ ਚਾਹੇ ਬਹੁਤੀ ਜਾਣਕਾਰੀ ਨਹੀਂ ਹੈ, ਜ਼ਰੂਰ ਕਰਦੀਆਂ ਹੋਣਗੀਆਂ ਜਾਂ ਸਾਰੇ ਸੰਸਾਰ ਦੇ ਵਿੱਚ। ਤਾਂ ਮੈਂ ਇਹਦੇ ਬਾਰੇ ਆਸਵੰਦ ਹੈ ਕਿ ਚੀਜ਼ਾਂ ਬਦਲਣਗੀਆਂ, ਕਾਫੀ ਬਦਲ ਗਈਆਂ ਨੇ, ਹੋਰ ਬਦਲਣਗੀਆਂ। ਤੁਸੀਂ ਉਹ ਕਮਲਾ ਬਸੀਨ ਉਹਨਾਂ ਨੂੰ ਸੱਦਿਆ ਸੀ ਪਿੱਛੇ, ਉਹ ਇੱਧਰ ਬਹੁਤ ਲੋਕ ਉਹਨਾਂ ਦੀ ਮਾਨਤਾ ਕਰਦੇ ਨੇ, ਉਹਨਾਂ ਦੇ ਵਿਚਾਰ ਨਾਲ ਲੋਕ ਬਦਲਦੇ ਵੇਖੇ ਨੇ ਮੈਂ। ਅੱਛਾ, ਜਿਹੜਾ ਤੁਸੀਂ ਕਿਹਾ ਕਿ ਜੋ ਪੋਜੀਸ਼ਨ ਸਮਝਣ ਚ ਥੋੜੀ ਜੀ ਮੁਆਸ਼ਰੇ ਦੀ ਮੁਨਾਫਕਤ ਵੀ ਹੈ ਨਾ, ਕਿ ਅਸੀਂ ਚੀਜ਼ਾਂ ਨੂੰ ਕਹਿਣ ਕਰਨ ਚ ਬੜਾ ਫਰਕ ਰੱਖਦੇ ਹਾਂ। ਮਸਲਨ ਸਾਡੇ ਧਰਮ ਚ ਵੀ ਔਰ ਤੁਹਾਡੇ ਹਾਂ ਵੀ ਮਾਂ ਦੇ ਪੈਰਾਂ ਚ ਬੇਇੱਜ਼ਤ ਸਮਝੀ ਜਾਂਦੀ ਹੈ, ਮਾਂ ਨੂੰ ਉੱਚੀ ਥਾਂ ਪਾਇਆ ਜਾਂਦਾ ਹੈ। ਲੇਕਿਨ ਦੁਨੀਆ ਭਰ ਦੇ ਵਿੱਚ ਮੈਂ ਇੱਕ ਰਿਸਰਚ ਪੜ੍ਹੀ ਕਿ 1% ਜਾਇਦਾਦ ਜਿਹੜੀ ਹੈ, ਪ੍ਰਾਪਰਟੀ 1% ਔਰਤਾਂ ਦੇ ਨਾਂ ਹੈ। ਅੱਛਾ, ਅਗਰ ਅਸੀਂ ਬੇਟੀ ਨੂੰ ਮਾਂ ਨੂੰ ਆਦਰ ਦਿੰਦੇ ਆ, ਉਹਦੇ ਨਾਮੇ ਕੋਈ ਸ਼ੈ ਕਿਉਂ ਨਹੀਂ ਲਾਉਂਦੇ? ਇਹ ਸਾਨੂੰ ਕਿਹੜੀ ਸ਼ੈ ਮਨਾ ਕਰਦੀ? ਇੱਥੋਂ ਲੱਗਦਾ ਕਿ ਸਾਡੇ ਕਹਿਣ ਕਰਨ ਚ ਬੜਾ ਫਰਕ ਹੈ, ਇੱਥੇ ਵੀ ਕੰਮ ਕਰਨ ਦੀ ਲੋੜ ਹੈ। ਔਰਤ ਦੇਖੋ ਦੇਵੀ ਵੀ ਹੈ, ਔਰਤ ਨੂੰ ਅਸੀਂ ਦੇਵੀ ਵੀ ਮੰਨਦੇ ਹਾਂ, ਤੇ ਔਰਤ ਦੀ ਅਸੀਂ ਭਰੂਣ ਹੱਤਿਆ ਵੀ ਕਰਦੇ ਹਾਂ, ਕਤਲ ਵੀ ਕਰਦੇ ਹਾਂ, ਤੇ ਰੇਪ ਵੀ ਕਰਦੇ ਹਾਂ। ਸੋ ਇਸ ਕਰਕੇ ਇਹ ਮਸਲਾ ਖਾਸਾ ਗੁੰਝਲਦਾਰ ਹੈ। ਜਿਹੜਾ ਮਾਂ ਨਾਲ ਜੁੜੀਆਂ ਹੋਈਆਂ ਮਿੱਥਾਂ ਨੇ, ਉਹ ਤਾਂ ਬਹੁਤ ਹੀ ਮਤਲਬ ਮਾਂ ਦੀ ਜਿੰਨੀ ਗਲੋਰੀਫਿਕੇਸ਼ਨ ਆ ਸਾਡੇ ਕਲਚਰ 'ਚ, ਦੇਖੋ ਜਿਹਨੂੰ ਤੁਸੀਂ ਐਕਸਪਲੋਇਟ ਕਰਨਾ, ਉਹਦੀ ਉਸ ਭੂਮਿਕਾ 'ਚ ਅਸੀਂ ਗਲੋਰੀਫਿਕੇਸ਼ਨ ਸ਼ੁਰੂ ਕਰਦੇ ਹਾਂ, ਤੇ ਉਹਨੂੰ ਇਹ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹਦੇ ਵਿੱਚ ਤੇਰਾ ਕੁਝ ਗਵਾਚ ਰਿਹਾ। ਉਹਨੂੰ ਅਸੀਂ ਕਹਿੰਦੇ ਆ ਕਿ ਤੂੰ ਇੰਜੋਏ ਕਰ, ਤੂੰ ਇਸ ਮਾਂ ਪੁਣੇ ਨੂੰ, ਤੂੰ ਇਸ ਸਿਦਕ ਨੂੰ, ਤੂੰ ਇਸ ਸਬਰ ਨੂੰ, ਤੂੰ ਇਸ ਕੁਰਬਾਨੀ ਨੂੰ ਤੂੰ ਇੰਜੋਏ ਕਰ। ਅਸੀਂ ਉਹਨੂੰ ਇਹ ਕਹਿੰਦੇ ਆ ਕਿ ਅਸੀਂ ਉਹਦੀ ਇੰਨੀ ਫਿਰ ਇਸ ਕਿਸਮ ਦੀਆਂ ਮਾਵਾਂ ਦੀ ਅਸੀਂ ਆਪਣੇ ਗੀਤਾਂ 'ਚ, ਆਪਣੀਆਂ ਕਵਿਤਾਵਾਂ 'ਚ ਮਾਂ ਦੀ ਜਿਹੜੀ ਗਲੋਰੀਫਿਕੇਸ਼ਨ ਆ, ਮੈਨੂੰ ਅਕਸਰ ਉਹਦੇ ਨਾਲ ਐਲਰਜੀ ਹੁੰਦੀ ਹੈ, ਕਿਉਂਕਿ ਮਾਂ ਅਸਲ 'ਚ ਤਾਂ ਪਰੰਪਰਾ ਦੀ ਵਾਹਕ ਹੈ। ਮਾਂ ਸੱਤਾ ਦੀ ਵਜ਼ਾਰਤ ਸੰਭਾਲਦੀ ਹੈ, ਪਿਓ ਦੀ ਘਰ 'ਚ ਸੱਤਾ ਹੈ, ਤੇ ਮਾਂ ਹੈ ਜਿਹੜੀ ਉਹ ਸੱਤਾ ਦੀ ਵਜ਼ੀਰ ਹੈ। ਮਾਂ ਦੀ ਆਪਦੀ ਪੋਜੀਸ਼ਨ ਤਾਂ ਇਹ ਹੈ ਕਿ ਉਹਨੇ ਰਾਜੇ ਦਾ ਹੁਕਮ ਅੱਗੇ ਤੋਰਨਾ ਹੈ, ਤੇ ਇਸ ਕਰਕੇ ਉਹ ਬੱਚਿਆਂ ਨੂੰ ਵਾਰ-ਵਾਰ ਕਹਿੰਦੀ ਹੈ ਵੀ ਜੇ ਐ ਨਾ ਕੀਤਾ ਮੈਂ ਤੇਰੇ ਡੈਡੀ ਨੂੰ ਦੱਸੂ, ਜੇ ਐ ਹੋ ਗਿਆ ਤੇਰੇ ਪਾਪਾ ਗੁੱਸੇ ਹੋਣਗੇ। ਉਹ ਕਦੇ ਵੀ ਆਪ ਨਹੀਂ ਕਹਿੰਦੀ ਕਿ ਮੈਂ ਕੀ ਕਰੂੰ, ਕਿਉਂਕਿ ਉਹਦੇ ਕੋਲ ਕੋਈ ਪਾਵਰ ਨਹੀਂ ਹੈ। ਉਹ ਬੇਸਿਕਲੀ ਤਾਂ ਵਜ਼ਾਰਤ ਹੈਂਡਲ ਕਰ ਰਹੀ ਹੈ। ਪਿਓ ਸਿੱਧਾ ਬੱਚਿਆਂ ਨਾਲ ਘੱਟ ਕਲੈਸ਼ ਚ ਆਉਂਦਾ, ਮਾਂ ਰਾਹੀਂ ਜਿਹੜੀ ਪਿਓ ਨਾਲ ਜਾਂ ਪਿਤਰਕੀ ਪ੍ਰਬੰਧ, ਜਿਹੜੀ ਮਰਿਆਦਾ ਜਾਂ ਜੋ ਸਾਰਾ ਕੁਝ ਜੁੜਿਆ ਹੋਇਆ ਹੈ, ਉਹ ਮਾਂ ਰਾਹੀਂ ਅਗਲੀ ਪੀੜ੍ਹੀ ਚ ਟ੍ਰਾਂਸਫਰ ਹੁੰਦੀਆਂ ਨੇ। ਮਾਂ ਦਿੰਦੀ ਆ ਉਹ ਮੱਤਾਂ। ਇਸੇ ਕਰਕੇ ਜੇ ਤੁਸੀਂ ਸਾਡੇ ਲੋਕ ਗੀਤਾਂ 'ਚ ਦੇਖੋਗੇ ਤਾਂ ਜਿਹੜੀ ਔਰਤ ਦਾ ਸੰਵਾਦ ਬਹੁਤਾ ਆਪਣੀ ਮਾਂ ਨਾਲ ਹੈ, ਮਾਂ ਨਾਲ ਕੰਟਰਾਡਿਕਟ ਕਰਦੀ ਹੈ ਉਹ। ਤਾਂ ਜਦੋਂ ਤੱਕ ਸਾਨੂੰ ਮਾਂ ਦੀ ਇਹ ਭੂਮਿਕਾ ਨਹੀਂ ਸਮਝ ਆਉਂਦੀ ਕਿ ਮਾਂ ਬੇਸਿਕਲੀ ਪਿਤਰਕੀ ਦੀ ਵਜ਼ਾਰਤ ਵੀ ਸਾਂਭ ਰਹੀ ਹੈ, ਤੇ ਨਾਲ ਨਾਲ ਮਾਂ ਉਹਦੇ ਦੁਆਰਾ ਸ਼ੋਸ਼ਿਤ ਧਿਰ ਵੀ ਹੈ, ਤੇ ਮਾਂ ਦੇ ਅੰਦਰ ਵੀ ਦੋ ਚੀਜ਼ਾਂ ਪਈਆਂ ਨੇ। ਇੱਕ ਤਾਂ ਇਹ ਕਿ ਜਿਹੜੀ ਮਾਂ ਹੈ ਉਹ ਇਹ ਚਾਹੁੰਦੀ ਹੈ ਕਿ ਮੇਰੀ ਜਿਹੜੀ ਧੀ ਹੈ ਉਹ ਬਗਾਵਤ ਕਰੇ, ਕਿਉਂਕਿ ਉਹ ਆਪ ਨਹੀਂ ਕਰ ਸਕੀ। ਦੂਜਾ, ਉਹ ਨਹੀਂ ਵੀ ਚਾਹੁੰਦੀ, ਉਹਨੂੰ ਲੱਗਦਾ ਵੀ ਉਹ ਸੱਤਾ ਦੀ ਜਿਹੜੀ ਧਿਰ ਆ ਉੱਪਰਲੀ, ਉਹ ਉਹਨੂੰ ਕੈਰੀ ਕਰੇ। ਮਸਲਨ ਮੈਂ ਇੱਕ ਵਾਰ ਇੱਕ ਪੀਸ ਲਿਖਿਆ ਸੀਗਾ ਆਪਣੇ ਬਾਰੇ, ਮੇਰਾ ਕਵਿਤਾ ਨਾਲ ਰਿਸ਼ਤਾ।
ਉਹਦੇ 'ਚ ਮੈਂ ਲਿਖਿਆ ਸੀ ਵੀ ਮੇਰੀ ਮਾਂ ਨਾ ਮੈਨੂੰ ਵਾਰ-ਵਾਰ ਕਹਿੰਦੀ ਹੁੰਦੀ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਵੀ ਤੂੰ ਕਿਵੇਂ ਪੜ੍ਹ ਲਏਂਗੀ, ਤੂੰ ਕੀ ਕਰ ਲਏਂਗੀ, ਤੇਰੇ ਪਿਓ ਨੇ ਤੈਨੂੰ ਪੜ੍ਹਾਉਣਾ ਨੀ, ਤੂੰ ਚੱਕ ਕੇ ਬੈਠੀ ਰਿਹਾ ਕਰ ਕਿਤਾਬਾਂ। ਮੇਰੀ ਮਾਂ ਨੇ ਮੈਨੂੰ ਵਾਰ-ਵਾਰ ਕਹਿਣਾ, ਮੈਨੂੰ ਆਪਣੀ ਮਾਂ ਬਹੁਤ ਭੈੜੀ ਲੱਗਦੀ ਸੀ ਵੀ ਮੇਰੀ ਮਾਂ ਮੈਨੂੰ ਇਹ ਕਿਉਂ ਕਹਿੰਦੀ ਹੈ ਵਾਰ-ਵਾਰ, ਫਿਰ ਸਹੁਰੇ ਘਰੀ ਜਾਣਾ ਹੈ, ਉੱਥੇ ਜਾ ਕੇ ਕੀ ਕਰੇਂਗੀ ਜੇ ਤੂੰ ਕੰਮ ਨਹੀਂ ਕੀਤਾ, ਤੈਨੂੰ ਪੜ੍ਹਾਉਣਾ ਤਾਂ ਹੈ ਨਹੀਂ। ਮਤਲਬ ਮੇਰੀ ਮਦਰ ਨੇ ਸਾਰਾ ਕੁਛ ਮੈਨੂੰ ਇੰਨੇ ਵਾਰੀ ਕਿਹਾ ਕਿ ਮੈਨੂੰ ਆਪਣੀ ਮਦਰ ਤੋਂ ਮਤਲਬ ਨਫ਼ਰਤ ਹੋਣ ਲੱਗੀ ਵੀ ਇਹ ਮੈਨੂੰ ਵਾਰ-ਵਾਰ ਐਵੇਂ ਕਹਿੰਦੀ ਹੈ। ਉਦੋਂ ਮੈਨੂੰ ਇਹ ਨਹੀਂ ਸੀ ਸਮਝ ਆਉਂਦਾ ਵੀ ਮੇਰੀ ਮਾਂ, ਮੈਂ ਬਾਅਦ 'ਚ ਜਦੋਂ ਸੋਚਦੀ ਹਾਂ ਹੁਣ ਮੈਨੂੰ ਲੱਗਦਾ ਕਿਤੇ ਮੇਰੀ ਮਾਂ ਮੈਨੂੰ ਉਕਸਾਉਂਦੀ ਤਾਂ ਨਹੀਂ ਸੀ ਅਸਲ 'ਚ ਵਿਦਰੋਹ ਕਰਨ ਨੂੰ, ਜਿਹੜਾ ਉਹ ਆਪ ਨਹੀਂ ਸੀ ਕਰ ਸਕੀ। ਤੇ ਮੈਨੂੰ ਬੜੇ ਲੰਬੇ ਸਮੇਂ ਬਾਅਦ ਸਮਝ ਆਇਆ ਵੀ ਮੇਰੀ ਮਾਂ 'ਚ ਵੀ ਦੋ ਚੀਜ਼ਾਂ ਪਈਆਂ ਸੀ। ਉਹ ਅਸਲ 'ਚ ਕੀ ਚਾਹੁੰਦੀ ਸੀ ਉਹਨੇ ਸ਼ਾਇਦ ਮੈਨੂੰ ਕਦੇ ਬੋਲ ਕੇ ਨਹੀਂ ਦੱਸਣਾ, ਪਰ ਮੈਂ ਹੁਣ ਉਹ ਮਾਂ ਦੀਆਂ ਗੱਲਾਂ ਨੂੰ ਇਵੇਂ ਵੀ ਸਮਝਣ ਯੋਗ ਹੋਈ ਹਾਂ ਕਿ ਕਿਤੇ ਮਾਂ ਮੈਨੂੰ ਉਕਸਾ ਤਾਂ ਨਹੀਂ ਰਹੀ ਸੀ, ਕਿਤੇ ਉਹ ਸੱਚੀ ਤਾਂ ਨਹੀਂ ਚਾਹੁੰਦੀ ਸੀ ਕਿ ਮੈਂ ਵਿਦਰੋਹ ਕਰਾਂ, ਜਿਹੜਾ ਉਹ ਕਦੇ ਆਪਣੇ ਨਾ ਪਿਓ ਖਿਲਾਫ ਕਰ ਸਕੀ ਸੀ, ਨਾ ਪਤੀ ਦੇ ਖਿਲਾਫ ਕਰ ਸਕੀ ਸੀ। ਤੇ ਕਿਤੇ ਵਿੱਚੋਂ ਉਹ ਇੰਜੋਏ ਤਾਂ ਨਹੀਂ ਕਰਦੀ ਰਹੀ ਮੈਨੂੰ ਜਦੋਂ ਮੈਂ ਆਪਣੇ ਪਿਓ ਦੀ ਤੋੜ ਭੰਨ ਕੀਤੀ ਹੈ, ਜਦ ਉਹਦੇ ਨਾਲ ਟਕਰਾਉਂਦੀ ਰਹੀ ਜਿੱਥੇ ਜਿੱਥੇ ਵੀ ਆਪਣੇ ਪਿਓ ਨਾਲ। ਤਾਂ ਹੁਣ ਮੈਂ ਚੀਜ਼ਾਂ ਨੂੰ ਹੋਰ ਤਰ੍ਹਾਂ ਨਾਲ ਦੇਖਦੀ ਹਾਂ। ਅੱਛਾ, ਤੁਸੀਂ ਇੱਕ ਇੰਟਰਵਿਊ ਤੁਹਾਡਾ ਹੋ ਰਿਹਾ ਸੀ ਤੇ ਉਹਦੇ 'ਚ ਮੈਨੂੰ ਦੋ ਚੀਜ਼ਾਂ ਬੜੀਆਂ ਖਾਸ ਲੱਗੀਆਂ। ਇੱਕ ਤੇ ਉਹ ਤੁਹਾਡਾ ਤਾਰਫ ਕਰਾ ਸੀ ਕਿ ਸਾਡੀ ਬੜੀ ਕਵਿਤਰੀ ਨੇ ਨੀਤੂ ਅਰੋੜਾ ਨਾ। ਤੇ ਅੱਛਾ ਮੈਂ ਕਹਿੰਦਾ ਵਾਂ ਕਿ ਜਿਹੜਾ ਕਵੀ ਉਹ ਤੇ ਕਵੀ ਹੁੰਦਾ ਹੈ, ਅਸੀਂ ਉਹਨੂੰ ਵੀ ਜੈਂਡਰ 'ਚ ਲੈਂਦਾ ਹੈ ਕਿ ਜਿਹੜੀ ਔਰਤ ਸ਼ਾਇਰ ਹੈ ਉਹਨੂੰ ਸ਼ਾਇਰ ਹੈ, ਉਹਨੂੰ ਕਵਿਤਰੀ ਕਹਿੰਦੇ ਨੇ। ਹਾਲਾਂਕਿ ਕਵੀ ਵੀ ਹੋ ਸਕਦਾ, ਸ਼ਾਇਰ ਤੇ ਸ਼ਾਇਰ ਹੁੰਦਾ ਹੈ, ਭਾਵੇਂ ਮਰਦ ਹੋਵੇ ਭਾਵੇਂ ਔਰਤ ਹੋਵੇ। ਅੱਛਾ, ਚੂੰਕਿ ਸਮਾਜ ਤੋਂ ਚੀਜ਼ਾਂ ਹੁੰਦੀਆਂ ਨੇ। ਫਿਰ ਤੁਸੀਂ ਇੱਕ ਆਪਣੇ ਇੰਟਰਵਿਊ ਦੱਸਿਆ ਕਿ ਮਾਂ ਪਿਓ ਨੂੰ ਬੜੀ ਆਸਾਨੀ ਨਾਲ ਬਣਾਇਆ ਜਾ ਸਕਦਾ, ਉਹ ਉਡੀਕ ਰਹੇ ਹੁੰਦੇ ਨੇ ਕਿ ਔਲਾਦ ਸਾਡੇ ਨਾਲ ਟਕਰਾਵੇ। ਅੱਛਾ, ਇਹ ਤੇ ਜ਼ਰੂਰ ਗੁਰ ਦੱਸੋ ਸਾਡੇ ਸੁਣਨ ਵਾਲਿਆਂ ਨੂੰ, ਨਵੀਂ ਪੀੜ੍ਹੀ ਨੂੰ ਇਹ ਤੇ ਗੁਰ ਦੱਸੋ ਕਿ ਉਹਨਾਂ ਨੇ ਹੱਕ ਕਿਵੇਂ ਲੈਣਾ ਮਾਂ ਪਿਓ ਕੋਲ। ਬੇਸ਼ੱਕ ਸਾਡੇ ਵੀ ਖਿਲਾਫ ਬੋਲ ਜਾਵੇ, ਲੇਕਿਨ ਮੈਨੂੰ ਬਹੁਤ ਅੱਛਾ ਲੱਗਾ ਉਹ ਜ਼ਰੂਰ ਸਾਹਮਣੇ ਸਾਂਝਾ ਕਰੋ। ਇਹਦਾ ਬਿਲਕੁਲ ਸਿੰਪਲ ਜਿਹਾ ਫਾਰਮੂਲਾ ਹੈ ਵੀ 10 ਰੁਪਏ ਲਓ ਤੇ ਗੋਲ ਗੱਪੇ ਖਾ ਕੇ ਆਓ, ਗੋਲ ਗੱਪਿਆਂ ਨਾਲ ਉਹ ਹੱਲ ਹੋ ਜਾਂਦੀ ਹੈ ਸਮੱਸਿਆ। ਮੈਂ ਐਵੇਂ ਮਤਲਬ ਆਈ ਐਮ ਜਸਟ ਜੋਕਿੰਗ, ਮਤਲਬ ਇਹਦਾ ਕੋਈ ਫਾਰਮੂਲਾ ਨਹੀਂ ਹੈ, ਇਹ ਸਾਰਾ ਕੁਝ ਅਸੀਂ ਕਿਵੇਂ ਕਰਨਾ ਹੈ। ਤੇ ਇਹ ਮਤਲਬ ਬੇਸਿਕਲੀ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਨਿੱਕੇ ਨਿੱਕੇ ਸਥਿਤੀਆਂ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸਮ ਦੀਆਂ ਸਥਿਤੀਆਂ 'ਚ ਹੋ। ਤੁਹਾਡੇ ਕੋਲ ਨਿੱਕੇ ਨਿੱਕੇ ਉਹ ਟੈਕਟ, ਨਿੱਕੀਆਂ ਨਿੱਕੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਕਿਵੇਂ ਇਹ ਕਰ ਸਕਦੇ ਹੋ। ਪਰ ਮੈਂ ਇਹ ਜਾਣਿਆ ਹੈ ਕਿ ਮਾਂ ਬਾਪ ਅਸਲ 'ਚ ਚਾਹੁੰਦੇ ਹੁੰਦੇ ਨੇ। ਪੰਜਾਬੀ ਦਾ ਇੱਕ ਸਾਡਾ ਸ਼ਾਇਰ ਹੁੰਦਾ ਸੀ, ਉਹਨਾਂ ਦੀ ਮਤਲਬ ਮੌਤ ਹੋ ਚੁੱਕੀ ਹੈ, ਦੇਵਨੀਤ। ਵੈਸੇ ਸ਼ਾਇਰ ਕਦੇ ਮਰਦਾ ਨਹੀਂ, ਉਹ ਹਮੇਸ਼ਾ ਸਾਡੇ ਕੋਲ ਹੈ। ਉਹ ਅਕਸਰ ਕਹਿੰਦਾ ਹੁੰਦਾ ਸੀਗਾ ਕਿ ਮਤਲਬ ਇੱਕ ਵਾਰ ਉਹ ਮੈਨੂੰ ਮਿਲਿਆ ਜਿਵੇਂ, ਤਾਂ ਮੈਨੂੰ ਕਹਿੰਦਾ ਵੀ ਤੁਸੀਂ ਮੇਰੇ ਧੀਆਂ ਪੁੱਤ ਹੋ। ਅਸੀਂ ਦੋ ਲੇਖਕ ਹੋਰ ਸੀ, ਤੇ ਤੁਸੀਂ ਮੇਰੇ ਨਾ ਮਾਰਾਂ ਤੇ ਡਾਂਗ ਮਾਰੋ ਤੇ ਫੇਰ ਮੈਂ ਮੰਨੂ ਤੁਸੀਂ ਮੇਰੇ ਧੀਆਂ ਪੁੱਤ। ਉਹ ਕਹਿੰਦਾ ਵੀ ਮੈਂ ਤੁਹਾਨੂੰ ਫੇਰ ਆਪਣੀ ਧੀਆਂ ਪੁੱਤ ਮੰਨੂਗਾ, ਜਦੋਂ ਤੱਕ ਤੁਸੀਂ ਮੇਰੇ ਮਾਰਾਂ ਤੇ ਡਾਂਗ ਨਹੀਂ ਮਾਰਦੇ ਤੁਸੀਂ ਕਿਵੇਂ ਸਾਬਤ ਕਰੋਗੇ ਕਿ ਮੇਰੇ ਬੱਚੇ ਹੋ ਤੁਸੀਂ। ਤਾਂ ਬੇਸਿਕਲੀ ਇਹਦਾ ਮਤਲਬ ਹੈ ਕਿ ਤੁਸੀਂ ਮੈਨੂੰ ਰੱਦ ਕਰੋ। ਜਦੋਂ ਤੱਕ ਉਹ ਕਹਿੰਦਾ ਵੀ ਜਦੋਂ ਤੱਕ ਦੇਵਨੀਤ ਦੇ ਜਵਾਕ ਦੇਵਨੀਤ ਨੂੰ ਰੱਦ ਨਹੀਂ ਕਰਦੇ, ਉਸ ਕਵੀ ਦਾ ਨਾਮ ਦੇਵਨੀਤ ਸੀ, ਉਦੋਂ ਤੱਕ ਮੈਂ ਮੰਨਦਾ ਹੀ ਨਹੀਂ ਤੁਸੀਂ ਮੇਰੇ ਜਵਾਕ ਹੋ। ਵਾਹ ਵਾਹ। ਅੱਛਾ, ਬੜੀ ਸੋਹਣੀ ਗੱਲ ਕਰ ਰਹੇ ਸਾਡੀ ਨੀਤੂ ਅਰੋੜਾ ਰਹੀ। ਨੈਟਵਰਕ ਥੋੜਾ ਮਸਲਾ ਆ ਗਿਆ ਤੇ ਅਸੀਂ ਸਮਝਦੇ ਹਾਂ ਕਿ ਜਿਹੜੀ ਇਹ ਸਾਰੀਆਂ ਮਿਸਾਲਾਂ ਨੇ, ਜਿਹੜੀ ਅਸੀਂ ਸਾਰੀ ਗੱਲਬਾਤ ਆਪਣੇ ਸਮਾਜ ਨੂੰ ਬਦਲਣ ਦੀ ਕਰਨੇ ਆ, ਇਹਦੀਆਂ ਅਗਰ ਮਿਸਾਲਾਂ ਅਸੀਂ ਬਾਹਰੋਂ ਲਿਆ ਕੇ ਦਈਏ ਤੇ ਸ਼ਾਇਦ ਉਸ ਤਰ੍ਹਾਂ ਮੁਆਸ਼ਰਾ ਜਿਹੜਾ ਉਹ ਨਹੀਂ ਬਦਲੇਗਾ। ਸਾਡੇ ਸ਼ਾਇਰ ਲੈਂਦੇ ਪੰਜਾਬ ਦੇ ਬੜੇ ਮਾਰੂਫ ਬਾਬਾ ਜੀ ਇਕਬਾਲ ਕੈਸਰ ਸੋਜਵਾਨ, ਬੜਾ ਕੰਮ ਹੈ ਉਹਨਾਂ ਦਾ ਇਸ ਹਵਾਲੇ ਨਾਲ। ਉਹ ਖੋਜਕਾਰ ਵੀ ਨੇ ਔਰ ਪੰਜਾਬੀ ਖੋਜਕਾਰ ਦੇ ਡਾਇਰੈਕਟਰ ਨੇ। ਉਹਨਾਂ ਬੜਾ ਸੋਹਣਾ ਹਿੱਸਾ ਪਾਇਆ ਅੱਜ ਦੇ ਇਸ ਗੱਲਬਾਤ 'ਚ। ਉਹਨਾਂ ਕਿਹਾ ਜੀ ਕਿ ਪੰਜਾਬ ਦੇ ਜਿਹੜਾ ਮਰਦ ਸਮਾਜ ਹੈ, ਇਹਦਾ ਮੁਕਾਬਲਾ ਕਰਨ ਵਾਲੀਆਂ ਦੋ ਔਰਤਾਂ ਸਨ ਜਿਨ੍ਹਾਂ ਦੀ ਅਸੀਂ ਮਿਸਾਲ ਨਹੀਂ ਦਿੰਦੇ ਅਕਸਰ, ਇੱਕ ਹੀਰ ਤੇ ਦੂਜੀ ਸਾਹਿਬਾ। ਕਿ ਉਹਨੇ ਮਰਦਾਂ ਦੇ ਸਮਾਜ ਨੂੰ ਚੈਲੰਜ ਕੀਤਾ, ਉਹਦੇ ਸਾਹਮਣੇ ਖਲੋਤੀਆਂ, ਤੇ ਅਸੀਂ ਉਹਨਾਂ ਦੀ ਮਿਸਾਲ ਦੇਣ ਦੀ ਬਜਾਏ ਯੂਰਪ ਤੋਂ ਮਿਸਾਲਾਂ ਲੱਭ ਕੇ ਦਿੰਦੇ ਹਾਂ ਜਿਹੜੀਆਂ ਕਿ
ਸਾਡੇ ਆਲੇ ਦੁਆਲੇ ਨਾਲ ਮੇਲ ਨਹੀਂ ਖਾਂਦੀਆਂ। ਤੇ ਇਹ ਬੜੀ ਸੋਹਣੀ ਇਕਬਾਲ ਕੈਸਰ ਹੋਰਾਂ ਦੀ ਗੱਲ ਹੈ। ਅਸੀਂ ਜਦੋਂ ਝਾਤੀ ਪਾਉਂਦੇ ਹਾਂ ਅਸੀਂ ਆਪਣੇ ਪੰਜਾਬ ਦੇ ਮੁਆਸ਼ਰੇ ਤੇ, ਆਪਣੇ ਆਲੇ ਦੁਆਲੇ ਤੇ, ਸਾਨੂੰ ਢੇਰ ਸਾਰੀਆਂ ਐਸੀਆਂ ਬਹਾਦਰ ਔਰਤਾਂ ਦੀਆਂ ਮਿਸਾਲਾਂ ਮਿਲਦੀਆਂ ਨੇ ਜਿਨ੍ਹਾਂ ਆਪਣਾ ਆਲਾ ਦੁਆਲਾ ਬਦਲਿਆ ਔਰ ਜਿਨ੍ਹਾਂ ਨੇ ਮਰਦਾਂ ਦੇ ਇਸ ਮੁਆਸ਼ਰੇ ਨੂੰ ਚੈਲੰਜ ਕੀਤਾ। ਤੇ ਬਹੁਤ ਸ਼ੁਕਰੀਆ ਇਕਬਾਲ ਕੈਸਰ ਜੀ। ਅਵਤਾਰ ਸਿੰਘ ਸੋਹੀਆਂ ਹਰੀ ਸਾਨੂੰ ਸੁਣ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਵੈਰੀ ਨਾਈਸ ਐਕਸਪਲੇਨੇਸ਼ਨ, ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਡਾਕਟਰ ਨੀਤੂ ਅਰੋੜਾ ਹੋਰਾਂ ਨੇ। ਤੇ ਫੀਜ਼ੁੱਲਾ ਬਾਦਲ ਸਾਨੂੰ ਸੁਣ ਰਹੇ ਨੇ, ਸ਼ਾਇਰ ਨੇ, ਟੈਕਸਲੇ ਤੋਂ, ਬੜੇ ਕਮਾਲ ਔਰ ਬਹੁਤ ਹੀ ਸੋਹਣਾ ਕੰਮ ਕਰਦੇ ਨੇ। ਰਣਧੀਰ ਹਰੀ ਨੇ, ਸਵੀ ਸ਼ਰਮਾ ਨੇ ਔਰ ਆਰ ਕੌਰ ਮਾਨਰੀ ਕੁਝ ਆਪਣੇ ਵਿਚਾਰ ਲਿਖ ਰਹੇ ਨੇ ਗੁਰਮੁਖੀ 'ਚ। ਅਗਰ ਰੋਮਨ ਲਿਖਦੇ ਨੇ ਤਾਂ ਮੈਨੂੰ ਸੌਖਾ ਹੋ ਜਾਏਗਾ ਫੌਰੀ ਤੌਰ 'ਤੇ ਪੜ੍ਹ ਕੇ ਦੱਸਣਾ। ਸੇਵਾ ਸਿੰਘ ਸੰਧੂ ਨੇ ਔਰ ਇਹ ਸਾਰੇ ਦੋਸਤ, ਅਫਜ਼ਲ ਪਾਰਸ ਸਾਡੇ ਦੋ ਸ਼ਾਇਰ ਲਾਹੌਰ ਤੋਂ, ਉਹ ਵੀ ਸੁਣ ਰਹੇ ਨੇ। ਤੇ ਜੋ ਹੀ ਦੁਬਾਰਾ ਜੁੜਦੀਆਂ ਨੇ ਡਾਕਟਰ ਨੀਤੂ ਅਰੋੜਾ ਹਰੀ, ਅਸੀਂ ਉੱਥੋਂ ਹੀ ਗੱਲ ਸ਼ੁਰੂ ਕਰਾਂਗੇ ਜਿੱਥੇ ਗੱਲ ਉਹਨਾਂ ਮੁਕਾਈ ਸੀ। ਉਹਨਾਂ ਦੀਆਂ ਬਹੁਤ ਅੱਛੀਆਂ ਉਹਨਾਂ ਦੀਆਂ ਨਜ਼ਮਾਂ ਸਾਨੂੰ ਸੁਣਨ ਨੂੰ ਮਿਲੀਆਂ ਨੇ, ਜਿਸ ਤਰ੍ਹਾਂ ਕਿ ਅੱਜ ਉਹਨਾਂ ਸੁਣਾਈ ਮੈਂ ਇੱਕ ਖਤਰਨਾਕ ਔਰਤ ਹਾਂ, ਔਰ ਦੂਜੀ ਉਹਨਾਂ ਦੀ ਜਿਹੜੀ ਮੈਂ ਇੱਕ ਹਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ। ਤੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਉਹਨਾਂ ਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਤੇ ਜਿਹੜੀ ਆਵਾਜ਼ ਆ ਰਹੀ ਤੁਹਾਨੂੰ ਜੀ? ਜੀ 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 ਬਿਲਕੁਲ ਆ ਰਹੀ। ਦਰਮਿਆਨ 'ਚ ਵੀ ਆਉਂਦੀ ਰਹੀ ਆਵਾਜ਼? ਥੋੜਾ ਕਨੈਕਸ਼ਨ ਨਹੀਂ, ਕਨੈਕਸ਼ਨ ਕੱਟਿਆ ਗਿਆ ਸੀ। ਅੱਛਾ, ਮੈਂ ਇੱਕ ਰੈਪੀਟੀਸ਼ਨ ਕਰਨ ਲੱਗਾ ਵਾਂ ਕਿ ਇਕਬਾਲ ਕੈਸਰ ਬੜੇ ਵੱਡੇ ਸ਼ਾਇਰ ਔਰ ਸੂਝਵਾਨ ਨੇ ਲੈਂਦੇ ਪੰਜਾਬ ਦੇ, ਖੋਜਕਾਰ ਵੀ ਨੇ ਔਰ ਉਹਨਾਂ ਨੇ ਅਕਲੀਤਾਂ ਲਈ ਬਹੁਤ ਜ਼ਿਆਦਾ ਕੰਮ ਕੀਤਾ ਔਰ ਪੰਜਾਬੀ ਖੋਜਗੜ ਦੇ ਡਾਇਰੈਕਟਰ ਨੇ। ਉਹ ਲਿਖਦੇ ਨੇ ਕਿ ਪੰਜਾਬ ਦੇ ਮਰਦ ਸਮਾਜ ਦਾ ਮੁਕਾਬਲਾ ਕਰਨ ਵਾਲੀਆਂ ਦੋ ਔਰਤਾਂ ਨੂੰ ਮਿਸਾਲ ਨਹੀਂ ਬਣਾਇਆ ਗਿਆ, ਇੱਕ ਹੀਰ ਤੇ ਦੂਜੀ ਸਾਹਿਬਾ। ਹੀਰ ਨੇ ਵੀ ਮਰਦ ਸਮਾਜ ਦੇ ਅੱਗੇ ਖਲੋ ਕੇ ਆਪਣੇ ਹੱਕ ਦੀ ਗੱਲ ਕੀਤੀ ਔਰ ਸਾਹਿਬਾ ਨੇ ਵੀ। ਤੇ ਉਹ ਕਹਿੰਦੇ ਨੇ ਕਿ ਸਾਨੂੰ ਆਪਣੀਆਂ ਮਿਸਾਲਾਂ ਦੇਣੀਆਂ ਚਾਹੀਦੀਆਂ ਨੇ, ਬਜਾਏ ਬਾਹਰੋਂ ਮਿਸਾਲਾਂ ਲਈਏ। ਇਹ ਮਿਸਾਲਾਂ ਲੋਕਾਂ ਨੂੰ ਉਕਸਾਉਂਦੀਆਂ ਨੇ, ਯਕੀਨ ਦਵਾਉਂਦੀਆਂ ਨੇ ਕਿ ਅਸੀਂ ਵੀ ਇਸ ਮਰਦਾਨਾ ਮੁਆਸ਼ਰੇ ਦੀ ਨਾਇਨਸਾਫੀਆਂ ਅੱਗੇ ਖਲੋ ਸਕਦੇ ਹਾਂ। ਜੀ ਜੀ ਜੀ। ਤੇ ਬਹੁਤ ਹੋਰ ਸਾਰੇ ਦੋਸਤ ਵੀ ਨਾਲ ਇਹਦੇ ਸਾਡੇ ਸਾਂਝੇ ਕਰ ਰਹੇ ਨੇ। ਅੱਛਾ, ਜਿਹੜੇ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਪੜਿਆਰ ਨੇ, ਤੁਹਾਡੇ ਸ਼ਾਗਿਰਦ ਨੇ, ਜਿਹੜੇ ਮਰਦ ਕਰਦੇ ਨੇ, ਇਹ ਸਾਡੇ ਨਿਗਾਰ ਵੀ ਕਹਿੰਦੇ ਸਨ ਮਾਲਕ ਉਹਨਾਂ ਨੂੰ ਬਿਸ਼ਤਾਂ 'ਚ ਥਾਂ ਦੇਵੇ, ਕਿਉਂ ਕਹਿੰਦੇ ਸੀ ਕਿ ਜਿਹਨੇ ਇਖਤਿਆਰ ਡੱਕਿਆ ਹੋਇਆ ਨਾ, ਜਾਂ ਜਿਹਦੇ ਹੱਥ ਇਖਤਿਆਰ ਹੈ, ਉਹਨੂੰ ਸੈਂਸਿਟਾਈਜ਼ ਕਰਨ ਦੀ ਲੋੜ ਹੈ ਕਿ ਉਹ ਇਖਤਿਆਰ ਛੱਡੇ ਔਰ ਔਰਤ ਆਪਣੇ ਇਖਤਿਆਰ ਦੀ ਮੰਗ ਵਧਾਵੇ, ਤਾਂ ਬੈਲੈਂਸ ਮੁਆਸ਼ਰਾ ਹੋਏਗਾ। ਤੇ ਤੁਸੀਂ ਵੀ ਸਮਝਦੇ ਹੋ ਜਿਹੜੀਆਂ ਜੈਂਡਰ ਟ੍ਰੇਨਿੰਗ ਅਸੀਂ ਕਰਾਉਂਦੇ ਆ, ਇਹ ਔਰਤਾਂ ਨੂੰ ਟ੍ਰੇਨਿੰਗ ਦੇਣ ਦੀ ਬਜਾਏ ਮਰਦਾਂ ਨੂੰ ਦੇਣੀ ਚਾਹੀਦੀ ਜ਼ਿਆਦਾ। ਦੇਖੋ, ਦੋਨਾਂ ਨੂੰ ਹੀ ਲੋੜ ਹੈ। ਮਤਲਬ ਔਰਤਾਂ ਨੂੰ ਇੱਕ ਖਾਸ ਕਿਸਮ ਦੀ ਚੇਤਨਾ ਦੇਣ ਦੀ ਲੋੜ ਹੈ ਤੇ ਮਰਦਾਂ ਨੂੰ ਚੇਤਨਾ ਦੇ ਨਾਲ ਨਾਲ ਸੰਵੇਦਨਾ ਦੇਣ ਦੀ ਵੀ ਲੋੜ ਹੈ। ਇਸ ਗੱਲ ਬਾਰੇ ਇਹਦੇ ਚ ਨਾ ਥੋੜਾ ਜਿਹਾ ਕੰਪਲਿਕੇਟਡ ਹੈ। ਮਸਲਨ ਜਿਹੜਾ ਔਰਤ ਤੇ ਮਰਦ ਦਾ ਰਿਸ਼ਤਾ ਹੈ। ਅੱਛਾ, ਸੌਰੀ, ਸੰਵੇਦਨਾ ਅਸੀਂ ਕਿਹਨੂੰ ਕਹਿੰਦੇ ਆ? ਸੰਵੇਦਨਾ ਕਿਹਨੂੰ ਕਹਿੰਦੇ ਆ ਜ਼ਰਾ? ਸੈਂਸਿਟੀਵਿਟੀ, ਮਤਲਬ ਥੋੜੀ ਸੈਂਸਿਟੀਵਿਟੀ ਹੋਵੇ ਇਸ ਕਿਸਮ ਦੀ। ਮਸਲਨ ਇਹ ਥੋੜਾ ਕੰਪਲਿਕੇਟਡ ਇਸ ਲਈ ਹੈ ਵੀ ਤੁਸੀਂ ਕਿਸੇ ਬਾਹਰਲੀਆਂ ਚੀਜ਼ਾਂ ਨਾਲ ਲੜਨਾ ਤਾਂ ਥੋੜਾ ਸੌਖਾ ਹੁੰਦਾ, ਪਰ ਮਰਦ ਤੇ ਔਰਤ ਦਾ ਜਿਹੜਾ ਰਿਸ਼ਤਾ ਹੈ, ਮਤਲਬ ਉਹਨਾਂ ਨੇ ਇੱਕੋ ਹੀ ਘਰਾਂ 'ਚ ਰਹਿਣਾ ਹੈ, ਰਿਸ਼ਤਿਆਂ 'ਚ ਰਹਿਣਾ ਹੈ। ਇਸ ਕਰਕੇ ਇਹ ਲੜਾਈ ਨੂੰ ਮੈਨੂੰ ਲੱਗਦਾ ਕਿ ਉਵੇਂ ਨਹੀਂ ਲੜਿਆ ਜਾ ਸਕਦਾ ਵੀ ਜਿਵੇਂ ਇੱਕ ਧਿਰ ਕਿਰਪਾਨਾਂ ਲੈ ਕੇ ਆਪਣਾ ਹੱਕ ਮੰਗਣ ਲੱਗ ਜੇ, ਕਿਉਂਕਿ ਫੇਰ ਉਹਦੇ 'ਚ ਇਸੇ ਲਈ, ਔਰ ਸ਼ਾਇਦ ਅਸੀਂ ਉਹ ਸੈਂਸਿਟੀਵਿਟੀ ਨਹੀਂ ਪੈਦਾ ਕਰ ਸਕੇ। ਇਸੇ ਲਈ ਜਦੋਂ ਵੀ ਅਸੀਂ ਨਾਰੀਵਾਦ ਦੀ ਗੱਲ ਕਰਦੇ ਹਾਂ, ਪਤਾ ਨਹੀਂ ਤਾਂ ਨਾਰੀਵਾਦ ਸ਼ਬਦ ਦੇ ਵਿੱਚ ਪ੍ਰੋਬਲਮ ਹੈ ਕਿ ਇਹ ਮੰਨ ਲਿਆ ਜਾਂਦਾ ਹੈ ਕਿ ਅਸੀਂ ਮਰਦ ਦੇ ਵਿਰੋਧ 'ਚ ਗੱਲ ਕਰ ਰਹੇ ਹਾਂ, ਜਦੋਂ ਕਿ ਅਜਿਹਾ ਨਹੀਂ ਹੈ। ਜਦੋਂ ਨਾਰੀਵਾਦ ਦਾ ਜਿਹੜਾ ਮਤਲਬ ਵਿਰੋਧ ਮਰਦ ਨਾਲ ਨਹੀਂ ਹੈ, ਜਿਹੜਾ ਇਹ ਵਿਚਾਰ ਪ੍ਰਬੰਧ ਹੈ, ਅਸੀਂ ਸਿਰਫ ਬਰਾਬਰੀ ਦੀ ਲੜਾਈ ਲੜ ਰਹੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਵੀ ਮਰਦਾਂ ਦੀ ਸੱਤਾ ਜਾਵੇ ਤੇ ਉਹਦੀ ਥਾਂ ਤੇ ਔਰਤਾਂ ਦੀ ਸੱਤਾ ਜਾਵੇ। ਅਸੀਂ ਕਹਿੰਦੇ ਆ ਵੀ ਮਰਦਾਂ ਦੀ ਸੱਤਾ ਜਾਵੇ ਤੇ ਉਹਦੀ ਥਾਂ ਤੇ ਬਰਾਬਰੀ ਆਵੇ। ਮਤਲਬ ਉਹਦਾ ਜਿਹੜਾ ਆਪੋਜਿਟ ਹੈ ਪਿਤਰਕੀ ਪ੍ਰਬੰਧ ਦਾ, ਉਹ ਬਰਾਬਰੀ ਹੈ, ਇਕੁਐਲਿਟੀ ਹੈ। ਜਿਹੜੀ ਔਰਤਾਂ ਦੀ ਲੜਾਈ ਹੈ ਉਹ ਇਕੁਐਲਿਟੀ ਵਾਸਤੇ ਹੈ। ਪਰ ਪਤਾ ਨਹੀਂ ਤਾਂ ਕਿਉਂਕਿ ਇਹਦਾ ਸ਼ਬਦ ਨਾਰੀਵਾਦ ਹੈ, ਇਸ ਕਰਕੇ ਸਮੱਸਿਆ ਹੈ, ਇਹਨੂੰ ਗਲਤ ਸਮਝ ਲਿਆ ਜਾਂਦਾ ਹੈ ਤੇ ਉਦੋਂ ਹੀ ਇਹਦੇ ਖਿਲਾਫ ਇੱਕ ਆਪਣੀ ਕਿਸਮ ਦਾ ਜਿਹੜਾ ਆਲੇ ਦੁਆਲੇ ਪ੍ਰਵਚਨ ਫਿਰ ਚੱਲਦਾ ਹੈ
ਬਹੁਤੇ ਮਰਦ ਇਹਨੂੰ ਪਸੰਦ ਨਹੀਂ ਕਰਦੇ ਹੈਗੇ, ਮਤਲਬ ਨਾਰੀਵਾਦੀ ਔਰਤਾਂ ਨੂੰ ਵੀ ਪਸੰਦ ਨਹੀਂ ਕੀਤਾ ਜਾਂਦਾ, ਨਾਰੀਵਾਦੀ ਸ਼ਬਦ ਨੂੰ ਵੀ ਪਸੰਦ ਨਹੀਂ ਕੀਤਾ ਜਾਂਦਾ, ਵੀ ਇਹ ਤਾਂ ਪਤਾ ਨਹੀਂ ਘਰ ਤੋੜਨ ਵਾਲੀਆਂ ਨੇ, ਇਹ ਕੀ ਕਰ ਦੇਣਗੀਆਂ, ਜਦੋਂ ਕਿ ਅਸੀਂ ਤਾਂ ਇਹ ਕਹਿੰਦੇ ਆ ਕਿ ਸਾਡੇ ਘਰ ਅਸਲ 'ਚ ਬਿਮਾਰ ਨੇ। ਮਤਲਬ ਜਿਹੜੇ ਘਰਾਂ 'ਚ ਅਸੀਂ ਹੁਣ ਰਹਿ ਰਹੇ ਹਾਂ, ਜਿਵੇਂ ਮੈਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਕਿ ਐਵੇਂ ਤਾਂ ਘਰ ਟੁੱਟ ਜਾਣਗੇ, ਮੈਂ ਕਿਹਾ ਵੀ ਹੁਣ ਕਿਹੜਾ ਜੁੜੇ ਹੋਏ ਨੇ, ਉਹਨਾਂ ਦੇ ਖੋਲ ਹੀ ਨੇ, ਅਸੀਂ ਰਿਸ਼ਤਿਆਂ ਦੇ ਖੋਲ ਚੱਕੀ ਫਿਰਦੇ ਹਾਂ। ਜਿਹੜੇ ਸਾਡੇ ਕੋਲ ਮੌਜੂਦਾ ਘਰ ਨੇ ਉਹ ਬਹੁਤ ਕੋਈ ਖੂਬਸੂਰਤ ਘਰ ਨਹੀਂ ਹੈ, ਉਹਦੇ 'ਚ ਅਸੀਂ ਇੱਕ ਬੰਦੇ ਨੂੰ, ਇੱਕ ਜੀ ਨੂੰ ਰੈਦਰ ਬਿਮਾਰ ਕੀਤਾ ਹੋਇਆ, ਇੱਕ ਜੀ ਉਹਦੇ ਵਿੱਚ ਕਦੇ ਵੀ ਆਪਣੀ ਉਹਦੀ ਕੋਈ ਵੌਇਸ ਨਹੀਂ ਹੈ, ਕੋਈ ਡਿਸੈਸਿਵ ਰੋਲ ਨਹੀਂ ਹੈ, ਉਹਦੇ 'ਚ ਉਹਦੀ ਪਰਸਨੈਲਿਟੀ 'ਚ ਤਰ੍ਹਾਂ ਤਰ੍ਹਾਂ ਦੀਆਂ ਗੁੰਝਲਾਂ ਪੈਦਾ ਹੁੰਦੀਆਂ। ਜੇ ਤੁਸੀਂ ਇਹ ਡੇਟਾ ਪੜ੍ਹੋ ਕਿ ਇੱਧਰਲੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਕਿੰਨੀਆਂ ਔਰਤਾਂ ਨੇ ਜਿਹੜੀਆਂ ਉਹ ਡਿਪਰੈਸ਼ਨ ਦੀਆਂ ਪੇਸ਼ੈਂਟ ਨੇ, ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਗਿਣਤੀ ਮਤਲਬ 75% ਤੋਂ ਵੀ ਕਿਤੇ ਉੱਪਰ ਹੋਊਗੀ। ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਅਸਲ 'ਚ ਡਿਪਰੈਸ਼ਨ ਦੀਆਂ ਪੇਸ਼ੈਂਟ ਨੇ। ਫਿਰ ਸਾਡੇ ਬੜਾ ਹੈ ਕਿ ਔਰਤਾਂ ਤਾਂ ਜੀ ਬਾਈਪੋਲਰ ਹੁੰਦੀਆਂ ਨੇ, ਇਹ ਪਤਾ ਨਹੀਂ ਇਹਨਾਂ ਨੂੰ ਹਾਰਮੋਨਲ ਪ੍ਰੋਬਲਮਸ ਹੁੰਦੀਆਂ ਨੇ, ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ, ਆਪੇ ਹੱਸਣ ਲੱਗ ਜਾਂਦੀਆਂ ਨੇ, ਕਦੋਂ ਰੋਣ ਲੱਗ ਜਾਂਦੀਆਂ ਨੇ। ਇਹ ਆਮ ਹੀ ਤੁਸੀਂ ਸੁਣਿਆ ਹੋਊਗਾ ਔਰਤਾਂ ਬਾਰੇ, ਜਦੋਂ ਕਿ ਇਸ ਤਰ੍ਹਾਂ ਨਹੀਂ ਹੈਗਾ। ਔਰਤਾਂ ਕੋਈ ਬਾਈਪੋਲਰ ਨਹੀਂ ਹੈਗੀਆਂ, ਕੋਈ ਹਾਰਮੋਨਲ ਪ੍ਰੋਬਲਮਸ ਨਹੀਂ ਹੈਗੀਆਂ। ਬੇਸਿਕਲੀ ਜਿਹੜਾ ਮਨੁੱਖ ਤੁਹਾਡੇ ਨਾਲ ਜਿਉਂਦਾ ਪਿਆ ਤੇ ਉਹ ਗੁਲਾਮੀ ਕਰਦਾ ਪਿਆ ਤੁਹਾਡੀ, ਉਹ ਕਿਵੇਂ ਇੱਕ ਮਤਲਬ ਸਾਵਾਂ ਇਨਸਾਨ ਹੋ ਸਕਦਾ। ਤੇ ਤੁਸੀਂ ਜਿਹਨੇ ਸਾਰਾ ਦਿਨ ਇੱਕ ਅਸਾਵੇਂ ਮਨੁੱਖ ਨਾਲ ਰਹਿਣਾ, ਉਹ ਮਰਦ ਕਿੰਨਾ ਕੁ ਸਾਵਾਂ ਹੋ ਸਕਦਾ, ਹਨਾ। ਤੁਸੀਂ ਠੀਕ ਹੈ ਕਿ ਤੁਸੀਂ ਚਾਹੇ ਸੱਤਾ ਚੋਂ, ਚਾਹੇ ਜਿਹੜਾ ਮਰਦ ਹੈ ਉਹ ਉਹਦੀ ਘਰ 'ਚ ਚੱਲਦੀ ਹੈ, ਪਰ ਜੇ ਤੁਹਾਡੇ ਨਾਲ ਇੱਕ ਬਿਮਾਰ ਬੰਦਾ ਰਹਿੰਦਾ ਪਿਆ ਹਮੇਸ਼ਾ, ਜਿਹੜਾ ਕਦੋਂ ਵੀ ਹੱਸਦਾ ਹੈ, ਕਦੋਂ ਵੀ ਰੋਂਦਾ ਹੈ, ਕਦੋਂ ਵੀ ਉਹਨੂੰ ਗੁੱਸਾ ਆਉਂਦਾ ਹੈ, ਕਦੇ ਵੀ ਉਹ ਹਿਸਟੀਰੀਏ ਦਾ ਪੇਸ਼ੈਂਟ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਜਿਹਦੇ ਮੱਥੇ ਤੇ ਤਿਉੜੀਆਂ ਰਹਿੰਦੀਆਂ ਨੇ ਕਿਉਂਕਿ ਉਹਨੂੰ ਜ਼ਿਆਦਾ ਲੇਬਰ ਕਰਨੀ ਪੈਂਦੀ ਹੈ, ਤਾਂ ਉਹ ਉਸ ਇਨਸਾਨ ਤੋਂ, ਉਹਦੇ ਨਾਲ ਰਹਿੰਦਾ ਬੰਦਾ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਮਰਦ ਵੀ ਬਹੁਤ ਸਾਵਾਂ ਰਹਿ ਸਕਦਾ। ਇਸ ਕਰਕੇ ਜਿਹੜੇ ਸਾਡੇ ਮੌਜੂਦਾ ਘਰ ਨੇ, ਅਸੀਂ ਬੇਸਿਕਲੀ ਇੱਕ ਲੜਾਈ ਲੜਦੇ ਹਾਂ ਸਾਰਾ ਦਿਨ, ਅੰਦਰ ਖਾਤੇ ਇੱਕ ਕਸ਼ਮਕਸ਼ ਚੱਲਦੀ ਹੈ। ਅਸੀਂ ਉਹ ਜਿਹੜੇ ਬਿਮਾਰ ਘਰ ਹੈ, ਨਾਰੀਵਾਦ ਉਹਨਾਂ ਬਿਮਾਰ ਘਰਾਂ ਨੂੰ ਸਾਵਾਂ ਕਰਨਾ ਚਾਹੁੰਦਾ। ਬੇਸਿਕਲੀ ਅਸੀਂ ਕੰਪੇਨੀਅਨਸ਼ਿਪ ਚਾਹੁੰਦੇ ਹਾਂ, ਦੋਸਤੀਆਂ ਚਾਹੁੰਦੇ ਹਾਂ, ਕਿ ਅਸੀਂ ਬਰਾਬਰੀ ਦੀ ਪੋਜੀਸ਼ਨ 'ਚ ਹੋਈਏ। ਜਿਵੇਂ ਜਿਹੜੀ ਮੈਂ ਡਾਇਰੀ ਅਨੁਵਾਦ ਕੀਤੀ, ਮੈਂ ਵਾਰ-ਵਾਰ ਉਹਦੇ 'ਚੋਂ ਹਵਾਲੇ ਦਿੰਦੀ ਹਾਂ। ਉਹਦੇ ਵਿੱਚ ਇੱਕ ਬੜਾ ਸੋਹਣਾ ਚੈਪਟਰ ਸੀ ਵੀ ਉਹ ਜਿਹੜੀ ਇੱਕ ਲੇਡੀ ਆ, ਉਹਦੇ 'ਚ ਇੱਕ ਪਾਤਰ ਦੀ ਉਹ ਗੱਲ ਕਰਦੀ ਹੈ ਕਿ ਉਹਦੇ ਘਰੇ ਉਹਦਾ ਜਿਹੜਾ ਘਰ ਵਾਲਾ ਉਹ ਕਿਸੇ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ, ਮਾਰਕਸਵਾਦ ਦਾ ਉਹ ਹਿਮਾਇਤੀ ਹੈ, ਕਾਮਰੇਡ ਹੈ। ਉਹਦੇ ਘਰ 'ਚ ਬਹੁਤ ਸਾਰੇ ਗੈਸਟ ਆਏ ਹੋਏ ਨੇ। ਜਿਹੜੀ ਉਹ ਔਰਤ ਹੈ ਉਹ ਰਸੋਈ 'ਚ ਖਾਣਾ ਬਣਾ ਰਹੀ ਹੈ ਲਗਾਤਾਰ, ਜੂਨ ਦਾ ਮਹੀਨਾ ਹੈ, ਤੇ 5-7 ਬੰਦੇ ਨੇ ਜਿਹੜੇ ਮਤਲਬ ਸਮਾਜਵਾਦ ਨੂੰ ਡਿਸਕਸ ਕਰ ਰਹੇ ਨੇ, ਇਨਕਲਾਬ ਨੂੰ ਡਿਸਕਸ ਕਰ ਰਹੇ ਨੇ, ਡਰਾਇੰਗ ਰੂਮ 'ਚ ਬੈਠੇ ਤੇ ਨਾਲ-ਨਾਲ ਬੋਟੀਆਂ ਤੋੜ ਰਹੇ ਨੇ। ਤੇ ਜਿਹੜੀ ਉਹ ਔਰਤ ਜੂਨ ਦੇ ਮਹੀਨੇ 'ਚ ਲਗਭਗ 2-3 ਘੰਟੇ ਰਸੋਈ 'ਚ ਖੜਦੀ ਹੈ, ਉਹਨਾਂ ਦੇ ਨਾਲ ਉਹਦਾ ਸਰਵੈਂਟ ਵੀ ਹੈ, ਉਹ ਦੋਨੇ ਕੰਮ ਕਰਦੇ ਨੇ। ਤੇ ਉਹ ਮਤਲਬ ਜਿਹੜੇ ਮਹਿਮਾਨ ਨੇ ਉਹ ਖਾਣਾ ਖਾਂਦੇ ਨੇ, ਖਾਣਾ ਖਾਂਦੇ ਖਾਂਦੇ ਸਮਾਜਵਾਦ ਤੇ ਇਨਕਲਾਬ ਬਾਰੇ ਬਹਿਸਦੇ ਰਹਿੰਦੇ ਨੇ। ਉਸ ਤੋਂ ਬਾਅਦ ਉਹ ਸਾਰੇ ਹੱਥ ਧੋਂਦੇ ਨੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਤੇ ਜਿਹੜਾ ਇਸ ਘਰ ਦਾ ਮਾਲਕ ਹੈ ਉਹ ਜਾਂਦਾ ਆਪਣੇ ਬੈਡਰੂਮ 'ਚ ਜਾ ਕੇ ਉਹ ਲੇਟ ਜਾਂਦਾ। ਮਤਲਬ ਉਹਦੇ 'ਚ ਉਹ ਇੱਕ ਸਵਾਲ ਕਰਦੀ ਆ, ਉਹ ਜਿਹੜੀ ਔਰਤ ਹੈ ਉਹ ਕਹਿੰਦੀ ਵੀ ਮੈਨੂੰ ਮੇਰੇ ਪਤੀ ਨੇ ਇਹ ਵੀ ਨਹੀਂ ਪੁੱਛਿਆ ਕਿ ਤੂੰ ਖਾਣਾ ਖਾ ਲਿਆ। ਉਹ ਜਿਹੜੇ ਭਲੇ ਮਾਨਸ ਮਹਿਮਾਨ ਆਏ ਸੀ ਉਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਇਸ ਘਰ 'ਚ ਇੱਕ ਜੀ ਹੈ ਜਿਹੜਾ 3 ਘੰਟਿਆਂ ਤੋਂ ਰਸੋਈ 'ਚ ਕੰਮ ਕਰ ਰਿਹਾ ਸੀ, ਸਾਡੇ ਲਈ ਪਕਵਾਨ ਬਣਾ ਰਿਹਾ ਸੀ, ਵੀ ਉਹਨੂੰ ਇਹ ਪੁੱਛ ਹੀ ਲਿਆ ਜਾਵੇ ਵੀ ਭਾਈ ਤੁਸੀਂ ਖਾਣਾ ਖਾ ਲਿਆ। ਤੇ ਉਹ ਬੰਦਾ ਆਪਣੇ ਏਸੀ ਵਾਲੇ ਕਮਰੇ 'ਚ ਜਾ ਕੇ ਪੈ ਜਾਂਦਾ ਹੈ, ਔਰਤ ਹਜੇ ਰਸੋਈ 'ਚ ਆਪਣੇ ਭਾਂਡੇ ਟਿੰਡੇ ਸਾਂਭ ਰਹੀ ਹੈ। ਤੇ ਉਹ ਕਹਿੰਦੀ ਵੀ ਮੇਰੇ ਮਨ 'ਚ ਇੱਕਦਮ ਖਿਆਲ ਆਉਂਦਾ, ਹੁਣ ਦੇਖੋ ਥੋੜੀ ਦੇਰ ਬਾਅਦ ਉਸ ਔਰਤ ਨੇ ਖਾਣਾ ਖਾਣਾ ਤੇ ਖਾਣਾ ਖਾ ਕੇ ਬੈਡਰੂਮ ਦੇ ਵਿੱਚ ਉਸੇ ਬੰਦੇ ਦੇ ਨਾਲ ਜਾ ਕੇ ਉਹਨੇ ਲੇਟਣਾ। ਉਹ ਕਹਿੰਦੀ ਵੀ ਮੈਨੂੰ ਐ ਲੱਗਦਾ ਵੀ ਮੇਰੀ ਸਾਂਝ ਜਿਹੜਾ ਰਸੋਈ 'ਚ ਮੇਰੇ ਨਾਲ ਕੰਮ ਕਰਦਾ ਪਿਆ ਨੌਕਰ ਹੈ, ਸਾਡੀ ਸਿਚੁਏਸ਼ਨ ਦਾ ਇੱਕੋ ਜੀ ਆ। ਕਹਿੰਦੀ ਵੀ ਮੈਂ ਉੱਥੇ ਬੈਡਰੂਮ 'ਚ ਜਾ ਕੇ ਉਸ ਬੰਦੇ ਨਾਲ ਲੇਟ ਕੇ ਕੀ ਕਰੂੰਗੀ, ਮੈਨੂੰ ਸਾਡੇ ਦਰਮਿਆਨ ਤਾਂ ਬੜੀ ਵੱਡੀ ਖਾਈ ਹੈ। ਤੇ ਕਹਿੰਦੀ ਮੇਰਾ ਦਿਲ ਕਰਦਾ ਕਿ ਮੈਂ ਬੋਰੀ ਵਿਛਾਵਾਂ ਤੇ ਇੱਥੇ ਨੌਕਰ ਨਾਲ ਹੀ ਪੈ ਜਾ। ਇੱਥੇ ਉਹ ਆਪਣਾ ਪੀਸ ਖਤਮ ਕਰ ਦਿੰਦੀ ਹੈ। ਮਤਲਬ ਆਮ ਤੌਰ ਤੇ ਸਾਡੇ ਨਾ ਇੱਕ ਬੜੀ ਮਿੱਥ ਹੈ, ਮੇਰਾ ਦਿਲ ਕਰਦਾ ਕਿ ਮੈਂ ਕਦੇ ਇਹਦੇ ਬਾਰੇ ਲਿਖਾਂ ਕਿ ਔਰਤਾਂ ਮਤਲਬ ਕਿਸੇ ਕਿਸਮ ਦੀਆਂ ਉਹਨਾਂ ਦੀਆਂ ਜਿਹੜੀਆਂ ਡਿਜ਼ਾਇਰਸ ਨਹੀਂ ਹੁੰਦੀਆਂ ਜਾਂ ਮਰ ਜਾਂਦੀਆਂ ਨੇ ਵਿਆਹ ਤੋਂ ਬਾਅਦ। ਅਸਲ 'ਚ ਐਵੇਂ ਨਹੀਂ ਹੁੰਦਾ। ਅਸਲ 'ਚ ਆਪਣੇ
ਪਤੀਆਂ ਦਾ ਕੰਮ ਲੇਬਰ ਵਾਂਗੂ ਕਰਦੀਆਂ ਨੇ, ਉਹਨਾਂ ਨੂੰ ਬੈਠਿਆਂ ਨੂੰ ਪਰੋਸ ਕੇ ਦਿੰਦੀਆਂ ਨੇ ਸਾਰੇ ਕੰਮ ਉਵੇਂ, ਹਨਾ। ਉਹਦੀ ਜਿਹੜੀ ਉਹਦੀ ਮਾਨਸਿਕਤਾ ਤਾਂ ਇੱਕ ਗੁਲਾਮ ਵਾਲੀ ਬਣ ਰਹੀ ਹੁੰਦੀ ਹੈ ਲਗਾਤਾਰ। ਤੇ ਇੱਕ ਗੁਲਾਮ ਇੱਕ ਮਾਲਕ ਨੂੰ ਕਿਵੇਂ ਪਿਆਰ ਕਰ ਸਕਦਾ ਹੈ? ਮਤਲਬ ਉਹ ਅਲਟੀਮੇਟਲੀ ਉਹ ਦੂਰ ਹੁੰਦੀਆਂ ਜਾਂਦੀਆਂ ਨੇ, ਉਹ ਦੇਖਣ ਨੂੰ ਰਿਸ਼ਤੇ ਨਿਭਾਉਂਦੀਆਂ ਨੇ। ਇਵੇਂ ਨਹੀਂ ਹੈ ਕਿ ਉਹਨਾਂ 'ਚ ਡਿਜ਼ਾਇਰਸ ਨਹੀਂ ਹੁੰਦੀਆਂ। ਉਸੇ ਲਿਖਤ ਦੇ ਵਿੱਚ ਇੱਕ ਔਰਤ ਕਹਿੰਦੀ ਹੈ ਵੀ ਮੇਰਾ ਇੱਕ ਗੁਆਂਢੀ ਹੈ ਜਿਹੜਾ ਆਪਣੀ ਘਰ ਵਾਲੀ ਬਿਮਾਰ ਦੇ ਕੱਪੜੇ ਧੋਂਦਾ ਹੈ, ਤੇ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਲੌਨ 'ਚੋਂ ਫੁੱਲ ਤੋੜਾਂ ਤੇ ਜਾ ਕੇ ਉਸ ਬੰਦੇ ਨੂੰ ਦੇ ਕੇ ਆਵਾਂ। ਇਹ ਵੀ ਤਾਂ ਉਸੇ ਔਰਤ ਦੀ ਡਿਜ਼ਾਇਰ ਹੈ ਨਾ। ਮਤਲਬ ਜੇ ਆਪਣੇ ਪਤੀ ਲਈ ਉਹਦੇ ਮਨ 'ਚ ਕੋਈ ਡਿਜ਼ਾਇਰ ਨਹੀਂ ਹੈ ਤਾਂ ਉਹ ਪਤੀ ਨੇ ਖਤਮ ਕੀਤੀ ਹੈ। ਬੇਸਿਕਲੀ ਉਹ ਡਿਸਇੰਟਰਸਟਡ ਹੋ ਜਾਂਦੀਆਂ ਨੇ ਸਾਰੇ ਕਿਸਮ ਦੇ ਸਬੰਧਾਂ 'ਚ, ਚਾਹੇ ਉਹ ਬੈਡਰੂਮ ਦੇ ਸਬੰਧ ਹੈ। ਉਹ ਹੌਲੀ ਹੌਲੀ ਸਿਰਫ ਅਸੀਂ ਰਿਸ਼ਤਿਆਂ ਦੇ ਖੋਲ ਚੱਕਦੇ ਹਾਂ, ਕਿਉਂਕਿ ਤੁਸੀਂ ਕਿਵੇਂ ਇਮੇਜਿਨ ਕਰ ਸਕਦੇ ਹੋ ਕਿ ਜਿਹੜੇ ਬੰਦੇ ਨਾਲ ਤੁਹਾਡੀ ਪਾਵਰ ਪੋਜੀਸ਼ਨ ਨਹੀਂ ਮਿਲਦੀ, ਜਿਹੜੇ ਮਨੁੱਖ ਨਾਲ ਤੁਸੀਂ ਸਾਵੇਂ ਨਹੀਂ ਹੈਗੇ, ਜਿਹਦੇ ਲਈ ਤੁਸੀਂ ਗੁਲਾਮ ਵਾਂਗੂ ਕੰਮ ਕਰ ਰਹੇ ਹੋ, ਜਿੱਥੇ ਤੁਹਾਡਾ ਕੋਈ ਡਿਸੈਸਿਵ ਰੋਲ ਨਹੀਂ ਹੈਗਾ, ਉਹ ਬੰਦਾ ਤੁਹਾਡੇ ਨਾਲ ਆ ਕੇ ਸੌਣ 'ਚ ਕਿਵੇਂ ਇੰਟਰਸਟਡ ਹੋ ਸਕਦਾ? ਤਾਂ ਉਹ ਹੌਲੀ ਹੌਲੀ ਉਹ ਛੱਡ ਜਾਂਦੀਆਂ ਨੇ, ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ। ਪਰ ਇਹ ਨਹੀਂ ਹੈ ਕਿ ਉਹਨਾਂ ਦੇ ਅੰਦਰ ਉਹ ਚਾਹਤਾਂ ਨਹੀਂ ਹੁੰਦੀਆਂ। ਇਹ ਮਿਥ ਹੈ ਕਿ ਔਰਤ ਦੇ ਅੰਦਰ ਡਿਜ਼ਾਇਰਸ ਨਹੀਂ ਹੁੰਦੀਆਂ, ਉਹ ਬਰਾਬਰ ਹੀ ਹੈ ਸਾਡੇ ਸਾਰਿਆਂ 'ਚ। ਮਸਲਾ ਇਹ ਹੈ ਕਿ ਅਸੀਂ ਇੱਕ ਬੰਦਾ ਜਿਹੜਾ ਉਹ ਇੱਕ ਬੰਦੇ 'ਚ ਇੱਕ ਵਿਮਨ ਹੈ ਜਿਹੜੀ ਉਹ ਆਪਣੇ ਪਤੀ 'ਚ ਡਿਸਇੰਟਰਸਟਡ ਹੋ ਜਾਂਦੀ ਹੈ। ਅੱਛਾ, ਤੁਸੀਂ ਬੜੀ ਸੋਹਣੀ ਡਾਇਰੀ ਜਿਹੜੀ ਪੜ੍ਹੀ ਨੇ, ਇਸੇ ਤਰ੍ਹਾਂ ਦੀ ਸਾਰਾ ਸ਼ਗੁਫਤਾ ਨੇ ਵੀ ਆਪਣੇ ਹਾਲਾਤ ਲਿਖੇ ਨੇ। ਤੇ ਉਹ ਜਿਵੇਂ ਤੁਸੀਂ ਕਿਹਾ ਉਹ ਇਨਕਲਾਬ ਦੇ ਝੂਠੇ ਬਰਤਨ ਧੋਂਦੀ ਵਿਚਾਰੀ ਅੰਦਰ, ਤੇ ਸਾਰਾ ਸ਼ਗੁਫਤਾ ਵੀ ਇਸ ਤਰ੍ਹਾਂ। ਜਿਹੜੀ ਅਮਰਤਾ ਜੀ ਦੀ ਇੱਕ ਸ਼ਾਹਕਾਰ ਨਜ਼ਮ ਹੈ ਕਿ ਮੇਰੀ ਬੀਵੀ ਕਾਮ ਨਹੀਂ ਕਰਦੀ, ਉਹਦਾ ਤਰਜਮਾ ਸਾਡੇ ਇੱਥੇ ਬਣਿਆ ਕਿ ਉਹ ਜਦੋਂ ਕੋਕਾ ਪੀ ਰਿਹਾ ਹੁੰਦਾ ਤੇ ਪਿੱਛੇ ਉਹ ਕੌਣ ਧਰ ਕੇ ਲਿਆਂਦੀ ਹੈ, ਜਦੋਂ ਦੋਸਤਾਂ ਨਾਲ ਕੰਮ ਕਰਦਾ ਤੇ ਚਾਹ ਕੌਣ ਦਿੰਦੀ, ਤੇ ਉਹ ਫਿਰ ਵੀ ਆਖਰ ਤੇ ਕਹਿੰਦਾ ਕਿ ਮੇਰੀ ਬੀਵੀ ਕੰਮ ਨਹੀਂ ਕਰਦੀ ਨਾ, ਕੰਮ ਨਹੀਂ ਕਰਦੀ। ਹਾਂ, ਅੱਛਾ, ਜਿਹੜਾ ਨੀਤੂ ਜੀ ਤੁਸੀਂ ਦੇਖਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਤੁਹਾਡੀ ਨਜ਼ਮ ਹੈ ਕਿ ਉਸ ਭਾਸ਼ਾ ਦਾ ਕਵੀ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ, ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕਵੀ ਹੀ ਸਿਰਫ ਗੱਲ ਕਰ ਰਿਹਾ ਔਰਤ ਦੀ ਬਰਾਬਰੀ ਦੀ। ਜਦੋਂ ਕਿ ਸਾਡਾ ਮੀਡੀਆ ਜਿਹੜਾ ਹੈ ਇਲੈਕਟ੍ਰੋਨਿਕ ਜਾਂ ਜਿਹੜਾ ਵੀ ਤੁਸੀਂ ਦੇਖਦੇ ਹੋ, ਸੋ ਉਹ ਪੋਰਟਰੇਟ ਆਫ ਵੂਮਨ ਨੂੰ ਨੈਗੇਟਿਵ ਪੋਰਟਰੇ ਕਰ ਰਿਹਾ ਹੈ। ਜਿਸ ਤਰ੍ਹਾਂ ਕੋਈ ਬਲੇਡ ਦਾ ਇਸ਼ਤਿਹਾਰ ਹੈ ਤੇ ਉਹ 'ਚ ਅਸੀਂ ਔਰਤ ਨੂੰ ਵਹਾ ਰਹੇ ਹਾਂ ਨਾਲ ਖੜਿਆ, ਹਾਲਾਂਕਿ ਉਹਦਾ ਬਲੇਡ ਦੇ ਨਾਲ ਉਹਨੇ ਕੋਈ ਸ਼ੇਪ ਤੇ ਨਹੀਂ ਕਰਨੀ ਨਾ, ਲੇਕਿਨ ਅਸੀਂ ਉਹਨੂੰ ਕਮੋਡਿਟੀ ਬਣਾ ਕੇ ਇੱਕ ਉਹਨੂੰ ਕਮੋਡਿਟੀ ਬਣਾ ਦਿੱਤਾ ਅਸਾਂ। ਤੇ ਜਦੋਂ ਇਹ ਮੀਡੀਆ ਇਹ ਕਰ ਰਿਹਾ ਹੁੰਦਾ ਸਾਰਾ ਕੁਝ, ਤੇ ਉਹ ਇੰਪੈਕਟ ਸੁਸਾਇਟੀ ਤੇ ਬੜਾ ਗੂੜਾ ਪੈਂਦਾ। ਤੇ ਕਵੀ ਨੂੰ ਜਾਂ ਤੁਹਾਡੇ ਜੇ ਵਰਕਰਾਂ ਨੂੰ ਹੋਰ ਮੁਸ਼ਕਿਲ ਨਹੀਂ ਹੋ ਜਾਂਦੀ ਆਪਣੀ ਆਵਾਜ਼ ਨੂੰ ਉੱਚਾ ਕਰਨ ਲਈ, ਜਦੋਂ ਚਾਰੋਂ ਪਾਸਿਓਂ ਇੱਕ ਉਹੀ ਪਿੱਦਰ ਸਰੀ ਮੁਆਸ਼ਰੇ ਦੀ ਆਵਾਜ਼ ਹੀ ਆ ਰਹੀ? ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਪਿਛਲੇ ਸਮੇਂ 'ਚ ਜਦੋਂ ਦਾ ਇਹ 1990s ਤੋਂ ਬਾਅਦ ਜਿਹੜਾ ਵਿਸ਼ਵੀਕਰਨ ਦਾ ਦੌਰ ਚੱਲਦਾ, ਇਹਦੇ ਵਿੱਚ ਜਿਹੜੀ ਫੈਮਿਨਿਸਟ ਮੂਵਮੈਂਟ ਹੈ ਬੜੀ ਕਮਜ਼ੋਰ ਹੋਈ ਸੰਸਾਰ ਪੱਧਰ ਤੇ, ਕਿਉਂਕਿ ਬਹੁਤ ਸਾਰੀਆਂ ਔਰਤਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਜਿਹੜੀਆਂ ਪਹਿਲਾਂ ਫੈਮਿਨਿਜ਼ਮ 'ਚ ਰਹੀਆਂ ਵੀ ਸੀ ਕਿ ਹੁਣ ਫੈਮਿਨਿਜ਼ਮ ਦੀ ਲੋੜ ਨਹੀਂ ਰਹੀ, ਕਿਉਂਕਿ ਇਹ ਜਿਹੜਾ ਬਾਜ਼ਾਰ ਹੈ ਤੇ ਜਿਹੜਾ ਮੀਡੀਆ ਹੈ ਇਹ ਇੱਕ ਭੁਲੇਖਾ ਕ੍ਰੀਏਟ ਕਰਦਾ ਹੈ ਕਿ ਔਰਤ ਹਰ ਥਾਂ ਤੇ ਆ, ਔਰਤ ਸਕਰੀਨ ਤੇ ਆ, ਔਰਤ ਗਲੈਮਰ ਦੀ ਦੁਨੀਆ 'ਚ ਆ, ਔਰਤਾਂ ਹੁਣ ਗੁਲਾਮ ਨਹੀਂ ਰਹੀਆਂ, ਜਦੋਂ ਕਿ ਅਸਲ 'ਚ ਐਵੇਂ ਨਹੀਂ ਹੋਇਆ। ਮਸਲਨ ਜਿਹੜਾ ਸਿਸਟਮ ਇਹ ਤੈਅ ਕਰਦਾ ਹੈ ਕਿ ਔਰਤ ਦੀ ਜਿਹੜੀ ਚੁੰਨੀ ਆ ਉਹਦੇ ਸਿਰ ਤੇ ਹੋਊਗੀ, ਉਹੀ ਸਿਸਟਮ ਇਹ ਤੈਅ ਕਰਦਾ ਹੈ ਕਿ ਉਹਦੀ ਜਿਹੜੀ ਜੀਨ ਆ ਲੱਕ ਤੋਂ ਕਿੰਨੀ ਥੱਲੇ ਹੋਊਗੀ। ਮਤਲਬ ਇਹ ਪਹਿਲਾਂ ਉਹ ਜ਼ਗੀਰਦਾਰੀ ਪ੍ਰਬੰਧ ਤੈਅ ਕਰ ਰਿਹਾ ਸੀ, ਹੁਣ ਉਹ ਕੈਪੀਟਲਿਜ਼ਮ ਤੈਅ ਕਰ ਰਿਹਾ। ਯਾਨੀ ਦੋਨਾਂ ਹੀ ਹਾਲਤਾਂ 'ਚ ਜਿਹੜੀ ਔਰਤ ਹੈ ਉਹਦੀ ਦੇਹ ਉਹਦੀ ਆਪਣੀ ਨਹੀਂ ਹੈ। ਮਤਲਬ ਜ਼ਗੀਰਦਾਰੀ ਦੇ ਲਈ ਵੀ ਉਹਦੀ ਦੇਹ ਲੁਕਾਉਣ ਲਾਇਕ ਸੀ ਕਿਉਂਕਿ ਜ਼ਗੀਰਦਾਰੀ ਨੂੰ ਉਹ ਸੂਟ ਕਰਦਾ ਸੀ। ਪੂੰਜੀਵਾਦ ਲਈ ਉਹਦੀ ਦੇਹ ਹੈ ਜਿਹੜੀ ਉਹ ਐਕਸਪੋਜ਼ ਕਰਨ ਲਾਇਕ ਹੈ ਕਿਉਂਕਿ ਪੂੰਜੀਵਾਦ ਨੇ ਹਰ ਚੀਜ਼ ਨੂੰ ਵੇਚਣਾ ਹੈ ਤੇ ਉਹਨੇ ਬਾਡੀ ਨੂੰ ਵੀ ਵੇਚਣਾ ਹੈ। ਵਿਮਨ ਬਾਡੀ ਉਹਦੇ 'ਚ ਸਭ ਤੋਂ ਜ਼ਿਆਦਾ ਵਿਕਦੀ ਹੈ, ਤਾਂ ਇਸ ਕਰਕੇ ਪੂੰਜੀਵਾਦ ਨੂੰ ਸੂਟ ਕਰਦਾ ਹੈ। ਤੇ ਤੁਸੀਂ ਜਿਹੜੀ ਇੰਟਰਸਟਿੰਗ ਗੱਲ ਦੇਖੋਗੇ ਵੀ ਸਾਡੇ ਭਾਰਤ ਵਰਗੇ ਮੁਲਕ ਦੇ ਵਿੱਚ ਜ਼ਗੀਰਦਾਰੀ ਤੇ ਕੈਪੀਟਲਿਜ਼ਮ ਇਹਨਾਂ ਦੋਨਾਂ ਦੀਆਂ ਮਿਲੀਆਂ ਜੁਲੀਆਂ ਸੰਰਚਨਾਵਾਂ ਚੱਲ ਰਹੀਆਂ ਨੇ। ਮਤਲਬ ਇੱਕ ਔਰਤ ਹੋਊਗੀ, ਉਹਨੇ ਟੌਪ ਤੇ ਜੀਨ ਪਾਇਆ ਹੋਊਗਾ ਕਿਉਂਕਿ ਕੈਪੀਟਲਿਜ਼ਮ ਸੂਟ ਦੇ ਵਿੱਚ ਹੈ ਉਹ, ਪਰ ਉਹਨੇ ਨਾਲ ਹੀ ਮੰਗਲ ਸੂਤਰ ਪਾਇਆ ਹੋਊਗਾ ਤੇ ਚੂੜਾ ਪਾਇਆ ਹੋਊਗਾ ਤੇ ਸੰਧੂਰ ਭਰਿਆ ਹੋਊਗਾ ਕਿਉਂਕਿ ਉਹਨੂੰ ਵੀ ਅਸੀਂ ਪੱਕਾ ਕੀਤਾ। ਅਸੀਂ ਸਾਡੀਆਂ ਫਿਊਡਲ ਜਿਹੜੀਆਂ ਸਟਰਕਚਰਸ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਤੇ ਨਾਲ ਨਾਲ ਕੈਪੀਟਲਿਜ਼ਮ ਨੇ ਆਪਣਾ ਸਮਾਨ ਵੀ ਵੇਚਿਆ, ਬਲਕਿ ਉਹ ਇੰਨਾ ਵੇਚਿਆ ਕਿ ਸਾਡਾ ਕਰਵਾ ਚੌਥ ਵੀ ਬਾਜ਼ਾਰ 'ਚ ਵਿਕਣ ਲੱਗ ਗਿਆ, ਸਾਡਾ ਚੂੜਾ ਵੀ ਵੱਧ ਵਿਕਣ ਲੱਗ ਗਿਆ, ਮੰਗਲ ਸੂਤਰ ਵੀ ਵੱਧ ਵਿਕਣ ਲੱਗ ਗਏ, ਸੰਧੂਰ ਤੇ ਮੇਕਅਪ ਦਾ ਸਮਾਨ ਵੀ ਵੱਧ ਵਿਕਣ ਲੱਗ ਗਿਆ। ਇਸ ਕਰਕੇ ਔਰਤਾਂ ਨੂੰ ਇਸ ਗੱਲ ਨੂੰ ਸਮਝਣਾ ਪੈਣਾ
ਕਿ ਜਿਹੜੀ ਜਿਵੇਂ ਬਿਊਟੀ ਪਾਰਲਰ ਖੁੱਲੇ ਨੇ ਹਰ ਗਲੀ ਮੁਹੱਲੇ ਦੇ ਵਿੱਚ, ਕਿ ਔਰਤ ਆਪਣੀ ਦੇਹ ਨੂੰ ਵੀ ਆਪਣਾ ਨਹੀਂ ਸਮਝਦੀ। ਮਤਲਬ ਜਦੋਂ ਉਹ ਆਪਣੀ ਬਾਡੀ ਤੋਂ ਹਮੇਸ਼ਾ ਹੀ ਸੈਟਿਸਫਾਈਡ ਨਹੀਂ ਰਹਿੰਦੀ, ਅਸੰਤੁਸ਼ਟ ਰਹਿੰਦੀ ਉਹ ਆਪਣੀ ਬਾਡੀ ਤੋਂ, ਕਿਉਂਕਿ ਔਰ ਉਹਦੀ ਲੰਬਾ ਸਮਾਂ ਉਹਦੀ એનર્ਜੀ ਇਸ ਗੱਲ ਤੇ ਲੱਗਦੀ ਹੈ ਕਿ ਉਹ ਗੋਰੀ ਕਿਵੇਂ ਹੋ ਸਕਦੀ ਆ, ਉਹ ਸਲਿਮ ਟ੍ਰਿਮ ਕਿਵੇਂ ਹੋ ਸਕਦੀ ਆ, ਉਹ ਜ਼ੀਰੋ ਫਿਗਰ ਕਿਵੇਂ ਹੋ ਸਕਦੀ ਆ, ਉਹ ਸੱਜ ਕਿਵੇਂ ਸਕਦੀ ਆ, ਕਾਸਮੈਟਿਕਸ ਕਿਹੜਾ ਲੈਣਾ। ਤਾਂ ਇਹ ਸਾਰਾ ਕੁਝ ਇਹ ਨਹੀਂ ਹੈ ਕਿ ਔਰਤ ਆਪਣੀ ਦੇਹ ਦੇ ਬਹੁਤ ਨੇੜੇ ਹੈ। ਬੇਸਿਕਲੀ ਉਹਨੂੰ ਜਿਹੜੀ ਕੁਦਰਤ ਨੇ ਦੇਹ ਦਿੱਤੀ ਆ ਉਹਨੂੰ ਅਪਣਾਉਂਦੀ ਹੀ ਨਹੀਂ। ਉਹ ਸਾਰੀ ਉਮਰ ਆਪਣੀ ਦੇਹ ਨੂੰ ਨਫ਼ਰਤ ਕਰਦੀ ਰਹਿੰਦੀ ਹੈ ਤੇ ਕੁਝ ਹੋਰ ਹੋਣਾ ਚਾਹੁੰਦੀ ਹੈ ਜੋ ਉਹ ਅਸਲ 'ਚ ਹੈ ਨਹੀਂ। ਇਹਨੂੰ ਅਸੀਂ ਬਿਊਟੀ ਮਿਥ ਕਹਿੰਦੇ ਆ ਨਾ, ਕਿ ਸੁੰਦਰਤਾ ਦੀਆਂ ਮਿੱਥਾਂ ਖੜੀਆਂ ਕੀਤੀਆਂ ਨੇ ਸੁਸ਼ਮਿਤਾ ਸੇਨ, ਐਸ਼ਵਰੀਆ ਰਾਏ। 1990 ਤੋਂ ਬਾਅਦ ਕਿਵੇਂ ਇਹਨਾਂ ਦਾ ਇੱਕ ਜਦੋਂ ਇਕੋਨਮੀ ਖੁੱਲਦੀ ਆ, ਉਦਾਰਵਾਦੀ ਨੀਤੀਆਂ ਅਪਣਾਈਆਂ ਜਾਂਦੀਆਂ ਨੇ, ਤੁਹਾਨੂੰ ਇਹ ਸਾਰਾ ਕੁਝ ਸਾਨੂੰ ਪਤਾ ਹੈ। ਉਦੋਂ ਹੀ ਕਿਉਂ ਭਾਰਤ ਦੀਆਂ ਕੁੜੀਆਂ ਐਸ਼ਵਰੀਆ ਤੇ ਸੁਸ਼ਮਿਤਾ ਮਿਸ ਵਰਲਡ, ਮਿਸ ਯੂਨੀਵਰਸ ਬਣਨ ਲੱਗਦੀਆਂ ਨੇ। ਤਾਂ ਸੁੰਦਰਤਾ ਦੀਆਂ ਮਿੱਥਾਂ ਖੜੀਆਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਮਿੱਥਾਂ ਨੂੰ ਪੂਰਾ ਕਰਨ ਲਈ ਹਰ ਗਲੀ ਮੁਹੱਲੇ 'ਚ ਪਾਰਲਰ ਖੋਲੇ ਜਾਂਦੇ ਨੇ। ਤੇ ਔਰਤ ਕਿਉਂਕਿ ਸਭ ਤੋਂ ਮਾਸੂਮ ਸ਼ਿਕਾਰ ਹੈ ਬਾਜ਼ਾਰ ਦਾ, ਆਪਣੀਆਂ ਖਾਸ ਤਰ੍ਹਾਂ ਦੀਆਂ ਸਿਚੁਏਸ਼ਨਸ ਕਰਕੇ, ਖਾਸ ਤਰ੍ਹਾਂ ਦੀ ਪੋਜੀਸ਼ਨ ਕਰਕੇ, ਕਿਉਂਕਿ ਹੁਣ ਤੱਕ ਸਾਡੇ ਕਲਚਰ ਨੇ ਉਹਦਾ ਜਿਹੜਾ ਮੁੱਲ ਪਾਇਆ ਉਹ ਸੋਹਣੀ ਹੋਣ ਕਰਕੇ ਪਾਇਆ, ਉਹਦੀ ਬਾਡੀ ਕਰਕੇ ਪਾਇਆ, ਹਨਾ। ਕਿ ਜੇ ਔਰਤ ਸੋਹਣੀ ਆ ਤਾਂ ਫਿਰ ਉਹ ਕਿਸੇ ਵੀ ਘਰੇ ਉਹਨੂੰ ਰਿਸ਼ਤਾ ਹੋ ਜਾਊਗਾ, ਉਹਦੀ ਲਿਆਕਤ ਦਾ, ਉਹਦੇ ਦਿਮਾਗ ਦਾ ਕੋਈ ਮੁੱਲ ਨਹੀਂ ਹੈ, ਉਹਦੀ ਸ਼ਕਲ ਦੇਖਣੀ ਆ ਅਸੀਂ। ਤਾਂ ਉਹਦੇ ਲਈ ਫਿਰ ਜਦੋਂ ਇਹ ਸਾਰੀ ਮਿੱਥ ਦੇ ਵਿੱਚ ਉਹ ਐਂਟਰ ਕਰਦੀ ਹੈ ਤਾਂ ਉਹ ਬਿਲਕੁਲ ਬਹੁਤ ਹੀ ਮਾਸੂਮੀਅਤ ਨਾਲ ਇਹਦੇ 'ਚ ਫਸ ਜਾਂਦੀ ਹੈ। ਇਸ ਕਰਕੇ ਔਰਤਾਂ ਨੂੰ ਵੀ ਇਹਦੇ ਬਾਰੇ ਸੁਚੇਤ ਹੋਣਾ ਪਊਗਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜਾ ਕੈਪੀਟਲਿਜ਼ਮ ਹੈ, ਔਰ ਪਿਛਲੇ ਦਿਨਾਂ 'ਚ ਮੈਂ ਕਿਤੇ ਗੱਲ ਵੀ ਕਰ ਰਹੀ ਸੀ ਕਿ ਜਿਹੜੀ ਪੋਰਨੋਗ੍ਰਾਫੀ ਹੈ ਉਹ ਵਿਸ਼ਵੀਕਰਨ 'ਚ ਜਿੰਨਾ ਮਤਲਬ ਔਰਤ ਦੀ ਦੇਹ ਵਿਕ ਰਹੀ ਆ, ਔਰਤਾਂ ਦਾ ਨਿਰਯਾਤ ਹੋ ਰਿਹਾ ਇੱਕ ਮੁਲਕ ਤੋਂ ਦੂਜੇ ਮੁਲਕ ਤੱਕ, ਇਹਦਾ ਜਿਹੜਾ ਡੇਟਾ ਹੈ ਜੇ ਤੁਸੀਂ ਦੇਖੋਗੇ ਤਾਂ ਇਹ ਅਰਬਾਂ ਖਰਬਾਂ ਦਾ ਵਪਾਰ ਹੈ। ਤੇ ਔਰਤ ਦੀ ਦੇਹ ਮੰਡੀ ਦਾ ਹਿੱਸਾ ਕਦੇ ਵੀ ਇਸ ਤਰ੍ਹਾਂ ਨਹੀਂ ਬਣੀ ਸੀ ਜਿਵੇਂ ਕਿ ਹੁਣ ਬਣੀ ਹੋਈ। ਬਿਲਕੁਲ ਸਹੀ। ਅੱਛਾ, ਮੈਂ ਨਾ ਜੀ ਇੱਕ ਮੇਰੀ ਨਜ਼ਮ ਹੈ ਛੋਟੀ ਜਿਹੀ ਕਿ ਅੱਖ ਦੇ ਅੰਦਰ ਵਸਦੇ ਸੋਝ ਸਿਆਪਨ ਰੂਪ, ਅੱਖ ਦੇ ਅੰਦਰ ਵਸਦੇ ਸੋਝ ਸਿਆਪਨ ਰੂਪ, ਕੰਮ ਕਿਸੇ ਨਾ ਥਾਂ ਦੇ ਜ਼ਾਹਰ ਦੇ ਬਹਿਰੂਪ। ਜਿਹੜੇ ਜ਼ਾਹਰ ਦੇ ਅਸੀਂ ਮਰਨੇ ਉਹ ਕਿਸੇ ਕੰਮ ਦੇ ਨਹੀਂ, ਰਵਈਏ ਨਾਲ ਚੱਲਦੇ ਨੇ ਔਰਤ ਮਰਦ ਦੇ। ਅੱਛਾ, ਇਹ ਦੱਸੋ ਨੀਤੂ ਜੀ, ਜਿਹੜੇ ਸਾਡੇ ਧਰਮਾਂ ਦੀ ਤਸ਼ਰੀਹ ਕਰਦੇ ਨੇ ਸਾਡੇ ਮੌਲਵੀ, ਪੰਡਤ, ਪਾਦਰੀ, ਆਪਣੀ ਮਰਜ਼ੀ ਨਾਲ ਉਹਨੇ ਵੀ ਬੜਾ ਨੁਕਸਾਨ ਪਹੁੰਚਾਇਆ ਔਰਤ ਦੇ ਰਾਈਟਸ ਨੂੰ। ਜਿਵੇਂ ਮੈਂ ਇੱਕ ਅੱਜ ਹੀ ਦੋਸਤ ਕੋਲੋਂ ਸੁਣ ਰਿਹਾ ਸੀ ਇੱਕ ਚੁਟਕਲਾ, ਉਹਦੇ 'ਚ ਇੱਕ ਮੈਸੇਜ ਹੈ ਬੜਾ ਸਖਤ ਕਿ ਇੱਕ ਮੌਲਵੀ ਨੇ, ਮੁੱਲਾ ਨੇ ਲੋਕਾਂ ਨੂੰ ਵਾਜ਼ ਕਰ ਰਿਹਾ ਸੀ ਕਿ ਜਿਹੜਾ ਮੇਕਅਪ ਕਰਨਾ ਹੈ ਇਹ ਠੀਕ ਨਹੀਂ ਹੈਗਾ ਔਰ ਸੁਰਖੀ ਲਾਣੀ ਹਰਾਮ ਹੈ। ਤੇ ਅੱਗੋਂ ਇੱਕ ਨੌਜਵਾਨ ਪ੍ਰੋਵੋਕਲ ਬੈਠਾ ਸੀ ਤੇ ਉਹਨੇ ਕਿਹਾ ਜੀ ਮੌਲਵੀ ਸਾਹਿਬ ਮੈਂ ਵੇਖਿਆ ਤੁਹਾਡੀ ਬੀਵੀ ਵੀ ਸੁਰਖੀ ਲਾਂਦੀ ਹੈ। ਤੇ ਉਹਨੇ ਕਿਹਾ ਉਹਨੂੰ ਤੇ ਜੱਜਦੀ ਬੜੀ, ਉਹਦੀ ਗੱਲ ਨਾ ਕਰੋ, ਉਹਨੂੰ ਤੇ ਬਹੁਤ ਜੱਜਦੀ ਹੈ ਕਿ ਆਪਣੀ ਬੀਵੀ ਨੂੰ ਜੱਜਦੀ ਹੈ ਤੇ ਲੋਕਾਂ ਦੇ ਹਰਾਮ ਹੈ। ਅਤੇ ਤੁਹਾਨੂੰ ਲੱਗਦਾ ਹੈ ਕਿ ਧਰਮਾਂ ਦੀ ਜਿਹੜੀ ਤਾਲੀਮ ਹੈ ਜਿਹਦੇ 'ਚ ਮੁੱਲਾ, ਪਾਦਰੀ, ਪੰਡਤ ਦੀ ਮਰਜ਼ੀ ਸ਼ਾਮਲ ਹੈ, ਉਹਨੇ ਵੀ ਔਰਤ ਨੂੰ ਦਬਾਇਆ ਹੈ। ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ? ਦੇਖੋ, ਜਿਹੜਾ ਮੁੱਲਾ, ਪਾਦਰੀ ਤੇ ਪੰਡਤ ਉਹ ਤਿੰਨੇ ਸੱਤਾ ਦੇ ਵਜ਼ੀਰ ਨੇ ਤੇ ਸੱਤਾਧਾਰੀ ਧਿਰ ਹੈ ਮੇਰੇ ਲਈ। ਇਸ ਕਰਕੇ ਜਿਹੜੇ ਸਾਰੇ ਧਰਮ ਨੇ ਉਹ ਬੇਸਿਕਲੀ ਮਤਲਬ ਔਰਤ ਦੀ ਗੁਲਾਮੀ ਦਾ ਰਸਤਾ ਲੱਗਦੇ ਨੇ ਮੈਨੂੰ। ਇਸ ਕਰਕੇ ਜਦੋਂ ਸਾਡੇ ਪਿੱਛੇ ਜੇ ਸ਼ਬਰੀਮਾਲਾ ਮੰਦਿਰ ਦੇ ਵਿੱਚ ਔਰਤਾਂ ਦੀ ਐਂਟਰੀ ਤੇ ਬੈਨ ਲੱਗਿਆ ਸੀ, ਈਵਨ ਸਾਡੇ ਇਹ ਮਸਲਾ ਵੀ ਚੱਲਦਾ ਹੈ ਕਿ ਔਰਤਾਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ, ਸਿੱਖ ਧਰਮ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਚੱਲਦੀ ਹੈ। ਤਾਂ ਇਹ ਇੱਕ ਮਤਲਬ ਗੰਭੀਰ ਮਸਲਾ ਦੇਖੋ। ਤਾਂ ਉਦੋਂ ਜਦੋਂ ਔਰਤਾਂ ਨੇ ਇਸ ਗੱਲ ਲਈ ਵੀ ਸਾਨੂੰ ਮੰਦਿਰ 'ਚ ਐਂਟਰ ਕਰਨ ਦਿੱਤਾ ਜਾਵੇ, ਇਸ ਗੱਲ ਲਈ ਸੰਘਰਸ਼ ਲੜਿਆ ਸੀ, ਉਦੋਂ ਵੀ ਇਸ ਗੱਲ ਬਾਰੇ ਮੇਰਾ ਮਤ ਇਹ ਸੀਗਾ ਵੀ ਇਹਨਾਂ ਧਰਮਾਂ 'ਚ ਐਂਟਰ ਕਰਨ ਵਾਸਤੇ ਔਰਤਾਂ ਨੂੰ ਨਹੀਂ ਲੜਨਾ ਚਾਹੀਦਾ, ਇਹਨਾਂ ਦਾ ਤਾਂ ਬਾਈਕਾਟ ਕਰਨ ਲਈ ਲੜਨਾ ਚਾਹੀਦਾ। ਮਤਲਬ ਕਿਉਂ ਔਰਤਾਂ ਇਹਨਾਂ ਮੰਦਿਰਾਂ 'ਚ ਜਾਣਾ ਚਾਹੁੰਦੀਆਂ ਨੇ? ਇਸ ਕਰਕੇ ਸਾਰੇ ਧਰਮ, ਮੈਨੂੰ ਲੱਗਦਾ ਹੈ ਕਿ ਜਿਹੜੀ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਜੇ ਅਸੀਂ ਧਰਮ ਨੂੰ ਉਵੇਂ ਡਿਫਾਈਨ ਕਰਨਾ ਹੋਵੇ। ਤੇ ਤੁਹਾਡੀ ਜਿਹੜੀ ਮਤਲਬ ਇੰਟਰਨਲ ਇੱਕ ਵੌਇਸ ਹੈ, ਇੱਕ ਜਿਹਨੂੰ ਅਸੀਂ ਸਪਿਰਿਚੁਅਲ ਐਕਸਪੀਰੀਅੰਸ ਕਹਿ ਸਕਦੇ ਹਾਂ, ਮੈਂ ਉਹਨੂੰ ਉਸ ਤਰ੍ਹਾਂ ਦੇ ਰੱਬ ਨਾਲ ਜਾਂ ਨਹੀਂ ਜੋੜਦੀ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਸਾਡੇ ਅੰਦਰ ਕੋਈ ਇਸ ਕਿਸਮ ਦੀ ਚੇਤਨਾ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਹੁੰਦੀ ਹੈ ਜਿਹੜੀ ਸਾਨੂੰ ਠੀਕ ਗਲਤ ਬਾਰੇ ਜਾਣਕਾਰੀ ਵੀ ਦਿੰਦੀ ਹੈ।
ਤਾਂ ਉਹੀ ਮੈਨੂੰ ਲੱਗਦਾ ਕਿ ਸਾਡੀ ਰਾਹ ਦਸੇਰਾ ਹੁੰਦੀ ਹੈ। ਗਿਆਨ ਉਹਦੇ 'ਚ ਸਾਡਾ ਮਦਦ ਕਰ ਸਕਦਾ, ਗਿਆਨ ਦਾ ਰਾਹ, ਵਿਜ਼ਡਮ ਦਾ ਰਾਹ ਹੁੰਦਾ ਬੇਸਿਕਲੀ। ਤਾਂ ਬਾਕੀ ਸਾਰਾ ਕੁਝ ਮੈਨੂੰ ਨਹੀਂ ਲੱਗਦਾ ਧਰਮਾਂ ਨੇ ਨੈਗੇਟਿਵ ਰੋਲ ਹੀ ਪਲੇ ਕੀਤਾ, ਤੇ ਔਰਤਾਂ ਨੂੰ ਮੈਨੂੰ ਲੱਗਦਾ ਕਿ ਸਾਰੇ ਹੀ ਧਰਮਾਂ ਦਾ ਬਾਈਕਾਟ ਕਰ ਸਕਦੀਆਂ ਨੇ ਔਰਤਾਂ ਲਈ ਜੋ ਇਹਨਾਂ ਧਰਮਾਂ 'ਚ ਹੈ। ਪਰ ਜੇ ਮੰਨਣਾ ਹੈ ਤਾਂ ਫਿਰ ਸਾਨੂੰ ਜ਼ਰੂਰ ਇਹਨਾਂ ਦਾ ਕ੍ਰਿਟੀਕਲ ਐਨਾਲਿਸਿਸ ਵੀ ਸਾਰੇ ਹੀ ਧਰਮਾਂ ਦਾ ਕਰਨਾ ਪਊਗਾ। ਅੱਛਾ ਨੀਤੂ ਜੀ, ਬੜਾ ਇੱਕ ਤੁਹਾਡੇ ਤੇ ਖਾਸ ਮਿਹਰ ਹੈ ਜਿਵੇਂ ਨਾ ਮਾਲਕ ਮੈਂ ਤੁਹਾਡੀ ਮੈਂ ਆਪਣੀ ਗੱਲ ਨੂੰ ਪਹਿਲਾਂ ਵਾਲੀ ਨੂੰ 1 ਮਿੰਟ 'ਚ ਕੰਟੀਨਿਊ ਕਰਦੀ। ਮਤਲਬ ਮੈਂ ਆਪਣੇ ਵਿਦਿਆਰਥੀਆਂ ਨਾਲ ਅਕਸਰ ਗੱਲ ਕਰਦੀ ਹੁੰਦੀ ਹਾਂ ਕਿ ਜਿਹੜਾ ਸਾਡਾ ਤਾਂ ਰੱਬ ਵੀ ਸਾਡਾ ਭਾਲਿਆ ਹੋਇਆ ਰੱਬ ਨਹੀਂ ਹੈਗਾ। ਮਤਲਬ ਸਾਨੂੰ ਅਸੀਂ ਜਨਮ ਲੈਂਦੇ ਹਾਂ ਤੇ ਜਨਮ ਦੇ ਨਾਲ ਹੀ ਸਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੂੰ ਇਸ ਮਾਤਾ ਨੂੰ ਮੰਨਣਾ ਹੈ, ਤੂੰ ਇਸ ਗੁਰਦੁਆਰੇ ਜਾਣਾ ਹੈ, ਤੂੰ ਆਹ ਪਾਠ ਕਰਨਾ ਹੈ ਤੇ ਤੂੰ ਆਹ ਮਸੀਤ 'ਚ ਜਾਣਾ ਹੈ। ਮਤਲਬ ਬੱਚਾ ਜੰਮਦਾ ਹੈ ਤਾਂ ਉਹਦੇ ਨਾਲ ਇੱਕ ਧਰਮ ਹੈ। ਮਤਲਬ ਇਦੋਂ ਵੱਡੀ ਇੱਕ ਹਿਊਮਨ ਬੀਇੰਗ ਨਾਲ ਵੱਜੀ ਠੱਗੀ ਕੀ ਹੋ ਸਕਦੀ ਆ ਕਿ ਤੁਹਾਨੂੰ ਆਪਣਾ ਰੱਬ ਵੀ ਆਪ ਲੱਭਣ ਦਾ ਅਸੀਂ ਮੌਕਾ ਨਹੀਂ ਦਿੰਦੇ। ਤਾਂ ਮੈਨੂੰ ਇਹ ਲੱਗਦਾ ਵੀ ਜੇ ਲੱਭਣਾ ਹੈ ਨਾ, ਫਿਰ ਜੇ ਕੋਈ ਮੰਨਦਾ ਰੱਬ ਨੂੰ, ਤਾਂ ਆਪਣਾ ਰੱਬ ਅਸੀਂ ਫਿਰ ਆਪ ਲੱਭਿਆ ਹੋਵੇ। ਇਸ ਗੱਲੋਂ ਮੈਨੂੰ ਪੰਜਾਬੀ ਦੇ ਕਵੀ ਪੂਰਨ ਸਿੰਘ ਬਹੁਤ ਪਿਆਰੇ ਲੱਗਦੇ ਨੇ। ਮੈਂ ਪੂਰਨ ਸਿੰਘ ਪੜ੍ਹਾਉਂਦੀ ਰਹੀ ਹਾਂ। ਜਦੋਂ ਉਹ ਮਤਲਬ ਜਦੋਂ ਉਹ ਕਦੇ ਉਹ ਬੋਧੀ ਬਣ ਜਾਂਦੇ ਨੇ, ਕਦੇ ਉਹ ਸਿੰਘ ਸਭਾਈਆਂ ਨਾਲ ਆਉਂਦੇ ਨੇ ਤੇ ਸਿੱਖ ਸੱਜ ਜਾਂਦੇ ਨੇ, ਕਦੇ ਉਹ ਵੇਦਾਂਤ ਦਾ ਪ੍ਰਭਾਵ ਪੈਂਦਾ ਸੰਨਿਆਸੀ ਹੋ ਜਾਂਦੇ ਨੇ। ਮੈਨੂੰ ਲੱਗਦਾ ਕਿ ਦਿਸ ਇਜ਼ ਦ ਜਰਨੀ। ਮਤਲਬ ਜੇ ਮਨੁੱਖ ਜਿਹੜੀ ਉਹਨਾਂ 'ਚ ਖੁੱਲ ਖੁਲਾਸਾ ਹੈ, ਫਿਰ ਮਨੁੱਖ ਦੀ ਜਿਹੜੀ ਯਾਤਰਾ ਹੈ ਉਹ ਇਸ ਕਿਸਮ ਦੀ ਹੋਣੀ ਚਾਹੀਦੀ ਹੈ ਵੀ ਘੱਟੋ ਘੱਟ ਤੁਹਾਡੇ ਜਨਮ ਦੇ ਨਾਲ ਚੀਜ਼ਾਂ ਨਾ ਤੈਅ ਹੋ ਜਾਣ ਕਿ ਭਾਈ ਆਹ ਤੇਰਾ ਰੱਬ ਹੈ, ਤੂੰ ਸਾਰੀ ਉਮਰ ਇਹਨੂੰ ਮੰਨਣਾ ਹੈ, ਇਸੇ ਰੱਬ ਤੋਂ ਤੇਰੀ ਮੁਕਤੀ ਹੋਣੀ ਹੈ। ਦਿਸ ਇਜ਼ ਨਾਟ ਫੇਅਰ। ਮੈਨੂੰ ਲੱਗਦਾ ਕਿ ਇਦੋਂ ਵੱਡੀ ਮਨੁੱਖ ਨਾਲ ਕੋਈ ਠੱਗੀ ਨਹੀਂ ਹੋ ਸਕਦੀ। ਤੇ ਇਹ ਔਰਤ ਬਾਰੇ ਵੀ ਓਨਾ ਹੀ ਸੱਚ ਹੈ ਜੀ ਨੀਤੂ ਜੀ। ਸਾਡੇ ਜਿਹੜੇ ਪੰਜਾਬੀ ਦੇ ਸੂਫੀ ਨੇ, ਮੈਂ ਸਮਝਦਾ ਕਿ ਬਾਕੀ ਦੁਨੀਆ ਵੇਖੀ ਅਗਰ ਤੇ ਇਹ ਬੰਦੇ ਦੇ ਦਿਲ 'ਚ ਰੱਬ ਦੇ ਹੋਣ ਦੀ ਗਵਾਹੀ ਦਿੰਦੇ ਨੇ। ਇਹ ਥੱਲਿਓਂ ਚਾਨਣ ਅਸਮਾਨ ਨਾਲ ਘੱਲਦੇ ਨੇ, ਇਹ ਇਨਸਾਨ ਦੇ ਵਿੱਚੋਂ ਫੁੱਟਦਾ ਹੈ ਬਕੌਲ ਇਹਨਾਂ ਦੇ। ਬਾਕੀ ਲੋਕ ਉੱਤੋਂ ਚਾਨਣ ਲੱਭਦੇ ਨੇ ਅਸਮਾਨਾਂ ਤੋਂ। ਤੇ ਮੈਂ ਸਮਝਦਾ ਪੰਜਾਬੀ ਲਹਿਕਲ ਜਿਹੜੀ ਇਹ ਔਰਤਾਂ ਲਈ ਬੜੀ ਅਕੋਮੋਡੇਟਿਵ ਨੇੜੇ ਪੈਂਦੀ ਹੈ। ਤੇ ਮੈਂ ਗੱਲ ਕਰਨ ਲੱਗਾ ਕਿ ਤੁਹਾਡੇ ਤੇ ਖਾਸ ਮਿਹਰ ਹੈ ਕਿ ਤੁਹਾਡਾ ਘਰ ਬੜਾ ਸੋਹਣਾ ਚੱਲ ਰਿਹਾ ਹੈ। ਵਰਨਾ ਜਿਹੜੀਆਂ ਨਾਰੀਵਾਦ ਔਰਤਾਂ ਨੂੰ ਤੇ ਇਲਜ਼ਾਮ ਹੁੰਦਾ ਕਿ ਆਪ ਤੇ ਘਰ ਇਹਨਾਂ ਦਾ ਚੱਲਦਾ ਨਹੀਂ, ਤੇ ਸਾਡੇ ਘਰ ਵੀ ਖਰਾਬ ਕਰਨਾ ਚਾਹੁੰਦੀਆਂ ਨੇ। ਤੇ ਇਹ ਜਿਹੜਾ ਪਹਿਲੀ ਗੱਲ ਤਾਂ ਮੈਨੂੰ ਐ ਲੱਗਦਾ ਵੀ ਨਾਰੀਵਾਦੀਆਂ ਦੇ ਘਰ ਸੋਹਣੇ ਚੱਲਣੇ ਨਹੀਂ ਚਾਹੀਦੇ। ਮੈਂ ਐਵੇਂ ਹੀ ਸੋਚਦੀ ਹਾਂ। ਜਿਸ ਕਿਸਮ ਦਾ ਸਾਡਾ ਪ੍ਰਬੰਧ ਹੈਗਾ, ਮੇਰਾ ਘਰ ਸੋਹਣਾ ਚੱਲ ਰਿਹਾ, ਇਹ ਤੁਹਾਨੂੰ ਬਾਹਰੋਂ ਬਾਹਰੋਂ ਦਿਖਦਾ। ਹੋ ਸਕਦਾ ਅਸੀਂ ਵੀ ਲੜਦੇ ਭਿੜਦੇ ਰਹਿੰਦੇ ਹੋਈਏ। ਔਰ ਜਿਹੜਾ ਸੋਹਣਾ ਦੇਖੋ, ਜਿੱਥੇ ਵੀ ਟੁੱਟ ਭੱਜ ਹੋਊਗੀ, ਚਾਹੇ ਉਹ ਤੁਹਾਡੇ ਪਾਰਟਨਰ ਨੇ। ਮੈਂ ਪਹਿਲਾਂ ਵੀ ਕਿਸੇ ਇੰਟਰਵਿਊ 'ਚ ਗੱਲ ਕੀਤੀ ਆ ਕਿ ਇੱਕ ਜਿਹੜੀ ਫੈਮਿਨਿਸਟ ਔਰਤ ਹੁੰਦੀ ਆ, ਉਹਦੇ ਨਾਲ ਰਹਿਣ ਵਾਲਾ ਜਿਹੜਾ ਮੇਲ ਹੈ, ਉਹ ਉਹਦੇ ਫੈਮਿਨਿਜ਼ਮ ਨੂੰ, ਔਰਤ ਦੇ ਫੈਮਿਨਿਜ਼ਮ ਨੂੰ ਉਸ ਬੰਦੇ ਨੇ ਲਿਵ ਕਰਨਾ ਹੁੰਦਾ, ਜਿਉਣਾ ਉਹਨੇ ਹੁੰਦਾ। ਤੇ ਉਸ ਜਿਉਣ ਦੇ ਵਿੱਚ ਜਿੰਨੀ ਟੁੱਟ ਭੱਜ ਉਸ ਬੰਦੇ 'ਚ ਹੋ ਰਹੀ ਹੁੰਦੀ ਆ, ਉਹ ਵੀ ਸਾਨੂੰ ਉਹਨੂੰ ਮਤਲਬ ਉਹ ਅਕਾਊਂਟੇਬਲ ਹੈ, ਸਾਨੂੰ ਉਹਨੂੰ ਸਮਝਣਾ ਚਾਹੀਦਾ। ਮੈਂ ਇਸ ਗੱਲ ਦੀ ਰਿਸਪੈਕਟ ਕਰਦੀ ਹਾਂ, ਮੈਂ ਇਸ ਗੱਲ ਨੂੰ ਸਮਝਦੀ ਹਾਂ ਕਿ ਅਸੀਂ ਐਵੇਂ ਨਹੀਂ ਕਿ ਅਸੀਂ ਕੋਈ ਦੁਸ਼ਮਣੀ ਬਣਾ ਲਈਏ ਤੇ ਫਿਰ ਚੀਜ਼ਾਂ ਜਿਉਈਏ। ਉਹ ਟੁੱਟ ਭੱਜ ਕਿਤੇ ਹੌਲੀ ਹੌਲੀ ਹੁੰਦੀ ਹੈ। ਇਸ ਕਰਕੇ ਉਹ ਜਿਹੜਾ ਉਹ ਕਲੇਸ਼ ਜਾਂ ਜਿਸ ਕਿਸਮ ਦੀ ਤੁਸੀਂ ਕਹਿ ਲਓ ਵੀ ਟੁੱਟ ਭੱਜ ਦੇ ਵਿੱਚ ਜਿਹੜੀ ਪੇਨ ਹੈ, ਤਬਦੀਲੀ ਦਾ ਰਾਹ ਪੇਨ ਤੋਂ ਬਿਨਾਂ ਹੈ ਨਹੀਂ। ਮਤਲਬ ਦੁਨੀਆ ਦਾ ਸਾਰਾ ਗਿਆਨ ਵੀ ਦੁੱਖ ਚੋਂ ਪੈਦਾ ਹੋਇਆ, ਦੁਨੀਆ ਦੀਆਂ ਸਾਰੀਆਂ ਤਬਦੀਲੀਆਂ ਵੀ ਦੁੱਖ ਚੋਂ ਪੈਦਾ ਹੋਣਗੀਆਂ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਗੁੱਡੀ ਗੁੱਡੀ ਵੀ ਜਿਉਈ ਜਾਈਏ, ਸਾਰਾ ਕੁਝ ਠੀਕ ਠਾਕ ਵੀ ਰਹੇ, ਸਾਨੂੰ ਲੜਨਾ ਵੀ ਨਾ ਪਵੇ, ਸਾਡੇ ਫਿਰ ਗੁੱਡੀ ਗੁੱਡੀ ਤਾਂ ਸਾਡੇ ਘਰ ਜਿਹੜੇ ਕਹਿਣ ਨੂੰ ਪਹਿਲਾਂ ਵੀ ਚੱਲੀ ਜਾਂਦੇ ਆ। ਮਤਲਬ ਸਾਰੀ ਉਮਰ ਅਸੀਂ ਘਸੀਟ ਦਿੰਦੇ ਆ, ਜਿਉਂਦੇ ਨਹੀਂ ਹੈਗੇ, ਅਸੀਂ ਘਸੀੜ ਹੀ ਰਹੇ ਸੀ ਨਾ। ਇਸ ਕਰਕੇ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ, ਡਿਸਟਰਬੈਂਸ ਹੋਣੀ ਚਾਹੀਦੀ ਹੈ ਘਰ 'ਚ। ਕਿਉਂ ਨਹੀਂ ਹੋਣੀ ਚਾਹੀਦੀ? ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਦੋ ਜਣਿਆਂ ਨੂੰ ਲੜਨਾ ਵੀ ਚਾਹੀਦਾ ਹੈ, ਤੇ ਲੜਨਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਲੜਾਈ 'ਚੋਂ ਚੀਜ਼ਾਂ ਤਬਦੀਲ ਹੋਣਗੀਆਂ। ਤਾਂ ਇਸ ਕਰਕੇ ਮੈਂ ਇਹਦੇ ਬਾਰੇ ਐਵੇਂ ਜਿਹੇ ਦੇਖਦੀ ਹਾਂ। ਦੂਸਰੀ ਗੱਲ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਘਰ ਸਾਡੇ ਪਹਿਲਾਂ ਵੀ ਠੀਕ ਨਹੀਂ ਹੈਗੇ, ਉਹ ਸਿਰਫ ਛਲਾਵਾ ਹੈ। ਜਿਹੜਾ ਸਾਨੂੰ ਹੁਣ ਤੱਕ ਦਾ ਠੀਕ ਘਰ ਦਿਖਦਾ ਉਹ ਛਲਾਵਾ ਹੈ। ਤੇ ਜਦੋਂ ਤੱਕ ਅਸੀਂ ਉਸ ਛਲਾਵੇ ਨੂੰ ਐਕਸਪੋਜ਼ ਨਹੀਂ ਕਰਦੇ ਹੈਗੇ, ਦਿਖਾ ਨਹੀਂ ਦਿੰਦੇ, ਉਦੋਂ ਤੱਕ ਇੱਕ ਸੋਹਣਾ ਸਮਾਜ, ਮੈਨੂੰ ਤਾਂ ਐਵੇਂ ਲੱਗਦਾ ਹੈ ਕਿ ਜਿਹੜੀ 56 ਇੰਚ ਦੀ ਛਾਤੀ ਵਾਲੀ ਰਾਜਨੀਤੀ ਪੈਦਾ ਹੁੰਦੀ ਆ, ਜਿਹੜੀ ਸਾਡੇ ਹਿੰਦੁਸਤਾਨ 'ਚ ਇਸ ਵੇਲੇ ਹੋ ਰਹੀ ਆ, ਤੇ ਜਿਹੜਾ ਹਿੰਦੂ ਰਾਸ਼ਟਰ ਦਾ ਬੋਲਬਾਲਾ ਸਾਡੇ ਇੱਥੇ ਹੋ ਰਿਹਾ ਹੈ,
ਉਹਦੇ ਪਿੱਛੇ ਵੀ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਅਸੀਂ ਜੇ ਆਪਣੇ ਘਰਾਂ 'ਚ ਬਰਾਬਰੀ ਜਾਂ ਸਮਤਾ ਜਾਂ ਪਿਆਰ ਦਾ ਰਾਹ ਚੁਣਿਆ ਹੁੰਦਾ ਤਾਂ ਸ਼ਾਇਦ ਸਾਨੂੰ 56 ਇੰਚ ਦੀ ਛਾਤੀ ਵਾਲੀ ਰਾਜਨੀਤੀ ਵੀ ਸਾਡੇ ਕੋਲੇ ਨਾ ਹੁੰਦੀ। ਇਹ ਸਾਰਾ ਪ੍ਰਬੰਧ ਹੀ ਕਿਸੇ ਹੋਰ ਕਿਸਮ ਦਾ ਹੁੰਦਾ। ਉਹਦੇ 'ਚੋਂ ਪੈਦਾ ਹੋਈਆਂ ਮੈਨੂੰ ਲੱਗਦਾ ਔਲਾਦਾਂ, ਸਾਡੇ ਘਰਾਂ 'ਚੋਂ ਜਿਹੋ ਜਿਹੇ ਬੱਚੇ ਪੈਦਾ ਹੁੰਦੇ ਨੇ ਉਹੀ ਹਿੰਸਾ ਦੇ ਰਾਹ ਤੇ ਤੁਰਦੇ ਨੇ, ਤੇ ਇਹ ਸਾਰਾ ਜਾ ਕੇ ਫਿਰ ਸਿਸਟਮ ਦੇ ਨਾਲ ਵੀ ਜੁੜੀਆਂ ਹੋਈਆਂ ਤੰਦਾਂ ਨੇ। ਇਹ 2 ਵੇ ਹੈ, 1 ਵੇ ਨਹੀਂ ਹੈ ਕਿ ਰਾਜਨੀਤੀ ਸਾਡੇ ਘਰ ਵੀ ਰਾਜਨੀਤੀ ਤੇ ਮੁੜਵਾਂ ਪ੍ਰਭਾਵ ਪਾਉਂਦੇ ਨੇ। ਸੋ ਜਿਸ ਕਿਸਮ ਦਾ ਘਰ ਤੇ ਜਿਸ ਕਿਸਮ ਦੇ ਅਸੀਂ ਰਿਸ਼ਤੇ ਬਣਾਏ ਆ, ਉਹਦੇ ਚ ਕੋਈ ਬਹੁਤ ਸੋਹਣਾ ਸਮਾਜ ਤੇ ਬਹੁਤ ਸੋਹਣੇ ਦੇਸ਼, ਬਹੁਤ ਸੋਹਣਾ ਸੰਸਾਰ ਪੈਦਾ ਹੋ ਸਕਦਾ। ਇਹਦੀ ਕੋਈ ਸੰਭਾਵਨਾ ਹੈ ਨਹੀਂ ਸਾਡੇ ਕੋਲ। ਜਿਹੜਾ ਤੁਸੀਂ ਤੁਹਾਡੀ ਨਜ਼ਮ ਮੇ ਇੱਕ ਰੂਮਮੇਟ ਨਾ, ਜੀ ਜੀ, ਮੈਨੂੰ ਲੱਗਦਾ ਕੁਛ ਨਜ਼ਮ ਦੇ ਵਿੱਚ ਪੂਰਾ ਨਿਸਾਬ ਹੈ ਮੀਆਂ ਬੀਵੀ ਨੂੰ ਚੰਗਿਆ ਰਹਿਣ ਦਾ। ਮੈਂ ਜਦੋਂ ਮੇਰੀ ਸ਼ਾਦੀ ਹੋਈ ਤੇ ਮੈਂ ਆਪਣੀ ਬੀਵੀ ਨੂੰ ਤਲਾਕ ਦਾ ਹੱਕ ਦਿੱਤਾ, ਜਿਹੜਾ ਕਿ ਸਾਡੇ ਨਿਕਾਹਨਾਮੇ 'ਚ ਹੁੰਦਾ ਹੈ, ਲੇਕਿਨ ਅਕਸਰ ਮੌਲਵੀ ਉਹ ਕੱਟ ਦਿੰਦੇ ਨੇ ਕਿਉਂਕਿ ਮਰਦਾਂ ਦਾ ਮੁਆਸ਼ਰਾ ਹੈ, ਉਹਨੇ ਫੀਸ ਵੀ ਮਰਦ ਕੋਲ ਲੈਣੀ ਹੁੰਦੀ। ਤੇ ਉਹ ਮੈਨੂੰ ਬੜਾ ਨਾ ਦੋਸਤਾਂ ਨੇ ਬੜੀ ਤਨਕੀਦ ਕੀਤੀ, ਫੈਮਿਲੀ ਨੇ ਬੜਾ ਕਿਹਾ। ਤੇ ਤੁਹਾਡੀ ਗੱਲ ਠੀਕ ਹੈ ਕਿ ਜਿਹੜੀ ਬੰਦੇ ਅੰਦਰ ਟੁੱਟ ਭੱਜ ਹੁੰਦੀ ਹੈ ਉਹਨੂੰ ਵੀ ਨਾਲ ਨਾਲ ਸਲਾਹਣਾ ਚਾਹੀਦਾ। ਤੇ ਤੁਸੀਂ ਅਗਰ ਉਹ ਸੁਣਾ ਦਿਓ ਨਾ ਰੂਮਮੇਟ, ਤੇ ਰੂਮਮੇਟ ਸਾਨੂੰ ਔਰਤ ਮਰਦ ਦਾ ਮੀਆਂ ਬੀਵੀ ਦਾ ਰੋਲ ਸਮਝਣ 'ਚ ਮਦਦ ਮਿਲੇਗੀ। ਜੀ ਹਾਂ, ਮੈਂ ਹੁਣੇ ਤੁਹਾਨੂੰ ਲੱਭ ਕੇ ਉਹ ਸੁਣਾ ਦਿੰਨੀ ਹਾਂ। ਹਾਂਜੀ, ਰੂਮਮੇਟਸ। ਮੈਂ ਪੁੱਛਿਆ ਸੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਪਤੀ ਪਤਨੀ ਦਾ ਰਿਸ਼ਤਾ। ਤੂੰ ਆਖਿਆ ਰੂਮਮੇਟਸ ਵਰਗਾ, ਜਿਵੇਂ ਹੌਸਟਲ 'ਚ ਹੁੰਦਾ। ਆਪੋ ਆਪਣੀ ਬਾਲਟੀ, ਆਪੋ ਆਪਣਾ ਸਾਬਣ, ਆਪੋ ਆਪਣਾ ਤੌਲੀਆ, ਵੱਖਰੀ ਵੱਖਰੀ ਅਲਮਾਰੀ, ਅਲਮਾਰੀਆਂ ਦੇ ਵੱਖੋ ਵੱਖਰੇ ਤਾਲੇ, ਮੁੱਖ ਦਰਵਾਜ਼ੇ ਦਾ ਇੱਕ ਤਾਲਾ ਤੇ ਆਪੋ ਆਪਣੀ ਚਾਬੀ। ਮੈਂ ਵੀ ਸੋਚਦੀ ਸਾਂ ਬਿਲਕੁਲ ਇਸੇ ਤਰ੍ਹਾਂ। ਅਸੀਂ ਚਾਹਿਆ ਤੇ ਰੂਮਮੇਟਸ ਬਣ ਗਏ। ਅਸੀਂ ਚਾਹਿਆ ਤੇ ਰੂਮਮੇਟਸ ਬਣ ਗਏ। ਫਿਰ ਸ਼ਰਾਰਤ ਕੀਤੀ ਸਾਡੇ ਕੱਪੜਿਆਂ ਨੇ ਤੇ ਇੱਕੋ ਅਲਮਾਰੀ ਵਿੱਚ ਆ ਟਿਕੀ। ਇਹੀ ਸ਼ਰਾਰਤ ਤੌਲੀਏ, ਸਾਬਣ, ਬਰਤਨਾਂ ਸਭ ਨੇ ਕੀਤੀ। ਸਭ ਤੋਂ ਵੱਡੀ ਸ਼ਰਾਰਤ ਤਾਲਿਆਂ ਨੇ ਕੀਤੀ ਤੇ ਚਾਬੀਆਂ ਨੇ ਦਿੱਤਾ ਤਾਲਿਆਂ ਦਾ ਸਾਥ। ਸਭ ਤੋਂ ਵੱਡੀ ਸ਼ਰਾਰਤ ਤਾਲਿਆਂ ਨੇ ਕੀਤੀ ਤੇ ਚਾਬੀਆਂ ਨੇ ਦਿੱਤਾ ਤਾਲਿਆਂ ਦਾ ਸਾਥ। ਚਾਬੀਆਂ ਤੇ ਤਾਲਿਆਂ ਲਈ ਲੜਦੇ ਅਸੀਂ ਪਤਾ ਨਹੀਂ ਕੀ ਬਣ ਗਏ। ਖੁਰ ਗਿਆ ਰੂਮਮੇਟਸ ਹੋਣ ਦਾ ਸੁਪਨਾ, ਖੁਰ ਗਿਆ ਰੂਮਮੇਟਸ ਹੋਣ ਦਾ ਸੁਪਨਾ। ਵਾਹ ਵਾਹ ਵਾਹ, ਬਹੁਤ ਅੱਛਾ ਜੀ। ਤੁਸੀਂ ਇਸ ਸੁਪਨੇ ਦਾ ਉਹ ਵੀ ਦੱਸਿਆ ਕਿ ਹਰ ਥਾਂ ਪੂਰਾ ਨਹੀਂ ਹੁੰਦਾ, ਲੇਕਿਨ ਬਹੁਤ ਸੋਹਣਾ ਖਿਆਲ ਹੈ ਕਿ ਅਸੀਂ ਇੰਜ ਕਰਕੇ ਵੀ ਰਹਿ ਸਕਦੇ ਹਾਂ। ਲੇਕਿਨ ਜਿਹੜੀ ਇਹ ਟੁੱਟ ਭੱਜ ਸ਼ਾਇਦ ਸਾਨੂੰ ਮਰਦਾਂ ਦੇ ਮੁਆਸ਼ਰੇ ਚਾਰੋਂ ਪਾਸੋਂ ਜੋ ਪੈਗਾਮ ਮਿਲ ਰਹੇ ਹੁੰਦੇ ਨੇ, ਸ਼ਾਇਦ ਉਹ ਮਰਦ ਦੀ ਈਗੋ ਨੂੰ ਇੰਨਾ ਤਕੜਾ ਕਰ ਦਿੰਦੇ ਨੇ ਕਿ ਉਹ ਚਾਹੁੰਦੇ ਹੋਇਆ ਵੀ ਵਿਚਾਰਾ ਉਹ ਉੱਥੇ ਤੱਕ ਨਹੀਂ ਪਹੁੰਚ ਸਕਦਾ। ਮੈਨੂੰ ਲੱਗਦਾ ਇਹਦਾ ਕੋਈ ਪਾਇਲਟ ਫੇਜ਼ ਹੋਣਾ ਚਾਹੀਦਾ ਹੈ ਕਿ ਅਸੀਂ ਮਰਦਾਂ ਨੂੰ ਕੋਈ ਕਰਕੇ ਵਿਖਾਈਏ ਕਿ ਇੰਜ ਦਾ ਮੁਆਸ਼ਰਾ ਬਣਾਈਏ। ਕੋਈ 2 4 10 ਐਸੇ ਹੋਣ ਜਿਹੜੇ ਵਿਖਾਏ ਜਾ ਸਕਦੇ ਹੋਣ ਰੋਲ ਮਾਡਲ ਦੇ ਤੌਰ ਤੇ, ਫਿਰ ਇਰਦ ਗਿਰਦ ਤਬਦੀਲੀ ਆਏਗੀ। ਕਿਉਂਕਿ ਮੈਂ ਦੇਖਿਆ ਕਿ ਆਸਮਾ ਜਹਾਂਗੀਰ ਨੇ ਸਾਡੇ ਮੁਆਸ਼ਰੇ 'ਚ ਬੜਾ ਬੋਲਡ ਸੀ ਉਹਦਾ ਸਟਾਂਸ। ਔਰ ਜਿਵੇਂ ਜਿਹੜੀ ਸਮਝਣ ਵਾਲੀ ਗੱਲ ਹੈ ਨਾ ਮਲਿਕ ਸਾਹਿਬ, ਉਹ ਇਹ ਆ ਕਿ ਇਹਦੇ 'ਚ ਮਰਦ ਵੀ ਕੋਈ ਸੌਖੇ ਨਹੀਂ ਹੈਗੇ। ਮਰਦ ਵੀ, ਕਿਉਂਕਿ ਜਦੋਂ 2 ਧਿਰਾਂ ਲੜ ਰਹੀਆਂ, ਇੱਕ ਤਾਂ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਵੀ ਤੁਹਾਡੇ ਨਾਲ ਹਮੇਸ਼ਾ ਇੱਕ ਬਿਮਾਰ ਬੰਦਾ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਰਹਿੰਦਾ, ਤੁਸੀਂ ਕਲੇਸ਼ 'ਚ ਰਹਿਣਾ, ਉਹਦੇ 'ਚ ਕਿੰਨਾ ਕੁ ਸੌਖਾ ਹੋਊ ਬੰਦਾ, ਹਨਾ। ਦੂਜੀ ਗੱਲ ਕਿ ਜਦੋਂ 2 ਪਹਿਲਵਾਨ, ਇੱਕ ਸਾਡਾ ਕਵੀ ਨੇ ਇੱਕ ਵਾਰ ਉਦਾਹਰਨ ਦਿੱਤੀ ਹੈ ਕਿਤੇ ਵੀ 2 ਪਹਿਲਵਾਨ ਅਖਾੜੇ 'ਚ ਜਦੋਂ ਲੜਦੇ ਨੇ, ਜਿਹੜਾ ਉੱਤੇ ਹੁੰਦਾ ਇੱਕ ਦੀ ਤਾਂ ਪਿੱਠ ਲੱਗੀ ਹੋਈ ਆ, ਔਰਤ ਦੀ ਤਾਂ ਪਿੱਠ ਲੱਗੀ ਹੋਈ ਆ, ਉਹ ਤਾਂ ਢਈ ਹੋਈ ਆ ਨਾ, ਉਹ ਤਾਂ ਕਿਸੇ ਵੇਲੇ ਮਤਲਬ ਆਪਣਾ ਸੰਘਰਸ਼ ਛੱਡ ਕੇ ਆਰਾਮ ਨਾਲ ਪੈ ਸਕਦੀ ਹੈ ਵੀ ਮੈਂ ਤਾਂ ਹਾਰੀ ਹੋਈ ਆ। ਪਰ ਜਿਹੜਾ ਉੱਤੇ ਆ ਉਹ ਕਿਸੇ ਵੇਲੇ ਵੀ ਰਿਲੈਕਸ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਡਰ ਹੈ ਕਿ ਥੱਲੜੇ ਵਾਲਾ ਨਿਕਲ ਨਾ ਜਾਵੇ। ਇਸ ਕਰਕੇ ਮਰਦ ਵੀ ਕੋਈ ਬਹੁਤ ਸੌਖਾ ਨਹੀਂ ਹੈ ਇਸ ਸਾਰੇ ਗਾਸੇ 'ਚ। ਸੌਖੇ ਅਸੀਂ ਉਦੋਂ ਹੀ ਹੋਵਾਂਗੇ ਜਦੋਂ ਅਸੀਂ ਕੰਪੇਨੀਅਨਸ਼ਿਪ 'ਚ ਹੋਵਾਂਗੇ, ਜਦੋਂ ਅਸੀਂ ਦੋਸਤੀ 'ਚ ਹੋਵਾਂਗੇ, ਜਦੋਂ ਅਸੀਂ ਸਾਥ 'ਚ ਹੋਵਾਂਗੇ। ਸੋ ਇਸ ਕਰਕੇ ਮਰਦ ਵੀ, ਜਦੋਂ ਤੁਸੀਂ ਮਤਲਬ ਮਰਦ ਦਾ ਈਗੋ, ਹੰਕਾਰ, ਉਹਨੂੰ ਇਹ ਸਿਖਾਇਆ ਗਿਆ ਕਿ ਤੂੰ ਰੋਣਾ ਨਹੀਂ, ਤੂੰ ਮਤਲਬ ਬੋਲਣਾ ਨਹੀਂ, ਤੂੰ ਗੱਲ ਘੱਟ ਕਰਨੀ ਆ, ਤੂੰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰਨਾ। ਮੈਨੂੰ ਲੱਗਦਾ ਸਭ ਤੋਂ ਵੱਡਾ ਧੱਕਾ ਤਾਂ ਹੋਇਆ ਹੀ ਮਰਦਾਂ ਨਾਲ ਆ ਫਿੱਕੀ ਦੇ ਵਿੱਚ। ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਤਾਂ ਆਪਣੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰਨਾ, ਤੁਸੀਂ ਰੋ ਹੀ ਨਹੀਂ ਸਕਦੇ, ਤੁਸੀਂ ਹੱਸ ਹੀ ਨਹੀਂ ਸਕਦੇ,
ਤੁਸੀਂ ਬੋਲ ਹੀ ਨਹੀਂ ਸਕਦੇ, ਤਾਂ ਇਹ ਕਿਹੜਾ ਘੱਟ ਧੱਕਾ ਹੈਗਾ, ਉਹਦੇ ਚ ਉਹ ਕਿੰਨੇ ਕੁ ਸਾਵੇਂ ਰਹਿੰਦੇ ਹੋਣਗੇ। ਇਸ ਕਰਕੇ ਸਾਨੂੰ ਇਹ ਜਿਹੜਾ ਸਿਰਜਤ ਜੈਂਡਰ ਹੈ ਮਰਦ ਤੇ ਔਰਤ ਦਾ, ਵੀ ਔਰਤ ਨੂੰ ਆਏ ਹੋਣਾ ਚਾਹੀਦਾ, ਮਰਦ ਨੂੰ ਆਏ ਹੋਣਾ ਚਾਹੀਦਾ, ਇਹ ਜਿਹੜੀਆਂ ਘਾੜਤਾਂ ਨੇ ਨਾ, ਇਹਨਾਂ ਘਾੜਤਾਂ ਨੂੰ ਤੋੜਨਾ ਪਊਗਾ ਸਾਨੂੰ, ਤੇ ਸਾਨੂੰ ਇੱਕੋ ਜੀ ਘਾੜਤ ਦੇ ਵਿੱਚ ਵੀ ਅਸੀਂ ਜਿਉਂਦੇ ਰਹਿ ਸਕਦੇ। ਵਾਹ, ਅੱਛਾ, ਜਦੋਂ ਮਰਦ ਬਹੁਤ ਚਿਰ ਨਹੀਂ ਰੋਂਦੇ ਤੇ ਫਿਰ ਉਹਨਾਂ ਦੇ ਜਿਹੜੇ ਅਥਰੂਆਂ ਦੇ ਰਾਹ ਹੁੰਦੇ ਨੇ ਉਹ ਵੀ ਸ਼ਾਇਦ ਸੁੱਕ ਜਾਂਦੇ ਨੇ, ਬੰਦ ਹੋ ਜਾਂਦੇ ਨੇ, ਤੇ ਇਹ ਵੀ ਉਹ ਅਥਰੂ ਉਹਨਾਂ ਦੀ ਵਾਇਲੈਂਸ ਦੇ ਵਿੱਚ ਨਿਕਲਦੇ ਨੇ, ਉੱਚੀ ਆਵਾਜ਼ ਦੇ ਵਿੱਚ ਨਿਕਲਦੇ ਨੇ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ, ਉਹਨਾਂ ਕੋਲ ਕੋਈ ਚੈਨਲ ਨਹੀਂ ਹੈ ਹੋਰ, ਫਿਰ ਉਹ ਰੋਬ ਰਾਹੀਂ, ਅਣਖ ਰਾਹੀਂ ਤੇ ਗੁੱਸੇ ਰਾਹੀਂ ਆਪਣਾ ਪ੍ਰਗਟਾਵਾ ਕਰਦੇ ਨੇ। ਬਿਲਕੁਲ ਸਹੀ। ਸਾਡੇ ਇਧਰੋਂ ਜੀ ਅੰਜਮ ਕੁਰੈਸ਼ੀ ਨੇ, ਸਾਡੀ ਸ਼ਾਇਰਾ ਲਹਿੰਦੇ ਪੰਜਾਬ ਦੀ, 4 ਕਿਤਾਬਾਂ ਉਹਨਾਂ ਦੀਆਂ, ਬਹੁਤ ਸੋਹਣੀ ਜਿਹੜੀ ਫੈਮਿਨਿਜ਼ਮ ਅਪਰੋਚ ਉਹਨਾਂ ਦੀ ਸ਼ਾਇਰੀ 'ਚ ਬਹੁਤ, ਉਹ ਵੀ ਸੁਣ ਰਹੇ ਨੇ, ਤੇ ਇਧਰੋਂ ਵੀ ਇੱਕ ਆਵਾਜ਼ ਤਗੜੀ ਰਲ ਗਈ ਸਾਡੇ ਨਾਲ। ਤੇ ਮੈਂ ਇਸ ਸਮੇਂ ਦੇਖੋ ਅੱਜ ਦੀ ਸਾਡੀ ਗੱਲਬਾਤ ਹੋਈ ਏ, ਇਹ ਖੁਦ ਦੱਸ ਰਹੀ ਹੈ ਕਿ ਤੁਹਾਡੀ ਸਾਨੂੰ ਕਿੰਨੀ ਲੋੜ ਏ, ਔਰ ਤੁਹਾਡੀਆਂ ਗੱਲਾਂ ਤੁਸੀਂ ਨਾ ਰੈਪੂਟੇਸ਼ਨ ਹੁੰਦੀ ਹੈ ਬਲਕਿ ਸਾਨੂੰ ਹਮੇਸ਼ਾ ਲੋੜ ਰਹਿੰਦੀ। ਮੈਨੂੰ ਖੁਦ ਅੱਜ ਲੱਗ ਰਿਹਾ ਕਿ ਜਿੱਤੀ ਮੁੱਕ ਗਈ ਹੈ, ਤੇ ਦੋਸਤ ਤੁਹਾਡੀਆਂ ਕੋਈ ਨਜ਼ਮਾਂ ਵੀ ਸੁਣਨਾ ਚਾਹੁੰਦੇ ਨੇ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਗੱਲਾਂ ਸਾਡੀਆਂ ਅੱਗੇ ਚੱਲਣਗੀਆਂ, ਅਸੀਂ ਮੁਆਸ਼ਰੇ ਨੂੰ ਬਦਲਾਉ ਲਈ ਕੋਸ਼ਿਸ਼ ਕਰਦੇ ਰਵਾਂਗੇ, ਔਰ ਤੁਸੀਂ ਆਪਣੀਆਂ ਕੋਈ 1-2 ਲਿਖਤਾਂ ਸਾਡੇ ਨਾਲ ਗਜ਼ਲਾਂ ਜਾਂ ਨਜ਼ਮਾਂ ਸਾਂਝੀਆਂ ਕਰੋ ਜਿਹੜੀਆਂ ਤੁਸੀਂ ਸੁਣਾਉਣਾ ਚਾਹੁੰਦੇ ਹੋ, ਕਿਉਂਕਿ ਅਸੀਂ ਤੇ ਇਹ ਪਹਿਲੇ ਵਾਲੇ ਹੀ ਸੁਣਨਾ ਚਾਹੁੰਦੇ ਹਾਂ, ਲੇਕਿਨ ਤੁਸੀਂ ਰਿਪੀਟ ਨਹੀਂ ਕਰਨਾ ਚਾਹੁੰਦੇ। ਤੇ ਇੱਕ ਬੰਦ ਇਹ ਜ਼ਰੂਰ ਸੁਣਾ ਦਿਆ ਜੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਫਿਰ 1-2 ਨਵੀਆਂ ਆਪਣੀ ਮਰਜ਼ੀ ਦੀ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਟਾਈਮ ਦਿੱਤਾ। ਦੋਸਤ ਸੁਣ ਰਹੇ ਨੇ ਇੰਨੀ ਅੱਛੀ ਗੱਲਬਾਤ, ਔਰ ਵਡਿਆ ਵੀ ਰਹੇ ਨੇ। ਦੋਸਤੋ, ਮਜਬੂਰੀ ਹੈ ਕਿ ਸਾਡਾ ਟਾਈਮ ਜਿਹੜਾ ਉਹ ਇੰਨਾ ਹੁੰਦਾ ਪ੍ਰੋਗਰਾਮ ਦਾ, ਲੇਕਿਨ ਅਸੀਂ ਅੱਜ ਫਿਰ ਇਹ ਬੇਨਤੀ ਕਰਾਂਗੇ ਕਿ ਤੀਜੀ ਵਾਰੀ ਫਿਰ ਅਸੀਂ ਕਿਸੇ ਨੇ ਡਾਕਟਰ ਸਾਹਿਬ ਨੂੰ ਲਵਾਂਗੇ, ਕੋਈ ਨਵੇਂ ਸਵਾਲ। ਅੱਛਾ, ਉਸ ਪ੍ਰੋਗਰਾਮ ਸਿਰਫ ਤੁਹਾਡੇ ਸਵਾਲਾਂ 'ਤੇ ਹੋਏਗਾ। ਇਹ ਤੁਹਾਡਾ ਮੇਰਾ ਵਾਅਦਾ ਹੈ ਆਪਣੇ ਸਰੋਤਿਆਂ ਨਾਲ ਕਿ ਤੁਹਾਡੇ ਸਵਾਲਾਂ ਦੀ ਬੁਨਿਆਦ ਤੇ ਮੈਂ ਤੁਹਾਡੀ ਤਾਕਤ ਨਾਲ ਮਨਾ ਲਾਂਗਾ ਡਾਕਟਰ ਨੀਤੂ ਅਰੋੜਾ ਨੂੰ ਕਿ ਅੱਜ ਸਾਡੇ ਸੁਣਨ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਆਓ। ਜੀ ਜੀ ਡਾਕਟਰ ਸਾਹਿਬ। ਹਾਂਜੀ, ਮੈਂ ਇੱਕ ਤਾਂ ਜਿਹੜੀ ਕਵਿਤਾ ਤੁਸੀਂ ਕਹਿ ਰਹੇ ਹੋ ਉਹ ਸੁਣਾ ਦੂੰਗੀ ਐਂਡ ਤੇ। ਪਹਿਲਾਂ ਮੈਂ ਇੱਕ ਕਵਿਤਾ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਹਾਂ। ਇਹ ਕਵਿਤਾ ਹੈ ਮੇਰਾ ਘੋੜਾ। ਜੀ, ਮੇਰਾ ਤੇ ਲਓ ਮੈਂ ਅਗਲਾ ਪੈਰ ਧਰਦੀ ਹਾਂ, ਤੇ ਲਓ ਮੈਂ ਅਗਲਾ ਪੈਰ ਧਰਦੀ ਹਾਂ, ਉਤਾਰ ਸੁੱਟੀਆਂ ਮੈਂ ਖੜਾਵਾਂ ਪੈਰਾਂ ਦੀਆਂ ਲਕੀਰਾਂ ਸਮੇਤ। ਉਤਾਰ ਸੁੱਟੀਆਂ ਮੈਂ ਖੜਾਵਾਂ ਪੈਰਾਂ ਦੀਆਂ ਲਕੀਰਾਂ ਸਮੇਤ, ਮੇਰੇ ਪਰਤਨ ਦਾ ਇੰਤਜ਼ਾਰ ਨਾ ਕਰਿਓ, ਮੇਰੇ ਪਰਤਨ ਦਾ ਇੰਤਜ਼ਾਰ ਨਾ ਕਰਿਓ। ਤੁਸੀਂ ਯੱਗ ਵਿੱਚ ਘੋੜੇ ਛੱਡਦੇ ਹੋ, ਮੈਂ ਆਪਣੀ ਲਗਾਮ ਲਾ ਦਿੱਤੀ ਹੈ। ਤੁਸੀਂ ਯੱਗ ਵਿੱਚ ਘੋੜੇ ਛੱਡਦੇ ਹੋ, ਮੈਂ ਆਪਣੀ ਲਗਾਮ ਲਾ ਦਿੱਤੀ ਹੈ। ਹਵਨ ਦੀ ਅੱਗ ਸੇਕਣਾ ਤੇ ਉਚਾਰਨਾ ਮੰਤਰ ਤੁਹਾਨੂੰ ਮੁਬਾਰਕ, ਮੈਂ ਜੰਗਲ ਗਾਉਣ ਚੱਲੀ ਹਾਂ। ਆਪਣੇ ਮੀਲ ਪੱਥਰ ਬਚਾਓ, ਮੈਂ ਵਲਗਣ ਢਾਉਣ ਚੱਲੀ ਹਾਂ, ਮੈਂ ਵਲਗਣ ਢਾਉਣ ਚੱਲੀ ਹਾਂ। ਵਾਹ ਵਾਹ, ਆਪਣੇ ਨੀਲ ਪੁੱਤਰ ਬਚਾਓ, ਮੈਂ ਵਲਗਣ ਢਾਉਣ ਚੱਲੀ। ਵਾਹ ਜੀ। ਹੁਣ ਮੈਂ ਇਸ ਕਵਿਤਾ ਤੋਂ ਬਾਅਦ ਆਪਾਂ ਮੇਰੇ ਖਿਆਲ ਆਪਣੀ ਗੱਲ ਖਤਮ ਕਰਾਂਗੇ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ, ਉੱਥੇ ਲੋਕ ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਹਨ। ਚੰਦ ਮਾਮਾ ਨਹੀਂ ਰਹਿੰਦਾ ਤੇ ਬੱਚੇ ਸੂਰਜ ਨੂੰ ਫੁੱਟਬਾਲ ਬਣਾ ਤਪਦੀਆਂ ਗਲੀਆਂ ਵਿੱਚ ਨਹੀਂ ਖੇਡਦੇ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਉੱਥੇ ਲੋਕ ਆਪਣੀ ਮੌਤ ਦੇ ਗੀਤਾਂ ਤੇ ਨੱਚਦੇ, ਸਿਨੇਮਾ ਘਰਾਂ ਵਿੱਚ ਕਲਾ ਦੀ ਮੌਤ ਤੇ ਤਾੜੀਆਂ ਮਾਰਦੇ, ਪੌਪਕਾਰਨ ਖਾ ਪੈਪਸੀ ਪੀ ਘਰਾਂ ਨੂੰ ਪਰਤਾਉਂਦੇ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਉਸਦੀ ਕਥਾ ਬਾਜ਼ਾਰ ਵਿੱਚ ਨਿਲਾਮ ਹੋ ਜਾਂਦੀ। ਮਹਿਫਿਲਾਂ ਵਿੱਚ ਇਤਿਹਾਸ ਦੇ ਲਤੀਫੇ ਤੇ ਤਾੜੀਆਂ ਵੱਜਦੀਆਂ, ਨਾਇਕ ਖਲਨਾਇਕ ਸਭ ਬਦਲ ਦਿੱਤੇ ਜਾਂਦੇ ਤੇ ਬੰਦੇ ਜਿਉਂਦੇ ਪ੍ਰੇਤ ਹੋ ਜਾਂਦੇ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ, ਉੱਥੇ ਹਾਕਮ ਬੇਖੌਫ ਹੋ ਜਾਂਦਾ ਹੈ। ਰੱਬ ਉਸਦਾ ਚੁੱਲ੍ਹਾ ਚੌਂਕਾ ਕਰਦਾ ਹੈ ਤੇ ਲੋਕ ਦਰਵਾਜ਼ੇ ਹੀ ਨਹੀਂ ਮੂੰਹ ਵੀ ਬੰਦ ਰੱਖਦੇ ਹਨ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ, ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ, ਉੱਥੇ ਹੌਸਲਾ ਵੀ ਛੋਟਾ ਰਹਿ ਜਾਂਦਾ ਹੈ। ਕਲਪਨਾ ਵੀ, ਹਕੀਕਤ ਵੀ ਤੇ ਬੰਦੇ ਵੀ ਵੱਡੇ ਨਹੀਂ ਰਹਿੰਦੇ। ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ, ਉੱਥੇ ਔਰਤਾਂ ਪਾਗਲ ਹੋ ਜਾਂਦੀਆਂ, ਉੱਥੇ ਔਰਤਾਂ ਪਾਗਲ ਹੋ ਜਾਂਦੀਆਂ।
ਸ਼ੁਕਰੀਆ ਜੀ। ਮੇਰੇ ਖਿਆਲ ਹੈ ਅਜਮ ਮਲਿਕ ਹੁਣਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਕੱਟਿਆ ਗਿਆ, ਇਸ ਕਰਕੇ ਮੈਂ ਹੀ ਤੁਹਾਡੇ ਤੋਂ ਸਾਰਿਆਂ ਤੋਂ ਵਿਦਾ ਲੈਣੀ ਆ। ਤੁਹਾਡਾ ਸਾਰਿਆਂ ਦਾ ਜੋ ਸੁਣ ਰਹੇ ਸੀ ਬਹੁਤ ਬਹੁਤ ਧੰਨਵਾਦ। ਹਰਵਿੰਦਰ ਹੁਣਾਂ ਦਾ ਬਹੁਤ ਧੰਨਵਾਦ, ਮਲਿਕ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ। ਜੀ ਦੋਸਤੋ, ਅੱਜ ਦੀ ਇਸ ਪ੍ਰੋਗਰਾਮ ਦੇ ਨਾਲ ਹੀ ਤੁਸੀਂ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦੇਵੋ। ਆਖਰ ਤੇ ਥੋੜੀ ਜੀ ਟੈਕਨੀਕਲ ਕੋਈ ਖਰਾਬੀ ਆਈ ਸੀ ਇੰਟਰਨੈਟ ਦੀ ਵਜ੍ਹਾ ਤੋਂ, ਅਸੀਂ ਉਸ ਤਰ੍ਹਾਂ ਪ੍ਰੋਪਰ ਵਾਈਂਡ ਅਪ ਨਹੀਂ ਕਰ ਸਕੇ। ਲੇਕਿਨ ਅੱਜ ਦੀ ਜਿਹੜੀ ਸਾਰੀ ਗੁਫ਼ਤਗੂ ਸੀ ਇਹ ਥਾਟ ਪ੍ਰੋਵੋਕਿੰਗ ਸੀ। ਇਹਨੇ ਸਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਨਵੇਂ ਦੀਵੇ ਬਾਲੇ ਨੇ ਕਿ ਅਸੀਂ ਉਹਨੂੰ ਸੋਚੀਏ, ਇਸ ਗੱਲ ਦੇ ਉੱਤੇ ਆਪਣੇ ਮੁਆਸ਼ਰੇ ਨੂੰ ਗੌਰ ਨਾਲ ਵੇਖੀਏ ਔਰ ਆਪਣੇ ਘਰਾਂ ਦੇ ਵਿੱਚ ਗੌਰ ਕਰੀਏ ਕਿ ਕਿਆ ਅਸੀਂ ਬਿਮਾਰ ਘਰ 'ਚ ਜੀ ਰਹੇ ਹਾਂ ਜਾਂ ਸਾਡੇ ਘਰ ਜਿਹੜੇ ਨੇ ਇਹ ਸਿਰਫ ਇੱਕ ਖੋਖੇ ਵਾਂਗਰ ਹੀ ਨੇ ਕਿ ਇਹਨਾਂ ਦੇ ਵਿੱਚ ਖੁਸ਼ੀਆਂ ਵੀ ਕਿਤੇ ਹੱਸਦੀਆਂ ਗਾਉਂਦੀਆਂ ਨੇ, ਫੇਰਾ ਪਾਉਂਦੀਆਂ ਨੇ। ਤੇ ਨੀਤੂ ਅਰੋੜਾ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਇੰਨਾ ਟਾਈਮ ਦਿੱਤਾ, ਆਪਣੀਆਂ ਨਜ਼ਮਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਔਰ ਜਿਹੜੀ ਉਹ ਨਜ਼ਮ ਦੁਬਾਰਾ ਨਹੀਂ ਸੀ ਸੁਣਾਉਣਾ ਚਾਹੁੰਦੇ, ਉੱਥੇ ਆ ਕੇ ਸ਼ਾਇਦ ਉਹ ਸਾਡਾ ਇੰਟਰਨੈਟ ਵੀ ਸਾਥ ਛੱਡ ਗਿਆ। ਤੇ ਅਸੀਂ ਚਾਹਾਂਗੇ ਕਿ ਤੁਹਾਡੇ ਸੁਣਨ ਵਾਲਿਆਂ ਦੀ ਮੁਹੱਬਤ ਦੇ ਜ਼ੋਰ ਤੇ ਉਹਨਾਂ ਨੂੰ ਫੇਰ ਕਿਸੇ ਵੇਲੇ ਅਗਲੇ ਕਿਸੇ ਮੌਕੇ ਤੇ ਬੁਲਾਈਏ ਤਾਂ ਕਿ ਤੁਹਾਡੇ ਜ਼ਿਹਨਾਂ ਵਿੱਚ ਪੈਦਾ ਹੋਣ ਵਾਲੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਉਹਨਾਂ ਕੋਲ ਲੈ ਸਕੀਏ। ਉਸ ਦਿਨ ਮੈਂ ਕੋਈ ਸਵਾਲ ਨਹੀਂ ਕਰਾਂਗਾ, ਸਾਰੇ ਸਵਾਲ ਸਾਡੇ ਸੁਣਨ ਵਾਲਿਆਂ ਦੇ ਹੋਣਗੇ, ਸਾਡੇ ਦਰਸ਼ਕਾਂ ਦੇ ਹੋਣਗੇ। ਔਰ ਚੂੰਕਿ ਤੁਸੀਂ ਸਮਾਜ ਨੂੰ ਭੋਗ ਰਹੇ ਹੋ, ਸਮਾਜ 'ਚ ਜੀ ਰਹੇ ਹੋ ਔਰ ਇਹਨਾਂ ਸਾਰੀਆਂ ਹੀ ਸੱਚਾਈਆਂ ਨੂੰ ਫੇਸ ਕਰ ਰਹੇ ਹੋ, ਤੇ ਅਸੀਂ ਸਾਰੇ ਰਲ ਕੇ ਹੀ ਕੋਸ਼ਿਸ਼ ਕਰੀਏ ਤੇ ਫਿਰ ਹੀ ਇਹ ਸਮਾਜ ਜਿਹੜਾ ਇਹ ਸੋਹਣਾ ਹੋ ਸਕਦਾ ਹੈ। ਤੇ ਆਓ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੁਕੇ ਹੋਏ ਸੋਹਣੇ ਮਕਸਦ ਨੂੰ ਲੱਭੀਏ, ਇਹਦੇ ਤੇ ਸੋਚੀਏ ਔਰ ਇਹ ਤੇ ਗੱਲ ਕਰੀਏ। ਲਓ ਜੀ, ਰੱਬ ਰਾਖਾ, ਅੱਲਾ ਬੇਲੀ। ਅਗਲੇ ਪ੍ਰੋਗਰਾਮ ਲਈ ਇਜਾਜ਼ਤ ਦਿਓ।